अस्सलाम वालेकुम ਸਾਰੇ ਦੋਸਤਾਂ ਨੂੰ। ਮੈਂ ਤੁਹਾਡਾ ਆਪਣਾ ਨਾਸਰ ਢਿੱਲੋਂ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲਹਿਰ YouTube ਚੈਨਲ। ਉਹਦੇ ਨਾਲ ਸਾਨੂੰ ਤੁਸੀਂ ਦੇਖ ਸਕਦੇ ਹੋ ਇਸ ਵੇਲੇ ਪੰਜਾਬੀ ਲਹਿਰ Facebook ਪੇਜ ਤੇ। ਸੋ ਇਹ ਪ੍ਰੋਗਰਾਮ ਜਿਹੜਾ ਦੀ ਸਿੱਖ ਹੈਰੀਟੇਜ ਬਿਯੋਂਡ ਬਾਰਡਰ ਡਾਕਟਰ ਦਲਵੀਰ ਪੰਨੂ ਦੀ ਬੁੱਕ ਨੂੰ ਲੈ ਕੇ, ਇੱਕ ਚੈਪਟਰ ਨੂੰ ਲੈ ਕੇ ਰੋਜ਼ਾਨਾ ਉੱਤੇ ਗੱਲਬਾਤ ਕਰੀਦੀ ਸੀ, ਲਾਈਵ ਸੈਸ਼ਨ ਕਰੀਦਾ ਸੀ। ਹੁਣ ਲਾਈਵ ਦਾ ਟਾਈਮ ਥੋੜ੍ਹਾ ਜਿਹਾ ਅਸੀਂ ਚੇਂਜ ਕੀਤਾ ਵਾ, ਸਵੇਰ ਦੇ ਪਾਕਿਸਤਾਨੀ ਟਾਈਮ ਸਵੇਰ ਦੇ 7 ਵਜੇ ਜਾ ਕੇ ਅਮਰੀਕਾ ਕੈਨੇਡਾ ਦੀ ਆਡੀਅੰਸ ਵੀ ਜਿਹੜੀ ਉਹ ਸਾਡੇ ਨਾਲ ਜੁੜ ਸਕੇ। ਕਿਉਂਕਿ ਅਸੀਂ 10 ਵਜੇ ਸਟਾਰਟ ਕਰਦੇ ਸਾਂ, ਉਦੋਂ ਲੇਟ ਹੋ ਜਾਂਦਾ ਸੀ, ਉਹ ਆਡੀਅੰਸ ਉੱਥੋਂ ਵਾਲੀ ਨਹੀਂ ਸੀ ਸਾਡੇ ਨਾਲ ਜੁੜ ਸਕਦੀ। ਸੋ ਅਸੀਂ ਟਾਈਮ ਥੋੜ੍ਹਾ ਜਿਹਾ ਚੇਂਜ ਕੀਤਾ, ਥੋੜ੍ਹਾ ਜਿਹਾ ਪੈਟਰਨ ਵੀ ਇਹਦਾ ਚੇਂਜ ਕੀਤਾ। ਇਸ ਤਰ੍ਹਾਂ ਚੇਂਜ ਕੀਤਾ ਕਿ ਅਸੀਂ 45 ਮਿੰਟਸ ਦਾ ਜਿਹੜਾ ਇਹ ਚੈਪਟਰ ਇੱਕ ਰੱਖਿਆ। ਉਹਦੀ ਤੇ ਦੂਜੇ ਜਿਹੜੇ ਕਾਲਰ ਸਾਡੇ ਨਾਲ ਆਉਂਦੇ ਸਨ ਉਹਨਾਂ ਨੂੰ ਵੀ ਅਸੀਂ ਸਿਲੈਕਟਿਵ ਕਰ ਦਿੱਤਾ। ਐਡਵਾਂਸ ਇੱਕ ਦਿਨ ਪਹਿਲੇ ਦੱਸਿਆ ਕਰਾਂਗੇ ਕੱਲ ਆਹ ਚੈਪਟਰ ਹੈ, ਉਹਦੇ ਤੇ ਜਿਹੜੇ ਹੋਣਗੇ ਦੋਸਤ ਉਹ ਕੁਐਸਚਨ ਕਰਨਾ ਚਾਹੁੰਦੇ ਹੋਣਗੇ ਉਹਨਾਂ ਨੂੰ ਨਾਲ ਲਿਆ ਕਰਾਂਗੇ। ਦੂਸਰੇ ਜਿਹੜੇ ਦੋਸਤ ਨੇ ਸਾਡੇ ਨਾਲ ਲਾਈਵ ਜੁੜਦੇ ਨੇ ਉਹਨਾਂ ਤੋਂ ਮਦਦ ਕਰਾਂਗੇ, ਕਿਉਂਕਿ ਅਸੀਂ ਚਾਹੁੰਦੇ ਹਾਂ ਕਿ 45 ਮਿੰਟ ਦਾ ਜਿਹੜਾ ਸੈਸ਼ਨ ਆ ਆਉਣ ਵਾਲੇ ਟਾਈਮ ਦੇ ਵਿੱਚ, ਹੁਣ ਲਾਈਵ ਤੇ ਆਪਾਂ ਵੇਖ ਲਾਂਗੇ 45 ਤੋਂ ਜ਼ਿਆਦਾ ਵੀ ਹੋ ਜਾਏਗਾ ਤੇ ਕੋਈ ਇਸ਼ੂ ਨਹੀਂ, ਪ੍ਰੋਬਲਮ ਨਹੀਂ। ਲੇਕਿਨ ਕੱਲ ਨੂੰ ਜਦੋਂ ਅੱਗੋਂ ਸਾਡੇ ਆਉਣ ਵਾਲੇ ਹੋਰ ਦੋਸਤ ਜਿਹੜੇ ਨਵੇਂ ਆਉਣਗੇ ਇਸ ਚੈਨਲ ਤੇ, ਪੰਜਾਬੀ ਲਹਿਰ YouTube ਚੈਨਲ ਤੇ Facebook ਤੇ, ਉਹ ਜਦੋਂ ਚੈਪਟਰ ਨੂੰ ਵੇਖਣਗੇ ਤੇ ਉਹਦੇ ਵਿੱਚ ਅਸੀਂ ਚਾਹੁੰਦੇ ਹਾਂ ਕਿ ਦੂਸਰੀਆਂ ਵੈਸੇ ਫਾਰਮਲ ਜਿਹੜੀਆਂ ਆਪਾਂ ਗੱਲਾਂ ਕਰੀਏ ਉਹ ਨਾ ਹੋਣ, ਸਿਰਫ ਉਹ ਇਨਫੋਰਮੇਸ਼ਨ ਹੋਵੇ, ਉਹ ਗੱਲਬਾਤ ਹੋਵੇ ਜਿਹੜੀ ਇਸ ਚੈਪਟਰ ਦੇ ਰਿਲੇਟਡ ਹੋਵੇ। ਸੋ ਅਸੀਂ ਕੋਸ਼ਿਸ਼ ਕਰਿਆ ਕਰਨੀ ਹੈ ਕਿ ਅਸੀਂ 45 ਮਿੰਟ ਦੇ ਵਿੱਚ ਆਪਣਾ ਚੈਪਟਰ ਜਿਹੜਾ ਵਾ ਉਹਨੂੰ ਖਤਮ ਕਰੀਏ। ਅਗਰ ਨਾ ਵੀ ਸਾਡਾ ਚੈਪਟਰ 45 ਮਿੰਟ 'ਚ ਖਤਮ ਹੋ ਜਾਏ, ਲੰਬੇ ਹੋ ਜਾਂਦੇ ਕਈ ਚੈਪਟਰ, ਫਿਰ ਉਹਨੂੰ 2 ਸੈਸ਼ਨ 'ਚ ਕਰ ਲਿਆ ਕਰਾਂਗੇ। ਸੋ ਪਾਕਿਸਤਾਨੀ ਟਾਈਮ 7 ਵਜੇ ਰੋਜ਼ਾਨਾ ਤੁਸੀਂ ਵੇਖ ਸਕੋਗੇ ਸਾਡਾ ਇਹ ਚੈਪਟਰ। ਉਸ ਤੋਂ ਫੌਰਨ ਬਾਅਦ 8 ਵਜੇ ਸਾਡਾ ਮਾਰਨਿੰਗ ਸ਼ੋਅ ਹੁੰਦਾ। ਸੋ ਇਹ ਦੋਵੇਂ ਸੈਸ਼ਨ ਜਿਹੜੇ ਆਪਾਂ ਲਾਈਵ ਕਰਿਆ ਕਰਾਂਗੇ ਸਵੇਰੇ ਹੁੰਦਾ ਤਾਂ ਥੋੜ੍ਹਾ ਜਿਹਾ ਔਖਾ, ਲੇਕਿਨ ਕੋਸ਼ਿਸ਼ ਕਰਿਆ ਕਰਾਂਗੇ ਤੁਹਾਨੂੰ ਤੁਹਾਡੀ ਇਨਫੋਰਮੇਸ਼ਨ ਵਾਸਤੇ, ਤੁਹਾਨੂੰ ਐਂਟਰਟੇਨ ਕਰਨ ਵਾਸਤੇ ਕੁਝ ਨਾ ਕੁਝ ਕਰ ਰਹੀਦਾ। ਸੋ ਅੱਜ ਫਿਰ ਮੇਰੇ ਨਾਲ ਮੌਜੂਦ ਨੇ ਡਾਕਟਰ ਦਲਵੀਰ ਪੰਨੂ। ਡਾਕਟਰ ਸਾਹਿਬ ਵੈਲਕਮ ਅੱਜ ਦੇ ਪ੍ਰੋਗਰਾਮ ਦੇ ਵਿੱਚ, ਅੱਜ ਦੇ ਸ਼ੋਅ ਦੇ ਵਿੱਚ। ਥੈਂਕ ਯੂ ਸੋ ਮਚ ਢਿੱਲੋਂ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਕ ਵਾਰੀ ਤੁਸੀਂ ਫਿਰ ਮੈਨੂੰ ਮੌਕਾ ਦਿੱਤਾ ਆਪਣੇ ਪੰਜਾਬੀ ਲਹਿਰ ਦੇ ਸਰੋਤਿਆਂ ਦੇ ਰੂਬਰੂ ਹੋਣ ਦਾ। ਸ਼ੁਕਰੀਆ ਜੀ ਡਾਕਟਰ ਸਾਹਿਬ, ਬਹੁਤ ਸ਼ੁਕਰੀਆ, ਤੁਸੀਂ ਟਾਈਮ ਦਿੱਤਾ। ਮੈਂ ਆਲਰੇਡੀ ਦੱਸ ਚੁੱਕਿਆ ਕਿ ਅਸੀਂ 45 ਮਿੰਟਸ ਦਾ ਜਿਹੜਾ ਸੈਸ਼ਨ ਹੈ ਆਪਣਾ ਕਰਿਆ ਕਰਾਂਗੇ। ਇਹਦੇ 'ਚ ਜੇ ਕੋਈ ਕੁਛ ਰਹਿ ਵੀ ਜਾਂਦੇ ਆ, ਸਾਡੇ ਸਵਾਲ ਕੋ ਆਨਸਰ ਕੁਐਸਚਨ ਰਹਿ ਵੀ ਜਾਂਦੇ ਤੇ ਉਹਨਾਂ ਨੂੰ ਅਸੀਂ ਨੈਕਸਟ ਸੈਸ਼ਨ 'ਚ ਕਰ ਲਿਆ ਕਰਾਂਗੇ। ਡਾਕਟਰ ਸਾਹਿਬ ਅੱਜ ਦਾ ਚੈਪਟਰ ਜਿਹੜਾ ਚੈਪਟਰ ਨੰਬਰ 15 ਗੁਰਦੁਆਰਾ ਸੱਚਾ ਸੌਦਾ, ਪੁਰਾਣਾ ਨਾਂ ਫਰੂਕਾਬਾਦ, ਪੁਰਾਣਾ ਨਾਂ ਚੂੜਕਾਣਾ, ਹੁਣ ਦਾ ਮੌਜੂਦਾ ਨਾਂ ਫਰੂਕਾਬਾਦ ਹੈ। ਸੋ ਇਹਦੇ 'ਤੇ ਆਪਾਂ ਗੱਲਬਾਤ ਕਰਨੀ ਹੈ, ਜਿੱਥੇ ਬਹੁਤ ਸਾਰੀਆਂ ਆਪਣਾ ਬਾਬਾ ਜੀ ਨੇ ਜਿੱਥੋਂ ਲੰਗਰ ਦੀ ਕਹਿੰਦੇ ਨੇ ਨੀਂਹ ਰੱਖੀ, ਉੱਥੋਂ ਲੰਗਰ ਚਲਾਇਆ, ਜਿਹੜਾ ਹੁਣ ਪੂਰੀ ਦੁਨੀਆ 'ਤੇ ਲੰਗਰ ਚੱਲਦਾ, ਉਹਦੇ 'ਤੇ ਆਪਾਂ ਗੱਲਬਾਤ ਕਰਨੀ ਹੈ। ਅੱਜ ਦਾ ਜਿਹੜਾ ਸਾਡਾ ਸੈਸ਼ਨ ਹੈ ਗੁਰਦੁਆਰਾ ਸੱਚਾ ਸੌਦਾ ਦੇ। ਡਾਕਟਰ ਸਾਹਿਬ ਸਾਰਿਆਂ ਨਾਲ ਪਹਿਲੋਂ ਫਰੂਕਾਬਾਦ, ਚੂੜਕਾਣਾ, ਇਹਦੀ ਹਿਸਟਰੀ ਥੋੜ੍ਹੀ ਜਿਹੀ ਦੱਸ ਦਿਓ। ਇਹ ਇਲਾਕਾ ਜੀ ਬਹੁਤ ਮਸ਼ਹੂਰ ਸੀ, ਸੰਦਲਬਾਰ ਦਾ ਇਲਾਕਾ। ਇਹ ਪੁਰਾਣੀਆਂ ਲਿਖਤਾਂ ਦੇ ਵਿੱਚ ਇਹਦੇ ਬਾਰੇ ਕਾਫੀ ਜ਼ਿਆਦਾ ਕਿਹਾ ਜਾਂਦਾ ਤੇ ਇਹਨੂੰ ਵਿਰਕਗੜ੍ਹ ਦੇ ਤੌਰ ਤੇ ਕਿਹਾ ਜਾਂਦਾ ਸੀ, ਜਾਂ ਕਿ ਕਿਤਾਬਾਂ 'ਚ ਮੈਨੂੰ ਇਹਦਾ ਨਾਮ ਵਿਰਕੈਤ ਤਪਾ ਵੀ ਮਿਲਿਆ, ਵਿਰਕੈਤ ਤਪਾ। ਸੋ ਇਹ ਵਿਰਕਾਂ ਦਾ ਗੜ੍ਹ ਸੀ ਇਹ ਇਲਾਕਾ। ਤੇ ਜਹਾਂਗੀਰ ਦੇ ਵੇਲੇ ਉਹਨਾਂ ਨੇ ਇਹ ਜਿਹੜਾ ਸ਼ਹਿਰ ਹੈਗਾ ਸ਼ੇਖੂਪੁਰਾ, ਉਹਦੀ ਫਾਊਂਡੇਸ਼ਨ ਰੱਖੀ 1607 ਦੇ ਵਿੱਚ। ਜਿਹੜਾ ਇਹਦੇ ਬਿਲਕੁਲ ਨੇੜੇ ਪਿੰਡ ਸੀ ਜੰਡਿਆਲਾ ਸ਼ੇਰ ਖਾਂ, ਉਸ ਵੇਲੇ ਪੁਰਾਣਾ ਪਿੰਡ ਸੀਗਾ, ਜਿਹੜਾ ਇਸ ਤੋਂ ਪੁਰਾਣਾ ਪਿੰਡ ਹੈਗਾ ਉਹਦੇ ਲਾਗੇ, ਮਤਲਬ ਇਹ ਜਿਹੜਾ ਸ਼ੇਖੂਪੁਰਾ ਸੀ, ਸ਼ੇਖੂ ਉਹਨਾਂ ਦਾ ਛੋਟਾ ਨਾਮ ਸੀ। ਸੋ ਜਹਾਂਗੀਰ ਨੇ ਦੀ ਜਿਹੜੀ ਹੈਗੀ ਆ ਸਟਾਰਟਿੰਗ ਕੀਤੀ ਇਸ ਪਰਟੀਕੂਲਰ ਸ਼ਹਿਰ ਦੀ, ਸ਼ੇਖੂਪੁਰਾ 1607 ਦੇ ਵਿੱਚ। ਜਿੰਨੇ ਹੁਣ ਵੀ ਬਹੁਤ ਆਪਣੇ ਦੋਸਤ ਇੰਡੀਆ ਜਾਂ ਬਾਹਰ ਵਿਦੇਸ਼ਾਂ 'ਚ ਬੈਠੇ ਨੇ ਵਿਰਕ, ਉਹ ਕਈਆਂ ਦੀ ਬੈਕਗਰਾਉਂਡ ਜਿਹੜੀ ਹੈਗੀ ਆ ਇਸ ਬੈਲਟ ਦੇ ਨਾਲ ਜੁੜਦੀ ਹੈ, ਸ਼ੇਖੂਪੁਰਾ ਬੈਲਟ ਦੇ ਨਾਲ। ਜੀ ਢਿੱਲੋਂ ਸਾਹਿਬ। ਅੱਛਾ ਡਾਕਟਰ ਸਾਹਿਬ, ਇਸ ਗੁਰਦੁਆਰਾ ਸਾਹਿਬ ਸੱਚਾ ਸੌਦਾ ਦੀ ਕੋਈ ਹਿਸਟਰੀ, ਉਹਦਾ ਵੀ ਥੋੜ੍ਹਾ ਜਿਹਾ ਜ਼ਰੂਰ ਦੱਸ ਦਿਓ। ਹਾਂਜੀ, ਗੁਰਦੁਆਰਾ ਸੱਚਾ ਸੌਦਾ ਦੀ ਹਿਸਟਰੀ ਜਦੋਂ ਸਾਖੀ ਦੇ ਵਿੱਚ ਹੈਗਾ ਕਿ ਜਦੋਂ ਗੁਰੂ ਸਾਹਿਬ ਛੋਟੇ ਸੀਗੇ, ਉਹ ਆਪਣੇ ਪਿਤਾ ਕਾਲੂ ਮਹਿਤਾ ਜੀ ਦੇ ਕਹਿਣ ਦੇ ਉੱਤੇ ਸੌਦਾ ਕਰਨ ਗਏ। ਉਹਨਾਂ ਨੇ ਕਿਹਾ ਵੀ ਕੋਈ ਖਰਾ ਸੌਦਾ ਕਰਕੇ ਆਈ, ਕੋਈ ਸੱਚਾ ਸੌਦਾ ਕਰਕੇ ਆਈ, ਕੋਈ ਮੁਨਾਫੇ ਵਾਲਾ ਸੌਦਾ ਕਰਕੇ ਆਈ। ਹੁਣ ਸਾਖੀ ਦੇ ਮੁਤਾਬਕ ਉਹਨਾਂ ਨੇ ਗੁਰੂ ਸਾਹਿਬ ਨੂੰ 20 ਰੁਪਏ ਦਿੱਤੇ ਤੇ ਗੁਰੂ ਸਾਹਿਬ ਜਿਹੜੀ ਨੇੜੇ ਦੀ ਮਾਰਕੀਟ ਹੈ, ਜਿਹੜਾ ਨੇੜੇ ਦਾ ਬਾਜ਼ਾਰ ਸੀ, ਉੱਥੇ ਚਲੇ ਗਏ। ਤੇ ਉੱਥੇ ਉਹਨਾਂ ਨੇ ਜੋ ਉਹਨਾਂ ਨੂੰ ਠੀਕ ਲੱਗਾ, ਉਹਨਾਂ ਨੇ ਉਹ ਕਾਰਵਾਈ ਕੀਤੀ। ਰਾਹ 'ਚ ਉਹਨਾਂ ਨੂੰ ਭੁੱਖੇ ਸਾਧੂ ਮਿਲੇ ਤੇ ਉਹਨਾਂ ਨੇ ਜੰਗਲ 'ਚ ਜਦੋਂ ਲੰਘ ਰਹੇ ਸੀ, ਉਹਨਾਂ ਨੇ ਆਪਣੇ ਵੱਲੋਂ ਉਹਨਾਂ ਨੂੰ ਖਾਣਾ ਖਵਾ ਕੇ ਇਹ ਕਿਹਾ ਜਾਂਦਾ ਵੀ ਉਹਨਾਂ ਨੂੰ ਲੱਗਾ ਵੀ ਇਹਦੇ ਨਾਲ ਦਾ ਕੋਈ ਖਰਾ ਸੌਦਾ ਨਹੀਂ ਹੈਗਾ। ਇਹ ਜਿਹੜਾ ਚੀਜ਼ ਹੈ ਇਹ ਸਭ ਤੋਂ ਫਾਇਦੇ ਦੀ ਹੈ, ਕਿਉਂਕਿ ਜਿਹੜੇ ਭੁੱਖੇ ਲੋਕ ਸੀ ਉਹਨਾਂ ਨੂੰ ਜਿਹੜਾ ਅੰਨ ਖਵਾ ਦਿੱਤਾ। ਜੀ ਢਿੱਲੋਂ ਸਾਹਿਬ। ਡਾਕਟਰ ਸਾਹਿਬ ਜਨਮ ਸਾਖੀ 'ਚ ਕੀ ਲਿਖਿਆ ਇਸ ਗੁਰਦੁਆਰਾ ਸਾਹਿਬ ਦੇ ਬਾਰੇ 'ਚ, ਉਹ ਵੀ ਦੱਸ ਦਿਓ ਜ਼ਰੂਰ। ਹਾਂਜੀ, ਇਹ ਜਨਮ ਸਾਖੀ ਦੇ ਵਿੱਚ ਹੁਣ ਜਿਹੜਾ ਇਹ ਜਨਮ ਸਾਖੀ ਦੇ ਵਿੱਚੋਂ ਮੈਂ ਤੁਹਾਨੂੰ ਦੱਸਿਆ, ਜਿਹੜਾ ਬਾਲਾ ਜਨਮ ਸਾਖੀ ਹੈਗੀ ਆ ਉਹਦੇ ਵਿੱਚੋਂ ਇਹ ਅਕਾਊਂਟ ਹੈਗਾ ਜਿਹੜਾ ਮੈਂ ਦੱਸ ਕੇ ਹਟਿਆ ਕਿ
ਜਦੋਂ ਉੱਥੇ ਗਏ ਤੇ ਬਾਲਾ ਜਨਮ ਸਾਖੀ ਲਿਖਦੀ ਹੈ ਵੀ ਜਿਹੜਾ ਗੁਰੂ ਸਾਹਿਬ ਦੇ ਨਾਲ ਸਾਥੀ ਸੀਗਾ ਉਹ ਬਾਲਾ ਸੀਗਾ, ਉਹਨੇ ਉਹਦਾ ਨਾਮ ਜਿਹੜਾ ਹੈਗਾ ਉਹ ਬਾਲਾ ਰੱਖਿਆ। ਸੋ ਇਹ ਬਾਲਾ ਜਨਮ ਸਾਖੀ ਜਿਹੜੀ ਆਪਣੇ ਆਪ 'ਚ ਇੱਕ ਕਹਿ ਲਓ ਵੀ ਕੰਟਰੋਵਰਸ਼ੀਅਲ ਜਨਮ ਸਾਖੀ ਵੀ ਹੈ, ਪਰ ਸਭ ਤੋਂ ਜ਼ਿਆਦਾ ਪ੍ਰਚਲਿਤ ਵੀ ਇਹ ਹੈਗੀ, ਸਭ ਤੋਂ ਜ਼ਿਆਦਾ ਪਪੂਲਰ ਵੀ ਇਹ ਹੈਗੀ, ਉਹਦੀ ਇਹ ਸਾਖੀ ਹੈਗੀ ਜਿਹਦੇ ਵਿੱਚੋਂ ਮੈਂ ਤੁਹਾਨੂੰ ਇਹ ਡਿਟੇਲ ਦੱਸੀ ਹੈ। ਤੇ ਉਹਦੇ ਵਿੱਚੋਂ ਸਪੈਸੀਫਾਈ ਕਰਦੀ ਹੈ ਸਾਖੀ ਵੀ ਜਿਹੜਾ ਗੁਰੂ ਸਾਹਿਬ ਦੇ ਨਾਲ ਸਾਥੀ ਸੀਗਾ, ਕੰਪੈਨੀਅਨ ਸੀਗਾ, ਜਾਂ ਉਹਨਾਂ ਦੀ ਸੇਵਾਦਾਰ ਕਰਨ ਵਾਲਾ ਜੋ ਵੀ ਸੀ, ਮਤਲਬ ਉਹਨਾਂ ਦੇ ਨਾਲ ਸੀ ਜੋ, ਉਹ ਬਾਲਾ ਸੀ। ਬਾਲਾ ਉਸ ਕਰੈਕਟਰ ਦਾ ਨਾਮ ਬਾਲਾ ਜਨਮ ਸਾਖੀ ਦੇ ਅਕੋਰਡਿੰਗ ਹੈਗਾ। ਅੱਛਾ ਡਾਕਟਰ ਸਾਹਿਬ, ਬਾਲਾ ਜਨਮ ਸਾਖੀ ਨੇ ਤਾਂ ਲਿਖ ਦਿੱਤਾ, ਹੋਰ ਦੂਸਰੀਆਂ ਜਿਹੜੀਆਂ ਕਿਤਾਬਾਂ ਪੁਰਾਣੀਆਂ ਤੁਹਾਨੂੰ ਮਿਲੀਆਂ ਉਹਨਾਂ ਦੇ ਵਿੱਚ ਕੋਈ ਮਿਲਦਾ ਬਾਬਾ ਜੀ ਦੇ ਨਾਲ ਕੋਈ ਹੈ ਸੀ ਜਾਂ ਨਹੀਂ ਹੈ ਸੀ? ਹਾਂਜੀ, ਉਹਨਾਂ ਵਿੱਚ ਸਾਰੀ ਜਿਹੜਾ ਫਰਕ ਹੈਗਾ, ਕੰਟਰੋਵਰਸ਼ੀਅਲ ਵਰਸੀ ਵੀ ਇਹਦੇ ਵਿੱਚ ਥੋੜੀ। ਹਾਂਜੀ, ਇੱਥੋਂ ਹੀ ਇਹ ਜਿਹੜਾ ਆਪਣਾ ਅੱਜ ਦਾ ਟੌਪਿਕ ਇੰਟਰਸਟਿੰਗ ਹੋਣ ਲੱਗ ਪੈਂਦਾ ਕਿ ਜਿਹੜੀ ਗੁਰਦੁਆਰਾ ਸੱਚਾ ਸੌਦਾ ਦੀ ਸਾਖੀ ਹੈਗੀ ਹੈ, ਗੁਰਦੁਆਰਾ ਖਾਰਾ ਸੌਦਾ ਦੀ ਜਿਹੜੀ ਸਾਖੀ ਹੈਗੀ ਹੈ, ਪੁਰਾਤਨ ਸਮੇਂ ਤੋਂ ਹੀ ਉਹਦੇ ਚ ਪੁਰਾਤਨ ਕਿਤਾਬਾਂ 'ਚ ਥੋੜਾ ਫਰਕ ਹੈਗਾ। ਜਿਹੜੀ ਬਾਲਾ ਜਨਮ ਸਾਖੀ ਹੈ ਉਹ ਕਲੀਅਰਲੀ ਲਿਖਦੀ ਹੈ ਕਿ ਗੁਰੂ ਸਾਹਿਬ ਦੇ ਨਾਲ ਜਿਹੜਾ ਸਾਥੀ ਸੀ, ਕੰਪੈਨੀਅਨ ਸੀ, ਉਹ ਬਾਲਾ ਸੀਗਾ। ਪਰ ਜਿਹੜੀ ਹੁਣ ਮਹਿਮਾ ਪ੍ਰਕਾਸ਼ ਵਾਰਤਕ ਹੈ, ਇਹ ਮਹਿਮਾ ਪ੍ਰਕਾਸ਼ ਦੋ ਹੋਈਆਂ ਵਾਰਤਕ ਕਵਿਤਾ, ਜਿਹੜੀ ਵਾਰਤਕ ਹੈ ਇਹ 1743 ਚ ਲਿਖੀ ਗਈ ਹੈ, 1743। ਉਹਦੇ ਵਿੱਚ ਉਹ ਟਹਿਲੀਆ ਲਿਖਦੇ ਆ ਵੀ ਗੁਰੂ ਸਾਹਿਬ ਦੇ ਨਾਲ ਇੱਕ ਟਹਿਲੀਆ ਸੀ, ਪਰ ਉਸ ਟਹਿਲੀਏ ਦਾ ਕੋਈ ਕਹਿ ਲਓ ਵੀ ਨਾਮ ਨਹੀਂ ਉਸ ਜਗ੍ਹਾ ਤੇ ਲਿਖਿਆ ਗਿਆ। ਸੋ ਇਸ ਕਰਕੇ ਉਹ ਇੱਕ ਚੀਜ਼ ਹੋਰ ਐਡ ਕਰ ਦਿੰਦੀ ਹੈ, ਨਾਮ ਤਾਂ ਨਹੀਂ ਲਿਖਿਆ ਮਹਿਮਾ ਪ੍ਰਕਾਸ਼ ਵਾਰਤਕ ਨੇ ਟਹਿਲੀਆ ਦਾ, ਪਰ ਮੈਨੂੰ ਇਹ ਇਸ ਚੈਪਟਰ ਦੀ ਖੋਜ ਦੇ ਦੌਰਾਨ ਜ਼ਰੂਰ ਸੀ ਵੀ ਗੁਰੂ ਸਾਹਿਬ ਨੂੰ ਉਹਨਾਂ ਦੇ ਪੇਰੈਂਟਸ ਨੇ, ਉਹਨਾਂ ਦੇ ਪਿਤਾ ਜੀ ਨੇ ਕਿਹੜਾ ਸੌਦਾ ਲੈਣ ਲਈ ਭੇਜਿਆ ਸੀ, ਉਹ ਕੀ ਆਈਟਮ ਦਾ ਵੀ ਪਤਾ ਲੱਗ ਸਕਦਾ, ਜਿਹੜੀ ਕਿ ਮੈਨੂੰ ਮਹਿਮਾ ਪ੍ਰਕਾਸ਼ ਵਾਰਤਕ ਚੋਂ ਮਿਲੀ ਹੈ, ਜਿਹਨਾਂ ਚੋਂ ਲਿਖਦੇ ਆ ਕਿ ਉਹ ਮਹੀਨ ਸੂਤ, ਜਿਹੜਾ ਕੋਲ ਪਤਲਾ ਜਿਹਾ ਸੂਤ ਆ, ਉਹਦਾ ਸੌਦਾ ਲੈਣ ਦੇ ਲਈ ਭੇਜਿਆ ਸੀ, ਵੀ ਉਹਦੀ ਖਰੀਦਦਾਰੀ ਲੈਣ ਦੇ ਲਈ ਭੇਜਿਆ ਸੀ। ਇਹ ਮਹਿਮਾ ਪ੍ਰਕਾਸ਼ ਵਾਰਤਕ ਜਿਹੜੀ 1743 ਦੀ ਲਿਖੀ ਹੋਈ ਹੈ, ਉਹ ਕਿਸੇ ਹੋਰ ਦਾ ਨਾਮ ਤਾਂ ਨਹੀਂ ਲਿਖਦੀ, ਉਹਨੇ ਸਿਰਫ ਟਹਿਲੀਆ ਲਿਖਿਆ ਵੀ ਗੁਰੂ ਸਾਹਿਬ ਦੇ ਨਾਲ ਟਹਿਲੀਆ ਸੀ, ਪਰ ਉਹਦਾ ਨੇਮ ਸਪੈਸੀਫਾਈ ਐਜ਼ ਭਾਈ ਬਾਲਾ ਜਿਹੜਾ ਸੀਗਾ ਉਹਦੇ ਵਿੱਚ ਨਹੀਂ ਕੀਤਾ ਗਿਆ। ਇਸ ਜਗ੍ਹਾ ਤੋਂ ਸਾਰਿਆਂ ਨਾਲੋਂ ਵੱਡੀ ਇਸ ਏਰੀਆ ਦੀ ਮੰਡੀ ਹੁੰਦੀ ਸੀ ਚੂੜਕਾਣਾ ਦੇ ਵਿੱਚ। ਜੀ ਬਿਲਕੁਲ, ਮੰਡੀ ਵਾਸਤੇ ਆਇਆ ਸੀ। ਅੱਛਾ ਡਾਕਟਰ ਸਾਹਿਬ, ਇਹ ਇੱਕ ਹੋਰ ਦੱਸਿਓ, ਕਿਸੇ ਪੁਰਾਤਨ ਕਿਤਾਬ ਵਿੱਚੋਂ ਮੈਂ ਆਪਣੇ ਕੁਐਸਚਨ ਜਿਹੜੇ ਨੋਟ ਡਾਊਨ ਕੀਤੇ ਨੇ, ਮੈਂ ਨਾਲ ਤੁਹਾਨੂੰ ਪੁੱਛਦਾ ਜਾਵਾਂਗਾ। ਉਹਦੇ ਵਿੱਚ ਨਾ ਵੀ ਇਹ ਕਿਸੇ ਉਹਦੇ ਵਿੱਚ ਕਵਿਤਾ ਦੇ ਰੂਪ ਦੇ ਵਿੱਚ ਵੀ ਕੁਝ ਲਿਖਿਆ ਵੀ ਸਾਧੂ ਨੂੰ ਮਿਲੇ। ਹਾਂਜੀ, ਇਹ ਵੀ ਹੈਗਾ, ਮਤਲਬ ਮੈਂ ਤੁਹਾਨੂੰ ਉਹ ਕਵਿਤਾ ਦੀ ਕੁਝ ਲਾਈਨਾਂ ਆਪਣੀ ਜੋ ਮੈਂ ਕਿਤਾਬ ਦੇ ਵਿੱਚ ਅੰਕਿਤ ਕੀਤੀਆਂ, ਉਹਨਾਂ ਵਿੱਚ ਕੁਝ ਲਾਈਨਾਂ ਜਿਹੜੀਆਂ ਹੈਗੀਆਂ ਉਹ ਸੁਣਾ ਦੇਣਾ। ਮੈਂ ਕਿਤਾਬ ਦੇ ਵੇ ਤੋਂ ਪੜ੍ਹ ਕੇ ਜੋ ਪੜਿਆ ਉਹੀ ਤੁਹਾਨੂੰ ਉਹਦੇ ਵਿੱਚ ਆਪਣੇ ਕੁਐਸਚਨ ਜਿਹੜੇ ਤੁਹਾਨੂੰ ਪੁੱਟ ਕਰ। ਜੀ ਇੱਕ ਚੀਜ਼ ਮੈਂ ਹੋਰ ਜਾਂਦਾ ਇੱਥੇ ਦੱਸ ਦਵਾਂ ਜਾਵਾਂ, ਜਿਹੜੀ ਬਾਲਾ ਜਨਮ ਸਾਖੀ ਹੈ, ਉਹਨੇ ਇਹ ਜਿਹੜਾ ਬਿਰਤਾਂਤ ਹੋਇਆ ਸੱਚਾ ਸੌਦਾ ਦਾ, ਖਾਰਾ ਸੌਦਾ ਦਾ, ਇਹ ਗੁਰੂ ਸਾਹਿਬ ਦੇ ਵਿਆਹ ਤੋਂ ਪਹਿਲਾਂ ਦੀ ਸਾਖੀ ਸੁਣਾਈ ਹੋਈ ਹੈ, ਕਿ ਮਤਲਬ ਹਲੇ ਵਿਆਹ ਤੋਂ ਪਹਿਲਾਂ ਦੀ ਉਮਰ ਦੇ ਵਿੱਚ ਇਹ ਗੁਰੂ ਸਾਹਿਬ ਸੱਚਾ ਸੌਦਾ ਕਰਨ ਗਏ, ਖਾਰਾ ਸੌਦਾ ਕਰਨ ਗਏ ਬਾਲੇ ਨੂੰ ਲੈ ਕੇ। ਜਦ ਕਿ ਜਿਹੜੀ ਵਾਰਤਕ ਸੀਗੀ ਮਹਿਮਾ ਪ੍ਰਕਾਸ਼ ਵਾਰਤਕ, ਉਹਨੇ ਇਹ ਜਿਹੜੀ ਸਾਖੀ ਹੈ ਇਹ ਗੁਰੂ ਸਾਹਿਬ ਦੀ ਸ਼ਾਦੀ ਤੋਂ ਬਾਅਦ, ਗੁਰੂ ਸਾਹਿਬ ਦੀ ਮੈਰਿਜ ਤੋਂ ਬਾਅਦ ਦੇ ਵਿੱਚ ਅੰਕਿਤ ਕੀਤੀ ਹੋਈ ਹੈ। ਸੋ ਇਹ ਵੀ ਦੋਹਾਂ ਦੇ ਵਿੱਚ ਕਾਫੀ ਮੇਜਰ ਡਿਫਰੈਂਸ ਹੈਗਾ, ਮਹਿਮਾ ਪ੍ਰਕਾਸ਼ ਵਾਰਤਕ ਐਂਡ ਭਾਈ ਬਾਲਾ ਜਨਮ ਸਾਖੀ। ਹੁਣ ਹੈਗਾ ਕਿ ਕਵਿਤਾ ਦੇ ਰੂਪ ਵਿੱਚ ਜਿਹੜੀ ਮੈਨੂੰ ਕਿਤਾਬ ਮਿਲੀ ਹੈ ਉਹ ਹੈਗੀ ਗੁਰੂ ਨਾਨਕ ਸਰੋਦੈ ਜਨਮ ਸਾਖੀ। ਇਹ ਇੱਕ ਹੋਰ ਜਨਮ ਸਾਖੀ ਹੈ। ਢਿੱਲੋਂ ਸਾਹਿਬ, ਆਪਾਂ ਕਈ ਵਾਰੀ ਤੁਸੀਂ ਕੁਐਸਚਨ ਵੀ ਪੁੱਛਦੇ ਹੋ ਕਿ ਜਨਮ ਸਾਖੀਆਂ ਵੀ ਬਹੁਤ ਅਲੱਗ-ਅਲੱਗ ਨੇ, ਮਤਲਬ ਦੇਰ ਆਰ ਐਟ ਲੀਸਟ 5-6 ਤਾਂ ਮਤਲਬ ਹੈਗੀਆਂ ਨੇ ਜਿਹੜੀਆਂ ਕਾਮਨਲੀ ਯੂਜ਼ ਅਸੀਂ ਕਰਦੇ ਹਾਂ। ਉਹਨਾਂ ਵਿੱਚੋਂ ਇੱਕ ਜਿਹੜੀ ਲੈਸ ਯੂਜ਼ਡ ਹੈ, ਮੈਂ ਉਹਦੇ ਵਿੱਚੋਂ ਇੱਕ ਲਾਈਨ ਤੁਹਾਨੂੰ ਸੁਣਾਉਣ ਲੱਗਾ। ਲੈਸ ਯੂਜ਼ ਮਤਲਬ ਲੈਸ ਪਪੂਲਰ ਹੈਗੀ ਹੈ। ਗੁਰੂ ਨਾਨਕ ਇੱਕ ਹੋਰ ਵਿੱਚ ਕੁਐਸਚਨ ਹੈ, ਜਨਮ ਸਾਖੀ ਦਾ ਅੱਗੇ ਵੀ ਇੱਕ ਮੈਂ ਕੁਐਸਚਨ ਪੁੱਟ ਕੀਤਾ ਸੀ ਜੀ। ਇੱਥੇ ਜਦੋਂ ਇਸਲਾਮ ਦੇ ਵਿੱਚ ਵੀ ਇਹਦੇ ਚ ਬਹੁਤਾ ਜਿਹੜੀਆਂ ਮੁਸਨਦ ਹਦੀਸਾਂ ਹੁੰਦੀਆਂ ਜਾਂ ਸਹੀ ਬੁਖਾਰੀ ਸ਼ਰੀਫ ਆ, ਉਹਨਾਂ ਦੇ ਵਿੱਚੋਂ ਵੀ ਰੈਫਰੈਂਸ ਜਿਹੜੇ ਦਿੱਤੇ ਜਾਂਦੇ ਵੀ ਉਹਨਾਂ ਦੇ ਉਸ ਦੌਰ ਦੇ ਜਿਹੜੇ ਕੋਲ ਦੇ ਲੋਕ ਸਨ, ਉਹਨਾਂ ਦੀਆਂ ਜਿਹੜਾ ਸੀਨਾ ਬਸੀਨਾ ਉਹਨਾਂ ਸੁਣਿਆ, ਉਹ ਗੱਲਾਂ ਲਿਖੀਆਂ ਹੁੰਦੀਆਂ। ਇਹ ਵੀ ਉਸੇ ਤਰ੍ਹਾਂ ਹੀ ਜਨਮ ਸਾਖੀਆਂ ਦੀ ਕਹਾਣੀ। ਬਿਲਕੁਲ, ਜਿੱਦਾਂ ਮੁਸਲਿਮ ਇਤਿਹਾਸ ਦੇ ਵਿੱਚ ਹਦੀਥ ਹੈ, ਮਦੀਦ, ਉਹਦੇ ਵਿੱਚ ਹੈਗਾ ਕਿ ਜਿਹੜੀਆਂ ਸਾਖੀਆਂ ਦੇ ਵਿੱਚ ਜਿਹੜੀ ਸਟੋਰੀ ਹੈਗੀ ਆ ਪ੍ਰੋਫਟ ਮੁਹੰਮਦ ਦੀ, ਉਹਦੇ ਨਾਲ ਕੁਛ ਨਾ ਕੁਛ ਰਿਲੀਜੀਅਸ ਜਿਹੜੀ ਲਾਈਨਾਂ ਹੈਗੀਆਂ ਉਹ ਵੀ ਲਈਆਂ ਜਾਂਦੀਆਂ, ਉਹਦੇ ਨਾਲ ਫਿਰ ਲਿੰਕ ਕੀਤਾ ਜਾਂਦਾ। ਐਗਜ਼ੈਕਟਲੀ ਸੇਮ ਤਰੀਕੇ ਨਾਲ ਜਨਮ ਸਾਖੀਆਂ ਵੀ ਮੇਰੇ ਖਿਆਲ ਹੈ ਵੀ ਉਹਦੀ ਕਾਪੀ ਹੀ ਹੈਗੀਆਂ, ਉਸ ਤਰੀਕੇ ਨਾਲ ਲਿਖੀਆਂ ਗਈਆਂ ਤਾਂ ਕਿ ਉਸ ਚੀਜ਼ ਨੂੰ ਜਿਹੜੀ ਹੈਗੀ ਸਟੋਰੀ ਬਹੁਤ ਆਥੈਂਟਿਕ ਲੱਗਦੀ ਹੈ। ਔਰ ਹੋ ਸਕਦਾ ਹੈ ਕਿ ਆਥੈਂਟਿਕ ਹੋਵੇ ਵੀ, ਇਹ ਬੜਾ ਮੇਜਰ ਕੰਟਰੋਵਰਸ਼ਲ ਹੈ, ਪਰ ਬਿਲਕੁਲ ਜਿੱਦਾਂ ਤੁਸੀਂ ਹਦੀਥ ਦੀ ਗੱਲ ਕੀਤੀ ਹੈ, ਹਦੀਥ ਵਾਂਗੂ ਹੀ, ਮਤਲਬ ਵੀ ਸੇ ਹਦੀਥ ਇੰਗਲਿਸ਼ ਦੇ ਵਿੱਚ ਹੁਣ ਪਤਾ ਨਹੀਂ ਤੁਸੀਂ ਪ੍ਰੋਨਾਂਸ
ਹਾਂਜੀ ਸੋ ਬਟ ਇਟ ਇਜ਼ ਰਿਟਨ ਐਗਜ਼ੈਕਟਲੀ। ਉਹਨਾਂ ਤੋਂ ਬਾਅਦ ਦਾ ਵੀ ਦੌਰ ਆ ਜਾਂਦਾ ਨਾ, ਜਿਵੇਂ ਜਿਵੇਂ ਦੌਰ ਬਦਲਦਾ ਰਹਿੰਦਾ ਵਾ, ਅੱਗੋਂ ਲਿਖਾਰੀ ਨਵੇਂ ਆਉਂਦੇ ਆ, ਉਹਦੇ ਵਿੱਚ ਜੋ ਜੋ ਲਿਖਦੇ ਆ, ਜੋ ਉਹਨਾਂ ਨੇ ਸੁਣਿਆ ਹੁੰਦਾ ਵਾ, ਮੈਨੂੰ ਜਿੰਨਾ ਕੁ ਨੌਲੇਜ ਹੈ ਵੀ, ਜਾਂ ਸੀਨਾ ਬਸੀਨਾ ਜੋ ਉਹਨਾਂ ਦੇ ਕੋਲ ਇਲਮ ਆਉਂਦਾ ਵਾ। ਮੁਸਲਿਮ ਜੇ ਆਪਾਂ ਗੱਲ ਕਰੀਏ ਵੀ ਉਹ ਕਈਆਂ 'ਚ ਇੱਥੇ ਵੀ ਇਸਲਾਮ ਦੇ ਵਿੱਚ ਵੀ ਕਈਆਂ 'ਚ ਕੰਟਰੋਵਰਸੀ ਪਾਈ ਜਾਂਦੀ ਹੈ। ਇਹ ਨਹੀਂ ਹੈ ਵੀ ਸਾਰਿਆਂ ਦੇ ਵਿੱਚ ਹੀ ਆ ਵੀ ਉਹ ਸਾਰਿਆਂ ਨੇ ਠੀਕ ਆ। ਇੱਥੇ ਵੀ ਇਸੇ ਤਰ੍ਹਾਂ ਇਹ ਕੰਟਰੋਵਰਸੀ ਕਿਤੇ ਨਾ ਕਿਤੇ ਕੁਛ ਨਾ ਕੁਛ ਪਾਈ ਜਾਂਦੀ। ਸਾਡੇ ਜਿਸ ਤਰ੍ਹਾਂ ਕੁਝ ਫਿਰਕਿਆਂ ਦੇ ਵਿੱਚ ਉਹ ਅਲੱਗ ਦੱਸਦੇ ਆ, ਕੁਝ ਦੇ ਵਿੱਚ ਅਲੱਗ ਦੱਸਦੇ ਆ। ਸੋ ਇੱਥੇ ਵੀ ਮੈਨੂੰ ਲੱਗਦਾ ਉਸ ਤਰ੍ਹਾਂ ਦੀ ਕਹਾਣੀ ਹੈ। ਜੀ ਬਿਲਕੁਲ, ਜਿਵੇਂ ਹੁਣ ਬੁੱਧਾ 'ਚ ਸੀਗੇ, ਮਤਲਬ ਬੁੱਧਾ ਦੇ ਵਿੱਚ ਹੁੰਦੇ ਆਪਣੇ ਜਟਾਕਾਸ ਕਹਿੰਦੇ ਆ ਉਹਨਾਂ ਨੂੰ, ਤੇ ਕ੍ਰਿਸਚੀਅਨਸ ਦੇ ਵਿੱਚ ਗੋਸਪਲਸ ਹੁੰਦੇ ਆ, ਇਸਲਾਮ 'ਚ ਹਦੀਥ ਆ ਗਏ। ਇਹ ਸਾਰੇ ਜਿਹੜੇ ਹੈਗੇ ਆ, ਥੀਸ ਆਲ ਆਰ ਆਫ ਸਿਮਿਲਰ ਨੇਚਰ। ਇਹ ਜਨਮ ਸਾਖੀਆਂ ਜਿਹੜੀਆਂ ਹੈਗੀਆਂ ਸਾਡੀਆਂ ਬਿਲਕੁਲ ਉਸ ਜਨਰ ਦੇ ਵਿੱਚ ਚੱਲ ਰਹੀਆਂ, ਜਿਹੜੀ ਐਗਜ਼ੈਕਟਲੀ ਤੁਸੀਂ ਗੱਲ ਕਰਕੇ ਹਟੇ ਹੋ। ਜਿੱਦਾਂ ਜਿੱਦਾਂ ਅੱਗੇ ਦੀ ਅੱਗੇ ਹੋਰ ਸੀਨਾ ਬਸੀਨਾ ਤੁਸੀਂ ਕਿਹਾ ਵੀ ਸੁਣੀ ਸੁਣਾਈ ਗੱਲਾਂ ਹੌਲੀ ਹੌਲੀ ਆਉਂਦੀਆਂ ਰਹਿੰਦੀਆਂ, ਸੋ ਦੇ ਕੈਪਟ ਔਨ ਗੈਟਿੰਗ ਐਡਡ ਓਵਰ ਦਾ ਟਾਈਮ। ਸੋ ਆਪਾਂ ਇਹਨਾਂ ਨੂੰ ਇਸ ਕੈਟੇਗਰੀ 'ਚ ਲਿਖ ਸਕਦੇ ਹਾਂ, ਜਿੱਦਾਂ ਮੁਸਲਿਮਸ ਦੀ ਹਡੀਥ, ਜਿਹੜੇ ਸੀਗੇ ਬੁੱਧਿਸਟ ਸੀ ਉਹਨਾਂ ਦੀ ਚਟਕਾਸ, ਐਂਡ ਦੈਨ ਕ੍ਰਿਸਚੀਅਨਸ ਦੀ ਗੋਸਪਲ। ਠੀਕ, ਅੱਛਾ ਡਾਕਟਰ ਸਾਹਿਬ, ਉਸ ਤੋਂ ਬਾਅਦ ਅੱਗੇ ਵਧਦੇ ਆ। ਦੂਜਾ ਵੀ ਸਵਾਲ ਤੇ ਹੋਰ ਵੀ ਨੇ ਮੇਰਾ ਇਹਦੇ 'ਚ ਵੀ ਜ਼ਿਹਨ 'ਚ ਪਹਿਲੇ ਆਉਂਦਾ ਸੀ ਇੱਕ, ਹੁਣ ਤੁਸੀਂ ਤਰਤੀਬ ਮੈਂ ਬਣਾਈ ਹੈ। ਜਿਹੜੇ ਆਂਦੇ ਵੀ ਗੁਰੂ ਸਾਹਿਬ ਬਾਬਾ ਜੀ ਆਏ ਇੱਥੇ, ਉਹਨਾਂ ਨੇ ਆ ਕੇ ਲੰਗਰ ਖਵਾ ਦਿੱਤਾ, ਤੇ ਫਿਰ ਜਦੋਂ ਵਾਪਸ ਤੁਰ ਗਏ, ਉਦੋਂ ਫਿਰ ਘਰ ਜਾ ਕੇ ਜਿਹੜੀ ਉਹਨਾਂ ਦਾ ਸਟੋਰੀ ਹੋਈ ਉਹਨਾਂ ਦੇ ਫਾਦਰ ਸਾਹਿਬ ਨਾਲ, ਜਾਂ ਜਿਹੜੀ ਰਾਏ ਸਾਹਿਬ ਨਾਲ ਜੁੜੀ ਜਾਂਦੀ, ਉਹਦੇ ਤੇ ਮੈਨੂੰ ਥੋੜਾ ਜਿਹਾ ਦੱਸਿਓ। ਹਾਂਜੀ, ਮੇਰੇ ਇੱਕ ਦੋਸਤ ਨੇ ਉਹਨੇ ਟੈਕਸਟ ਕੀਤਾ ਕਿ ਤੁਸੀਂ ਢਿੱਲੋਂ ਸਾਹਿਬ ਦੇ ਪੁਰਾਣੇ ਪਹਿਲੇ ਕੁਐਸਚਨ ਆਨਸਰ ਨਹੀਂ ਦਿੱਤਾ। ਮੈਂ ਤੁਹਾਡੇ ਪਹਿਲੇ ਕੁਐਸਚਨ ਆਨਸਰ ਪੂਰਾ ਕਰਦਾ ਹਾਂ ਵੀ ਜਿਹੜੀ ਕਵਿਤਾ ਦੇ ਰੂਪ ਵਿੱਚ ਗੁਰੂ ਨਾਨਕ ਸਰੋਦਿਆ ਜਨਮ ਸਾਖੀ ਸੀ, ਉਹਦੇ ਵਿੱਚ ਮੈਂ ਕੁਝ ਲਾਈਨਾਂ ਤੁਹਾਨੂੰ ਸੁਣਾ ਦੇਣਾ। ਜਿਹੜੀ ਇਹ ਜਨਮ ਸਾਖੀ ਹੈਗੀ ਹੈ 1884 ਦੀ ਜਿਹੜੀ ਲਿਖੀ ਹੋਈ ਹੈ, ਉਹਦੇ ਵਿੱਚ ਲਿਖਿਆ ਹੋਇਆ, ਸਵਈਆ ਐਨ ਅਤੀਤਨ ਝੁੰਡ ਤਾਹਾਂ ਨਿਰਖਿਓ ਤਤਕੋ ਕਰਤੋ ਬਨ ਮਾਹੀ। ਮਤਲਬ ਗੁਰੂ ਸਾਹਿਬ ਨੇ ਉੱਥੇ ਜੰਗਲ ਦੇ ਵਿੱਚ ਕੁਝ ਇਹੋ ਜਿਹੇ ਅਤੀਤਨ, ਮਤਲਬ ਜਿਹੜੇ ਮਿਸਟਿਕਸ ਹੁੰਦੇ ਆ, ਉਹਨਾਂ ਨੂੰ ਦੇਖਿਆ, ਜਿਹੜੇ ਕਿ ਉੱਥੇ ਆਪਣੀ ਮੈਡੀਟੇਸ਼ਨ ਕਰ ਰਹੇ ਸੀਗੇ। ਅੰਗ ਬਕੂਤ ਦਿਗੰਬਰ ਰਾਜਤ, ਦਿਗੰਬਰ ਹੁੰਦੇ ਵੀ ਜਿਹਨਾਂ ਨੇ ਕੱਪੜੇ ਬਹੁਤ ਘੱਟ ਪਾਏ ਹੋਏ ਆ, ਪਾਏ ਵੀ ਆ ਜਾਂ ਨਹੀਂ ਪਾਏ। ਮੁੰਡ ਜਟਾ ਕੇ ਜੂਟ ਸਹਾਈ, ਮਤਲਬ ਉਹਨਾਂ ਨੇ ਆਪਣੇ ਜਿਹੜੇ ਵਾਲ ਹੈਗੇ ਏਦਾਂ ਕੱਟ ਕੇ ਉੱਪਰ ਜੂੜਾ ਉੱਪਰ ਨੂੰ ਕੀਤਾ ਹੋਇਆ। ਪੋ ਤਪਸੀ ਤਨ ਨੰਗ ਸਬੇ ਪਟ ਨਾਹੀ ਮਿਲੇ ਕਿ ਸੋਭਾਵਤ ਨਾਹੀ। ਗੁਰੂ ਸਾਹਿਬ ਨੇ ਉਹਨਾਂ ਨੂੰ ਕੀ ਕੁਐਸਚਨ ਕੀਤਾ? ਗੁਰੂ ਸਾਹਿਬ ਕਹਿੰਦੇ ਵੀ ਤੁਹਾਡੇ ਕੋਲ ਕੱਪੜੇ ਹੈ ਨਹੀਂ, ਕਿ ਤੁਸੀਂ ਪਾਏ ਨਹੀਂ, ਕਿ ਤੁਹਾਨੂੰ ਪਾਉਣੇ ਚੰਗੇ ਨਹੀਂ ਲੱਗਦੇ, ਕਿ ਮਤਲਬ ਕਿ ਤੁਹਾਨੂੰ ਗਰੀਬੀ ਹੈ ਇਸ ਕਰਕੇ ਤੁਸੀਂ ਕੱਪੜੇ ਨਹੀਂ ਪਾਏ, ਕਿ ਇਸ ਕਰਕੇ ਤੁਹਾਨੂੰ ਮਿਲੇ ਨਹੀਂ ਇਸ ਕਰਕੇ ਪਾਏ ਹੋਏ ਆ। ਫਿਰ ਉਹਨਾਂ ਦੀ ਨਾਲ ਗੱਲਬਾਤ ਕਰਕੇ ਇਹਦੇ ਵਿੱਚ ਇਹ ਜਨਮ ਸਾਖੀ ਕਵਿਤਾ ਦੇ ਰੂਪ 'ਚ ਅੱਗੇ ਕਹਿੰਦੀ ਹੈ ਵੀ ਗੁਰੂ ਸਾਹਿਬ ਨੇ ਜਾਂ ਸਮ ਲਾਭ ਜਾਂ ਕੋ ਜਗ ਮੈਂ ਮਨ ਮਾਹੇ ਵਿਚਾਰ ਕਰੋ ਤੁਮ ਬਾਲਾ ਸੰਤ ਸਮਾਜ ਇਕੰਤ ਮਿਲਿਓ ਇਨਕੋ ਅਬ ਭੋਜਨ ਦੇ ਰਸਾਲਾ। ਉਹ ਕਹਿੰਦੇ ਵੀ ਉਹਨਾਂ ਨੇ ਫਿਰ ਕਿਹਾ ਵੀ ਬਾਲਾ, ਇਹਦੇ ਨਾਲ ਦਾ ਕੋਈ ਖਰਾ ਸੌਦਾ ਕੋਈ ਹੋਰ ਨਹੀਂ ਹੈਗਾ। ਆਪਾਂ ਨੂੰ ਇਹ ਜਿਹੜੇ ਸਾਧੂ ਸੰਤ ਆ, ਜਿਹੜਾ ਸੰਤ ਸਮਾਜ ਮਿਲਿਆ, ਸੰਤ ਸਮਾਜ ਉੱਥੇ ਜਨਮ ਸਾਖੀ ਨੇ ਵਰਡ ਯੂਜ਼ ਕੀਤਾ। ਡਾਕਟਰ ਸਾਹਿਬ, ਖਾਰਾ ਕਿ ਖਰਾ? ਸੌਰੀ, ਖਰਾ, ਮੇਰੇ ਕੋਲ ਗਲਤੀ ਨਾਲ ਕਿਹਾ ਹੋ ਗਿਆ, ਖਰਾ ਸੌਦਾ। ਹਾਂਜੀ, ਮਤਲਬ ਵਧੀਆ ਸੌਦਾ, ਸੱਚਾ ਸੌਦਾ। ਮੁੜ ਕੇ ਅੱਜ ਕੱਲ ਹੁਣ ਸਿੱਖ ਕਿਤਾਬਾਂ 'ਚ ਇਹਨੂੰ ਸੱਚਾ ਸੌਦਾ ਕਿਹਾ ਜਾਂਦਾ, ਪਰ ਜਿਹੜੀਆਂ ਪੁਰਾਤਨ ਕਿਤਾਬਾਂ ਜਿਹੜੀਆਂ ਮੈਂ ਦੇਖੀ, ਉਹਨਾਂ ਸਾਰੀਆਂ 'ਚ ਇਹਦਾ ਨਾਮ ਖਰਾ ਸੌਦਾ ਸੀ। ਖਰਾ ਮਤਲਬ ਵਧੀਆ ਸੌਦਾ, ਮਤਲਬ ਵਧੀਆ ਡੀਲ ਕੋਈ ਬਣਾਉਣੀ। ਅੱਛਾ, ਇਹ ਜਿਹੜੀ ਕਵਿਤਾ ਤੁਸੀਂ ਸੁਣਾਈ ਆ, ਇਹ ਇਸ ਕਿਹੜੀ ਕਿਤਾਬ ਦੇ ਵਿੱਚ ਹੈ, ਕਿੱਥੇ ਲਿਖਿਆ? ਇਹ ਗੁਰੂ ਨਾਨਕ ਜਨਮ ਸਾਖੀ। ਇਹ ਕਿੰਨੇ ਲਿਖੀ ਹੈ? ਇਹਦਾ ਨਾਮ ਮੈਨੂੰ ਭੁੱਲ ਗਿਆ, ਗਣੇਸ਼ਾ ਜਾਂ ਕੋਈ ਇਦਾਂ ਨਾਮ ਹੈਗਾ, ਮੈਂ ਇੱਕ ਸਕਿੰਟ ਤੁਹਾਨੂੰ ਦੱਸ ਸਕਦਾ। ਇਹ ਆਪਣੀ ਕਿਤਾਬ ਦੇ ਐਂਡ ਤੇ ਆਪਾਂ ਜਿਹੜੀਆਂ ਇਹ ਸਾਰੀਆਂ ਕਿਤਾਬਾਂ ਹੈਗੀਆਂ, ਇਹਨਾਂ ਦੇ ਉਹ ਜ਼ਰੂਰ ਦਿੱਤੇ ਹੋਏ ਆ, ਸਾਈਟੇਸ਼ਨ ਐਂਡ ਤੇ ਦਿੱਤਾ ਤੁਸੀਂ ਰੈਫਰੈਂਸ। ਹਾਂਜੀ, ਆਪਾਂ ਇਹਦਾ ਤੁਸੀਂ ਦੇਖੋ ਵੀ ਇਹਦੇ ਤੇ ਆਪਾਂ ਸਾਈਟੇਸ਼ਨ ਨੰਬਰ 3 ਦਿੱਤੀ ਹੋਈ ਹੈ। ਇਹਦਾ ਮਤਲਬ ਆਪਾਂ ਕਿਤਾਬ ਦੇ ਐਂਡ ਤੇ ਜਾਵਾਂਗੇ, ਜਿਹੜੀ ਇਹ ਸਾਈਟੇਸ਼ਨ ਨੰਬਰ 3 ਹੋਊਗੀ, ਉਹਦੇ ਵਿੱਚ ਇਹਦੇ ਆਥਰ ਦਾ ਵੀ ਨਾਮ ਹੋਊਗਾ ਗਣੇਸ਼ਾ ਸਿੰਘ ਬੇਦੀ। ਇਹਨਾਂ ਦੀ ਕਿਤਾਬ, ਹਾਂਜੀ, ਗਣੇਸ਼ਾ ਸਿੰਘ ਬੇਦੀ ਇਹਨਾਂ ਦੀ। ਹਾਂਜੀ, ਕਿੱਥੋਂ ਦੇ ਰਹਿਣ ਵਾਲੇ ਆ? ਇਹ ਨਹੀਂ ਪਤਾ ਕਿੱਥੋਂ ਦੇ ਰਹਿਣ ਵਾਲੇ ਆ, ਪਰ ਇਹਨਾਂ ਦੀ ਕਿਤਾਬ ਦੇ ਵਿੱਚ ਮਾਘ ਪਰਵਿਸਾ ਚੈਪਟਰ ਹੈਗਾ 6, ਮਾਘ ਪਰਵਿਸਾ 6, ਉਹਦਾ ਪੇਜ ਨੰਬਰ ਹੈਗਾ 41 ਇਸ ਜਨਮ ਸਾਖੀ ਦਾ। ਤੇ ਇਹਨੂੰ ਕੋਟ ਕਿੱਥੇ ਕੀਤਾ ਗਿਆ ਮੁੜ ਕੇ ਵਿੱਚ? ਇਹ ਕੋਟ ਕੀਤੀ ਗਈ ਹੈ ਸਾਖੀ ਬ੍ਰਹਮਦੀਨ ਉਦਾਸੀਨ ਦੀ ਕਿਤਾਬ ਹੈਗੀ ਆ, ਗੁਰੂ ਉਦਾਸੀਨ ਮਤ ਦਰਪਣ, ਜਿਹੜੀ ਸੱਕਰ 'ਚ ਕਿਤਾਬ ਲਿਖੀ ਗਈ ਸੀ 1923 'ਚ। ਸੋ ਇਹ ਸੱਕਰ ਸਿੰਧ ਦੇ ਵਿੱਚ ਕਿਤਾਬ ਲਿਖੀ ਗਈ ਹੈ 1923 ਦੇ ਵਿੱਚ, ਜਿਹੜੀ ਛਪੀ ਹੈ, ਜਿਹੜੀ ਬ੍ਰਹਮਾਨੰਦ ਉਦਾਸੀਨ ਨੇ ਲਿਖੀ ਹੋਈ ਹੈ, ਜਿਹੜੇ ਉੱਥੇ ਦੇ ਮਹੰਤ ਸੀਗੇ
ਜਿਹੜੇ ਸੱਕਰ ਜਗ੍ਹਾ ਹੈਗੀ ਬਹੁਤ ਕਾਫੀ ਵੱਡੀ, ਉਹਦੇ ਬਾਰੇ ਆਪਾਂ ਜਦੋਂ ਬਸ ਸੱਖਰ ਸੌਰੀ ਅਸੀਂ ਇੰਗਲਿਸ਼ SU ਠੀਕ ਹੈ, ਸੱਖਰ ਜਿਹੜਾ ਸ਼ਹਿਰ ਹੈਗਾ ਸਿੰਧ ਦਾ, ਗੁੜ ਵਾਲੀ ਸ਼ੱਕਰ ਨਾ ਬਣਾ ਦੋ। ਹਾਂਜੀ, ਉਸ ਸ਼ਹਿਰ ਦੇ ਵਿੱਚ ਇਹ ਕਿਤਾਬ ਲਿਖੀ ਗਈ ਹੈ, ਜਿਹਦੇ ਵਿੱਚ ਗੁਰੂ ਨਾਨਕ ਸੂਰੋਦੈ ਜਨਮ ਸਾਖੀ ਹੈਗੀ ਆ, ਜਿਹਦੀ ਮਾਘ ਪ੍ਰਵੀਸਾ 6 ਪੰਨਾ ਨੰਬਰ 41 ਤੋਂ ਇਹ ਮੈਂ ਲਾਈਨ ਲਈ ਹੈ। ਗਣੇਸ਼ ਸਿੰਘ ਬੇਦੀ ਇਹਦੇ ਆਥਰ ਹੈਗੇ, ਜਿਹੜੀਆਂ ਮੈਂ ਤੁਹਾਨੂੰ ਕਵਿਤਾ ਸੁਣਾ ਕੇ ਹਟਿਆ। ਅੱਛਾ, ਪਹਿਲਾਂ ਕੁਐਸਚਨ ਜਿਹੜਾ ਵਾ ਉਹ ਮੈਂ ਅੱਗੇ ਤੁਹਾਨੂੰ ਕਰਕੇ ਦਿੱਤਾ ਵੀ ਉਹ ਜਦੋਂ ਗਏ ਸੌਦਾ ਕਰਕੇ ਤੇ ਉਹਨਾਂ ਨੇ ਲੰਗਰ ਖਵਾ ਦਿੱਤਾ ਤੇ ਵਾਪਸ ਚਲੇ ਗਏ ਆਪਣੇ ਫਾਦਰ ਸਾਹਿਬ ਕੋਲ, ਫਿਰ ਜਿਹੜੀ ਕਹਾਣੀ ਇਹਦੇ ਵਿੱਚ ਇੱਕ ਜ਼ਿਕਰ ਆਉਂਦਾ ਵਾ 20 ਰੁਪਏ ਦਾ। ਹਾਂਜੀ, ਅੱਛਾ, 20 ਰੁਪਏ ਦਾ ਜੇ ਮੈਂ ਜਿੰਨਾ ਮੈਨੂੰ ਪਤਾ ਵਾ, ਸ਼ਾਇਦ ਕੋਈ ਗਲਤ ਵੀ ਹੋਵੇ, ਜੇ ਗਲਤੀ ਹੋਵੇ ਤਾਂ ਮਾਫੀ ਚਾਹੁੰਦਾ ਸਾਰੇ ਸੁਣਨ ਵਾਲਿਆਂ ਕੋਲ, ਤੁਹਾਡੇ ਕੋਲ। 20 ਰੁਪਏ ਉਦੋਂ ਰੁਪਈਏ ਤੇ ਹੈ ਨਹੀਂ ਸੀ, 20 ਰੁਪਈਆਂ ਦਾ ਜ਼ਿਕਰ ਕਿਉਂ ਹੁੰਦਾ? ਹਾਂਜੀ, ਬਿਲਕੁਲ, ਬਹੁਤ ਵਧੀਆ ਕੁਐਸਚਨ ਆਦਾ। ਆਪਾਂ ਹੁਣ ਰੁਪਈਆਂ ਦੀ ਗੱਲ ਕਰਦੇ ਹਾਂ, ਰੁਪਈਆ ਵਰਡ ਜਨਮ ਸਾਖੀ 'ਚ ਰੁਪਈਆ ਵਰਡ ਯੂਜ਼ ਕੀਤਾ ਗਿਆ। ਅਕਸਰ ਜਿਹੜੇ ਹਿਸਟੋਰੀਅਨ ਇਸ ਸਾਖੀ ਨੂੰ ਨਹੀਂ ਮੰਨਦੇ, ਉਹਨਾਂ ਨੇ ਇਸ ਚੀਜ਼ ਨੂੰ ਕਾਫੀ ਆਪਣਾ ਬੇਸ ਮੰਨਿਆ ਵੀ ਜਿਹੜਾ ਰੁਪਈਆ ਵਰਡ ਆ ਉਹ ਆਪਣੇ ਇਤਿਹਾਸ 'ਚ ਪਹਿਲਾਂ ਨਹੀਂ ਸੀ। ਪਹਿਲਾਂ ਨਾਲ ਲੱਗਦਾ ਮੈਂ ਤੁਹਾਡਾ ਪਹਿਲਾ ਕੁਐਸਚਨ ਦਾ ਆਨਸਰ ਦੇ ਦਿਆਂ ਕਿ ਗੁਰੂ ਸਾਹਿਬ ਤੇ ਬਾਲਾ ਜਦੋਂ ਵਾਪਸ ਤਲਵੰਡੀ ਗਏ ਆ, ਵੀ ਉੱਥੇ ਕਿਹਾ ਗਿਆ ਵੀ ਉਹ ਆਪਣੇ ਪਿਤਾ ਜੀ ਤੋਂ ਡਰਦੇ ਹੋਏ ਪਿੰਡ ਦੇ ਬਾਹਰ ਹੀ ਲੁਕ ਗਏ ਸੀ। ਉਹ ਜਿਹੜਾ ਹੁਣ ਇਸ ਵੇਲੇ ਮੈਂ ਤੁਹਾਡੀ ਗੱਲ ਵਿੱਚੋਂ ਸੌਰੀ ਟੋਕਤੀ ਹੈ, ਆਏ ਤੇ ਜਿਹੜੀ ਮੇਨ ਅਸਲ ਕਹਾਣੀ ਸਟੋਰੀ ਤੇ ਮੈਂ ਸਿੱਖ ਧਰਮ ਨਾਲ ਬਿਲੋਂਗ ਕਰਨ ਵਾਲੇ ਉਹਨਾਂ ਨੂੰ ਸਾਰਿਆਂ ਨੂੰ ਪਤਾ, ਜਿਹੜੇ ਮੁਸਲਮਾਨ ਵੇਖਦੇ ਆ ਉਹਨਾਂ ਨੂੰ ਦੱਸਣਾ ਜ਼ਰੂਰੀ ਆ ਕਿ ਉਹ ਲੈ ਕੇ ਕੀ ਆਏ ਸੀ, ਵੀ ਲਿਖਿਆ ਕੀ ਜਾਂਦਾ, ਉਹ ਪੈਸੇ ਲੈ ਕੇ ਆਏ ਸੀ, ਕੀ ਲੈ ਕੇ ਆਏ ਸੀ, ਉਹ ਫਿਰ ਵਾਪਸ ਗਏ, ਉਹਨਾਂ ਨੇ ਸੌਦਾ ਨਹੀਂ ਕੀਤਾ। ਉਹ ਸਟੋਰੀ ਥੋੜੀ ਜਿਹੀ ਥੋੜੇ ਲਫ਼ਜ਼ਾਂ ਦੇ ਵਿੱਚ ਤੁਸੀਂ ਜ਼ਰੂਰ ਦੱਸ ਦਿਓ। ਹਾਂਜੀ, ਬਿਲਕੁਲ ਢਿੱਲੋਂ ਸਾਹਿਬ, ਆਪਾਂ ਕਿਉਂਕਿ ਜਿਹੜੇ ਆਪਣੇ ਆਡੀਅנס ਹੈਗੇ ਆ ਸੁਣਨ ਵਾਲੇ, ਆਪਾਂ ਇਹ ਪ੍ਰੋਗਰਾਮ ਕਰ ਰਹੇ ਹਾਂ ਜ਼ਿਆਦਾ ਨੌਨ ਸਿੱਖ ਦੇ ਲਈ, ਸੋ ਪਲੀਜ਼ ਮੈਨੂੰ ਉੱਥੇ ਰੋਕਦੇ ਰਹੋ, ਕਿਉਂਕਿ ਅਸੀਂ ਕਈ ਵਾਰੀ ਬੋਲਦੇ ਜਾਈਦਾ, ਹਜ਼ਿਊਮ ਕਰਦੇ ਜਾਈਦਾ, ਪਰ ਆਪਾਂ ਕੋਸ਼ਿਸ਼ ਕਰ ਰਹੇ ਹਾਂ ਕਿ ਆਪਣੇ ਪਾਕਿਸਤਾਨ 'ਚ ਰਹਿਣ ਵਾਲੇ ਦੋਸਤਾਂ ਨੂੰ ਇਹਨਾਂ ਗੁਰਦੁਆਰਿਆਂ ਦਾ ਇਤਿਹਾਸ ਹੌਲੀ ਸਮਝਾ ਸਕੀਏ, ਭਾਵੇਂ ਕਿੰਨਾ ਟਾਈਮ ਲੱਗ ਜਾਵੇ। ਸੋ ਗੁਰੂ ਸਾਹਿਬ ਜਦੋਂ ਇੱਥੋਂ ਜਿਹੜਾ ਹੁਣ ਫਰੂਕਾਬਾਦ ਹੈਗਾ, ਇੱਥੋਂ ਵਾਪਸ ਆਪਣੇ ਪਿੰਡ ਗਏ ਤਲਵੰਡੀ, ਉਹਨਾਂ ਕੋਲ ਆਫਕੋਰਸ ਕੁਛ ਨਹੀਂ ਸੀਗਾ, ਕਿਉਂਕਿ ਉਹਨਾਂ ਨੇ ਪੈਸੇ ਜਿਹੜੇ ਸੀ ਆਪਣੇ ਸਾਰੇ ਇੱਧਰ ਖਰਚ ਕਰ ਦਿੱਤੇ, ਜਿਹੜੇ ਭੁੱਖੇ ਸਾਧੂ ਸੀ ਉਹਨਾਂ ਨੂੰ ਖਾਣਾ ਖਿਲਾਉਣ ਦੇ ਲਈ। ਹੁਣ ਉਹਨੂੰ ਪਤਾ ਸੀ ਕਿ ਪਿਤਾ ਕੋਲੋਂ ਝਿੜਕਾਂ ਪੈਣੀਆਂ, ਇਸ ਕਰਕੇ ਗਏ ਉਹ ਕਾਰੋਬਾਰ ਵਾਸਤੇ ਸੀ, ਪੈਸੇ ਲੈ ਕੇ ਮੰਡੀ ਜਿਹੜੀ ਇੱਥੇ ਚੂੜਕਾਣਾ ਮੰਡੀ, ਉੱਥੇ ਕਾਰੋਬਾਰ ਵਾਸਤੇ ਗਏ। ਹਾਂਜੀ, ਉੱਥੇ ਮਤਲਬ ਹੁਣ ਮੰਡੀ ਦਾ ਇਹ ਨਹੀਂ ਪਤਾ, ਚੂੜਕਾਣਾ ਸੀ ਮਤਲਬ ਹਾਲੇ ਇੱਥੋਂ ਲੰਘ ਰਹੇ ਸੀਗੇ, ਅੱਗੇ ਕਿੱਧਰ ਨੂੰ ਜਾ ਰਹੇ ਸੀ ਉਹਦੇ ਬਾਰੇ ਆਪਾਂ ਅੱਗੇ ਚੈਪਟਰ 'ਚ ਆ ਕੇ ਗੱਲਬਾਤ ਕਰਾਂਗੇ। ਪਰ ਉਹ ਜਿਹੜੀ ਹੁਣ ਮਹਿਮਾ ਪ੍ਰਕਾਸ਼ ਵਾਰਤਕ ਦੇ ਮੁਤਾਬਕ ਉਹ ਮਹੀਨ ਸੂਤ ਖਰੀਦਣ ਗਏ ਸੀ, ਵੀ ਚਲੋ ਸੂਤ ਖਰੀਦ ਕੇ ਆ ਤੇ ਮੁੜ ਕੇ ਉਹਨੂੰ ਜ਼ਿਆਦਾ ਪੈਸਿਆਂ ਦਾ ਵੇਚਾਂਗੇ, ਮਤਲਬ ਕੋਈ ਮਰਚੈਂਡਾਈਜ਼ ਕੋਈ ਚੀਜ਼ ਲੈਣ ਲਈ ਭੇਜਿਆ ਸੀ ਉਹਨਾਂ ਦੇ ਪਿਤਾ ਜੀ ਨੇ, ਵੀ ਚਲੋ ਹੁਣ ਤੂੰ ਵੱਡਾ ਹੋ ਗਿਆ, ਕੁਛ ਸੌਦਾ ਸ਼ੁਰੂ ਕਰ, ਕੋਈ ਕਾਰੋਬਾਰ ਜਿਹੜਾ ਹੈਗਾ ਉਹ ਸ਼ੁਰੂ ਕਰ। ਪਰ ਉੱਥੇ ਉਹਨਾਂ ਨੇ ਉਹ ਜਿਹੜਾ ਮਨੀ ਸੀਗਾ, ਜਿਹੜੇ ਪੈਸੇ ਮਿਲੇ ਘਰਦਿਆਂ ਤੋਂ, ਉਹ ਪੈਸੇ ਭੁੱਖੇ ਸਾਧੂਆਂ ਨੂੰ ਖਵਾਤੇ ਜਨਮ ਸਾਖੀ ਦੇ ਮੁਤਾਬਕ। ਹੁਣ ਜਦੋਂ ਵਾਪਸ ਆਏ ਤਲਵੰਡੀ ਤਾਂ ਪਿੰਡ ਦੇ ਬਾਹਰ ਇੱਕ ਦਰਖਤ ਹੈ, ਉਹਦੇ ਥੱਲੇ ਉਹ ਬੈਠ ਗਏ, ਲੁਕ ਗਏ, ਜਿੱਥੇ ਕਿਹਾ ਜਾਂਦਾ ਫਿਰ ਪਿੰਡ ਵਾਲਿਆਂ ਨੇ ਲੱਭਿਆ, ਪਿਤਾ ਜੀ ਨੇ ਲੱਭਿਆ, ਉਹਨਾਂ ਦੀ ਸਿਸਟਰ ਨੇ ਲੱਭਿਆ, ਤੇ ਮੁੜ ਕੇ ਬੇਬੇ ਨਾਨਕੀ ਤੇ ਉਹਦੇ ਪਿਤਾ ਜੀ ਨੇ ਆ ਕੇ ਉਹਨਾਂ ਨੂੰ ਉੱਥੋਂ ਜਿਹੜਾ ਦਰਖਤ ਸੀ ਉਹਦੇ ਥੱਲਿਓਂ ਝਿੜਕਾਂ ਵੀ ਪਈਆਂ ਤੇ ਉਹਨਾਂ ਨੂੰ ਘਰ ਲੈ ਕੇ ਗਏ। ਉਹ ਜਿਹੜਾ ਦਰਖਤ ਹੈ ਹੁਣ ਉੱਥੇ ਇਸ ਵੇਲੇ ਗੁਰਦੁਆਰਾ ਤੰਬੂ ਸਾਹਿਬ ਹੈ, ਤੁਸੀਂ ਦੇਖਿਆ ਹੋਣਾ, ਬਹੁਤ ਵੱਡਾ ਟਰੀ ਹੈ। ਉਹਦੀ ਸਾਖੀ ਮਤਲਬ ਇਸ ਜਗ੍ਹਾ ਦੇ ਨਾਲ ਜੁੜਦੀ ਹੈ, ਗੁਰਦੁਆਰਾ ਤੰਬੂ ਸਾਹਿਬ ਨਨਕਾਣਾ ਸਾਹਿਬ ਦੀ, ਗੁਰਦੁਆਰਾ ਸੱਚਾ ਸੌਦੇ ਨਾਲ, ਜਿੱਥੇ ਜਾ ਕੇ ਗੁਰੂ ਸਾਹਿਬ ਨੇ ਕਹਿ ਲਓ ਕਿ ਆਪਣੇ ਪੇਰੈਂਟਸ ਤੋਂ, ਆਪਣੇ ਮਾਪਿਆਂ ਕੋਲੋਂ ਲੁਕ ਕੇ ਕੋਸ਼ਿਸ਼ ਕੀਤੀ ਸੀ ਕਿ ਮਤਲਬ ਥੋੜਾ ਜਿਹਾ ਬਚਾਅ ਹੋ ਜਾਵੇ। ਜਦੋਂ ਤੁਸੀਂ ਜਾਣਦੇ ਹੋ ਇਦਾਂ ਦਾ ਕੰਮ ਕਰਕੇ, ਪਤਾ ਹੀ ਆ ਵੀ ਘਰਦਿਆਂ ਨੇ ਹੁਣ ਗੁੱਸੇ ਹੋਣਾ। ਸੋ that is the scene। ਸੋ ਜਦੋਂ ਉਹਨਾਂ ਨੂੰ ਉੱਥੇ ਪੁੱਛਿਆ ਗਿਆ ਵੀ ਤੂੰ ਕਿਹੜਾ ਸੌਦਾ ਕਰਕੇ ਆਇਆ, ਤਾਂ ਗੁਰੂ ਸਾਹਿਬ ਨੇ ਕਿਹਾ ਵੀ ਮੇਰੇ ਖਿਆਲ 'ਚ ਇਹੀ ਸੱਚਾ ਸੌਦਾ ਹੈਗਾ, ਇਹੀ ਖਰਾ ਸੌਦਾ ਹੈਗਾ, ਜਿਹਦੇ ਵਿੱਚ ਮੈਨੂੰ ਲੱਗਦਾ ਕਿ ਇੰਨਾ ਪ੍ਰੋਫਿਟ ਹੈ ਜਿਹੜਾ ਕਿ ਸ਼ਾਇਦ ਮੈਂ ਕਿਸੇ ਹੋਰ ਚੀਜ਼ ਦੇ ਵਿੱਚ ਨਹੀਂ ਸੀ ਕਰ ਸਕਦਾ। ਸੋ ਇਹ ਕੁਝ ਲਾਈਨਾਂ ਹੈਗੀਆਂ ਜਿਹੜੀਆਂ ਉੱਥੋਂ ਦੀ ਬਹੁਤ ਸਾਖੀ ਦੇ ਵਿੱਚ ਮਸ਼ਹੂਰ ਹੈਗੀਆਂ। ਹੁਣ ਆ ਜਾਂਦਾ ਆਪਣਾ ਅਗਲਾ ਕੁਐਸਚਨ, ਭਈ ਜਿਹੜਾ ਰੁਪਈਆ ਸੀ, ਤੁਸੀਂ ਪੁੱਛਿਆ ਵੀ ਜਿਹੜਾ ਰੁਪਈਆ ਤਾਂ ਉਸ ਵੇਲੇ ਹੈ ਹੀ ਨਹੀਂ ਸੀ। ਇਸ ਤੋਂ ਪਹਿਲਾਂ ਸੁਣਨਾ ਥੋੜਾ ਜਿਹਾ ਮੈਨੂੰ ਥੋੜਾ ਜਿਹਾ ਬਿਲਕੁਲ ਇੱਥੋਂ ਦੇ ਜਿਹੜੇ ਸੁਣਨ ਵਾਲੇ ਲੋਕ ਪਾਕਿਸਤਾਨ ਦੇ ਉਹਨਾਂ ਨੇ ਕਿਹਾ ਵੀ ਮੈਂ ਰੱਬ ਦੇ ਨਾਲ ਸੌਦਾ ਕਰ ਰਿਹਾ, ਵੀ ਮੈਂ ਖਵਾਇਆ ਲੋਕਾਂ ਨੂੰ, ਬਿਲਕੁਲ ਭੁੱਖੇ ਲੋਕ ਸਨ, ਜਿਹੜੇ ਸਾਧੂ ਸਨ, ਭੁੱਖੇ ਸਨ, ਉਹਨਾਂ ਨੂੰ ਖਵਾਇਆ, ਮੈਂ ਰੱਬ ਨਾਲ ਸੌਦਾ ਕਰ ਰਿਹਾ, ਇਹ ਮੈਨੂੰ ਵਧੀਆ ਸੌਦਾ ਲੱਗਾ। ਬਿਲਕੁਲ। ਅੱਛਾ, ਇਹ ਕਿਹੜੀ ਸਾਖੀ 'ਚ ਲਿਖਿਆ ਵਾ ਕਿ ਜਿਹੜੀ ਅੱਗੇ ਤੁਸੀਂ ਦੱਸੀ ਹੈ ਉਹਦੇ ਵਿੱਚ ਸਾਰੀ ਸਟੋਰੀ? ਇਹ ਜਿਹੜੀ ਹੁਣ ਗੱਲ ਹੈਗੀ ਹੈ ਬਾਲਾ ਜਨਮ ਸਾਖੀ 'ਚ ਹੀ ਜ਼ਿਆਦਾ ਆਉਂਦੀ ਹੈ। ਜਿਹੜੀਆਂ ਹੁਣ ਹੈਗੀਆਂ ਆਪਣੀਆਂ, ਜੇ ਤੁਸੀਂ ਵਧੀਆ ਕੁਐਸਚਨ ਪੁੱਛ ਲਿਆ ਐਡਵਾਂਸ ਲੈਵਲ। ਸੋ
ਜਨਮ ਸਾਖੀਆਂ 'ਚ ਹੁਣ ਫਰਕ ਹੈਗੇ ਆ, ਮਤਭੇਦ ਹੈਗੇ ਆ। ਬਾਲਾ ਜਨਮ ਸਾਖੀ ਦੇ ਅਕੋਰਡਿੰਗਲੀ ਏਦਾਂ ਲਿਖਿਆ, ਮਹਿਮਾ ਪ੍ਰਕਾਸ਼ ਵਾਰਤਕ 'ਚ ਆਪਾਂ ਦੱਸ ਕੇ ਹਟੇ ਆ ਵੀ ਉਹਦੇ 'ਚ ਇਹ ਕਹਾਣੀ ਤਾਂ ਲਿਖੀ ਹੋਈ ਹੈ ਪਰ ਬਾਲੇ ਦਾ ਨਾਂ ਨਹੀਂ ਲਿਖਿਆ ਹੋਇਆ। ਪਰ ਜਿਹੜੀਆਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਹੈਗੀਆਂ, ਜਿਨ੍ਹਾਂ ਵਿੱਚ ਕਾਫੀ ਹੋਰ ਸਾਖੀਆਂ ਮਿਲ ਜਾਂਦੀਆਂ, ਪਰ ਉਹਨਾਂ ਵਿੱਚ ਇਹਦਾ ਕੋਈ ਜ਼ਿਕਰ ਨਹੀਂ ਹੈ। ਪੁਰਾਤਨ ਜਨਮ ਸਾਖੀ, ਉਹਦੇ ਵਿੱਚ ਇਹਦਾ ਕੋਈ ਜ਼ਿਕਰ ਨਹੀਂ ਹੈ। ਭਾਈ ਮਨੀ ਸਿੰਘ ਜੀ ਜਨਮ ਸਾਖੀ, ਉਹਦੇ ਵਿੱਚ ਇਹਦਾ ਕੋਈ ਜ਼ਿਕਰ ਨਹੀਂ ਹੈ। ਸੋ ਉਹ ਜਿਹੜੀਆਂ 3 ਇੰਪੋਰਟੈਂਟ ਚੀਜ਼ਾਂ ਹੈਗੀਆਂ ਹੋਰ, ਭਾਈ ਗੁਰਦਾਸ ਜੀ ਦੀਆਂ ਵਾਰਾਂ, ਪੁਰਾਤਨ ਜਨਮ ਸਾਖੀ ਤੇ ਭਾਈ ਮਨੀ ਸਿੰਘ ਜਨਮ ਸਾਖੀ, ਇਹਨਾਂ ਦੇ ਵਿੱਚ ਜਿਹੜਾ ਹੈਗਾ ਇਸ ਚੀਜ਼ ਦਾ ਕੋਈ ਸਾਨੂੰ ਰਿਪੋਰਟਿੰਗ ਨਹੀਂ ਮਿਲਦੀ। ਜੀ ਢਿੱਲੋਂ ਸਾਹਿਬ। ਅੱਛਾ, ਅੱਗੇ ਵਧੋ, ਹੁਣ ਆਓ ਰੁਪਈਏ ਵਾਲੇ ਪਾਸੇ। ਜੀ, ਹੁਣ ਜਿਹੜਾ ਰੁਪਈਏ ਵਾਲੀ ਕਹਾਣੀ ਹੈਗੀ ਇਹਦੇ ਵਿੱਚ ਥੋੜਾ ਜਿਹਾ ਵੀ ਜਿਹੜਾ ਬਾਲਾ ਜਨਮ ਸਾਖੀ ਆ, ਪਹਿਲਾਂ ਆਪਾਂ ਨੂੰ ਜਾਣਾ ਪੈਣਾ ਵੀ ਉਹ ਚ ਲਿਖਿਆ ਕਿੱਦਾਂ ਆ ਵੀ ਇਹ 20 ਰੁਪਈਏ, ਮਤਲਬ ਉਹ ਚ ਲਿਖਿਆ ਵੀ 20 ਰੁਪਈਏ ਲੈ ਕੇ 12 ਕੋਸ ਜਿਹੜਾ ਸੀ ਉੱਥੋਂ ਗੁਰੂ ਸਾਹਿਬ ਜਿਹੜੇ ਸੀ ਆਪਣਾ ਜਿਹੜਾ ਸੌਦਾ ਕਰਨ ਗਏ। ਉਹਦੇ ਚ ਸੁਣਿਆ ਜਾਂਦਾ ਵੀ ਜਿਹੜੇ ਆਪਾਂ ਹੁਣ ਥੋੜਾ ਪੁਰਾਣਾ ਢਿੱਲੋਂ ਸਾਹਿਬ ਬੈਕ ਚੱਲਦੇ ਆ, ਜਿਹੜਾ ਚੰਦਰਗੁਪਤ ਮੌਰਿਆ ਹੋਇਆ ਆਪਣਾ ਇੰਡੀਆ ਦਾ ਪੁਰਾਣਾ ਜਿਹੜਾ ਕਿੰਗ ਸੀਗਾ, ਇਹ ਕਹਿ ਲਓ ਵੀ 340 BC ਚ, ਮਤਲਬ ਅੱਜ ਤੋਂ 2300-2400 ਸਾਲ ਪਹਿਲਾਂ, ਜਿਹੜਾ ਕੌਟਲਿਆ ਚਾਣਕਿਆ ਸੀ ਉਹਦਾ ਐਡਵਾਈਜ਼ਰ ਚੰਦਰਗੁਪਤ ਮੌਰਿਆ ਦਾ, ਉਹਨੇ ਕਿਹਾ ਜਾਂਦਾ ਵੀ ਸਭ ਤੋਂ ਪਹਿਲਾਂ ਜਿਹੜੀ ਆਪਣੀ ਕਿਤਾਬ ਹੈਗੀ ਉਹਦੀ ਅਰਥ ਸ਼ਾਸਤਰ ਕਿਤਾਬ ਦੇ ਵਿੱਚ ਉਹਨੇ ਜਿਹੜੇ ਚਾਂਦੀ ਦੇ ਸਿੱਕੇ ਆ ਉਹਨਾਂ ਨੂੰ ਉਹਨੇ ਰੁਪਈਆ ਰੂਪਾ ਕਰਕੇ ਲਿਖਿਆ। ਇਹ ਅੱਜ ਤੋਂ 2300 ਸਾਲ ਪਹਿਲਾਂ ਦੀ ਗੱਲ ਹੈ ਵੀ ਉਹ ਆਪਣੀ ਕਿਤਾਬ ਦੇ ਵਿੱਚ ਚਾਂਦੀ ਦੇ ਸਿੱਕਿਆਂ ਨੂੰ ਰੁਪਈਆ ਰੂਪਾ ਕਰਕੇ ਜਿਹੜਾ ਹੈਗਾ ਉਹ ਮੈਂਸ਼ਨ ਕਰ ਰਿਹਾ, ਤੇ ਜਿਹੜੇ ਸੋਨੇ ਵਾਲੇ ਸਿੱਕੇ ਆ ਉਹਨਾਂ ਨੂੰ ਉਹ ਸਵਰਨਾ ਰੂਪਾ ਕਰਕੇ ਕਹਿ ਰਿਹਾ, ਤੇ ਜਿਹੜੇ ਤਾਂਬੇ ਦੇ ਸਿੱਕੇ ਹੈਗੇ ਆ ਉਹਨਾਂ ਨੂੰ ਉਹ ਤਾਮਰਾ ਰੂਪਾ ਕਰਕੇ ਕਹਿ ਰਿਹਾ। ਇਸ ਕਰਕੇ ਜਿਹੜਾ ਸਿੱਕਾ ਆ, ਉਸ ਕਿਤਾਬ ਤੋਂ ਮੈਨੂੰ ਇਹ ਪਤਾ ਲੱਗਦਾ ਵੀ ਜਿਹੜਾ ਸਿੱਕਾ ਆ ਇਹਨੂੰ ਪੁਰਾਣੇ ਜ਼ਮਾਨੇ 'ਚ ਰੁਪਈਆ ਕਹਿੰਦੇ ਸੀ, ਕਿਉਂਕਿ ਰੂਪਾ ਮਤਲਬ ਹੁੰਦਾ ਕਿ ਕਿਸੇ ਚੀਜ਼ ਦੇ ਉੱਤੇ ਥੋੜੇ ਦੇ ਨਾਲ ਸੱਟ ਮਾਰਨੀ। ਇਹ ਸੰਸਕ੍ਰਿਤ ਦਾ ਜਾਂ ਦੇਵਨਾਗਰੀ ਦਾ ਵਰਡ ਹੈਗਾ ਰੂਪਾ, ਜਿਹਦੇ ਤੋਂ ਮਤਲਬ ਕਿ ਕਿਸੇ ਚੀਜ਼ ਉੱਤੇ ਸੱਟ ਮਾਰ ਕੇ ਉਹਦੇ ਉੱਤੇ ਜਿਹੜਾ ਹੈਗਾ ਨਿਸ਼ਾਨ ਪਾਉਣਾ। ਸੋ ਇਸ ਕਰਕੇ ਈਵਨ ਹੋਰ ਕੰਮ ਵੀ ਹੈਗੇ ਜਿਹੜੇ ਜਿੱਦਾਂ ਕਿਤਾਬ ਆਉਂਦੀ ਹੈ ਇੱਕ ਵਰਾ ਮਿਹਾਰਾ ਦੀ ਕਿਤਾਬ ਹੈਗੀ ਆ ਬ੍ਰਿਹਤ ਸੰਹਿਤਾ। ਇਹ ਕਿਤਾਬ ਲਿਖੀ ਗਈ ਹੈ 6ਵੀਂ ਸੈਂਚਰੀ ਚ, ਮਤਲਬ ਕਿ ਹੁਣ ਅੱਜ ਤੋਂ 1400 ਸਾਲ ਪਹਿਲਾਂ। ਉਹਦੇ ਵਿੱਚ ਵੀ ਇਹ ਜਿਹੜਾ ਵਰਡ ਹੈਗਾ ਰੂਪਾ ਉਹਦੇ ਵਿੱਚ ਵੀ ਆਉਂਦਾ ਸੀ। ਇਸ ਕਰਕੇ ਕੀ ਰੁਪਈਏ ਅੱਖਰ ਸਾਖੀ ਦੇ ਵਿੱਚ ਆ ਗਿਆ, ਇਹ ਕਹਿਣਾ ਗਲਤ ਹੈ ਵੀ ਇਹਦੇ ਕਰਕੇ ਇਹ ਸਾਖੀ ਨੂੰ ਆਪਾਂ ਡਿਸਕ੍ਰੈਡਿਟ ਕਰ ਸਕਦੇ ਹਾਂ, ਕਿਉਂਕਿ ਰੁਪਈਆ ਵਰਡ ਹੁਣ ਜਿੰਨੀਆਂ ਤੁਹਾਨੂੰ ਪੁਰਾਣੀ ਐਗਜ਼ਾਮਪਲਸ ਦੇ ਕੇ ਹਟੇ ਆ, ਭਾਵੇਂ ਉਹ ਅਰਥ ਸ਼ਾਸਤਰਾਂ ਦੇ ਸੀ, ਭਾਵੇਂ ਬ੍ਰਿਹਤ ਸੰਹਿਤਾ ਦੀ ਸੀ ਜਿਹੜੀ ਵਰਾ ਮਿਹਿਰਾ ਦੀ ਕਿਤਾਬ ਹੈਗੀ ਆ, ਉਹਨਾਂ ਦੇ ਵਿੱਚ ਵੀ ਜਿਹੜਾ ਵਰਡ ਹੈਗਾ ਯੂਜ਼ ਕੀਤਾ ਗਿਆ। ਫਰਕ ਸਿਰਫ ਇਹ ਹੈ ਵੀ ਜਦੋਂ ਸ਼ੇਰਸ਼ਾਹ ਸੂਰੀ ਸੀ, ਮਾਡਰਨ ਸਮੇਂ ਦੀ ਹੁਣ ਆਪਾਂ ਗੱਲ ਕਰ ਲਈਏ, ਸ਼ੇਰਸ਼ਾਹ ਸੂਰੀ ਹੋਇਆ 1540 ਤੋਂ ਲੈ ਕੇ 1546 ਤੱਕ ਉਹਦਾ ਰਾਜ ਰਿਹਾ 6 ਸਾਲ। ਸ਼ੇਰਸ਼ਾਹ ਸੂਰੀ ਨੇ ਜਿਹੜਾ ਰੁਪਈਆ ਸੀ ਅੱਖਰ, ਐਕਚੁਅਲੀ ਉਹਨੂੰ ਆਪਣੀ ਕਰੰਸੀ ਬਕਾਇਦਾ ਬਣਾਇਆ, ਪਰ ਜਦੋਂ ਉਹਨੇ ਵੀ ਰੁਪਈਆ ਕਰੰਸੀ ਬਣਾਇਆ ਉਦੋਂ ਵੀ ਇਹ ਚਾਂਦੀ ਦਾ ਸਿੱਕਾ ਹੀ ਸੀ, ਮਤਲਬ ਰੁਪਈਆ ਏਦਾਂ ਨੋਟ ਨਹੀਂ ਸੀਗਾ। ਠੀਕ ਹੈ, ਹੁਣ ਜਦੋਂ ਪਹਿਲੀ ਜੰਗ ਹੋਈ, ਪਹਿਲੀ ਵਰਲਡ ਵਾਰ ਹੋਈ ਢਿੱਲੋਂ ਸਾਹਿਬ 1914 ਤੋਂ ਲੈ ਕੇ 1918 ਤਾਈਂ, ਉਦੋਂ ਜਿਹੜੀ ਚਾਂਦੀ ਸੀ ਇਹਦੀ ਬਹੁਤ ਥੋੜ ਪੈ ਗਈ ਦੁਨੀਆ 'ਚ। ਪੂਰੀ ਦੁਨੀਆ 'ਚ ਜਿਹੜੀ ਚਾਂਦੀ ਸੀ ਉਹ ਆਪਣੀ ਵਾਰ 'ਚ ਯੂਜ਼ ਹੋਣ ਲੱਗ ਪਈ। ਇਸ ਕਰਕੇ ਅੰਗਰੇਜ਼ਾਂ ਦੇ ਦੌਰ ਦੇ ਦੌਰਾਨ ਇਹ ਜਿਹੜਾ ਚਾਂਦੀ ਦਾ ਸਿੱਕਾ ਸੀ ਜਿਹਨੂੰ ਰੁਪਈਆ ਕਿਹਾ ਜਾਂਦਾ ਸੀ, ਇਹਨੂੰ ਨੋਟ ਦੇ ਵਿੱਚ ਚੇਂਜ ਕਰ ਦਿੱਤਾ, ਕਿਉਂਕਿ ਚਾਂਦੀ ਸੀ ਜਿਹੜੀ ਉਹ ਬਹੁਤ ਮਹਿੰਗੀ ਪੈ ਰਹੀ ਸੀ। ਇਸ ਕਰਕੇ ਸ਼ੇਰਸ਼ਾਹ ਸੂਰੀ ਦੇ ਸਮੇਂ ਤੋਂ ਇਹਨੂੰ ਅਫੀਸ਼ੀਅਲੀ ਰੂਪੀ ਕਹਿਣਾ ਸ਼ੁਰੂ ਕੀਤਾ ਸੀ, ਸਿਲਵਰ ਕੋਇਨ ਨੂੰ, ਜਿਹੜਾ ਕਿ ਮੁਗਲ ਪੀਰੀਅਡ ਔਰ ਬ੍ਰਿਟਿਸ਼ ਦੇ ਵਿੱਚ ਵੀ ਚੱਲਦਾ ਰਿਹਾ ਅਪ ਟੂ ਫਰਸਟ ਵਰਲਡ ਵਾਰ, ਜਿਸ ਤੋਂ ਬਾਅਦ ਕਿ ਜਿਹੜਾ ਨੋਟ ਆ ਉਸ ਨੋਟ ਨੂੰ ਫਿਰ ਮੁੜ ਕੇ ਜਿਹੜਾ ਸੀਗਾ ਆਪਾਂ ਰੁਪਈਆ ਹੁਣ ਕਹਿਣ ਲੱਗ ਪਏ। ਸੋ ਮੇਰਾ ਥੋੜੀ ਡਿਟੇਲ ਤੁਹਾਨੂੰ ਦੱਸਣ ਦਾ ਮਕਸਦ ਇਹ ਸੀ ਵੀ ਜਿਹੜਾ ਵਰਡ ਰੁਪਈਆ ਹੈਗਾ ਇਹ ਚੱਲਦਾ ਆਪਣੇ ਖਿੱਤੇ 'ਚ ਪੁਰਾਣੇ ਸਮੇਂ ਤੋਂ ਹੀ ਥੋੜਾ ਜਿਹੜਾ ਹੈਗਾ ਚੱਲਦਾ ਆ ਹੀ ਰਿਹਾ, ਕਾਫੀ 100 ਸਾਲ ਪੁਰਾਣਾ। ਫਿਰ ਇਹਦਾ ਮਤਲਬ ਜੀ ਬਿਲਕੁਲ। ਜਿਹੜੀ ਬੁੱਕ ਤੋਂ ਤੁਸੀਂ ਹਵਾਲਾ ਦਿੱਤਾ ਤੇ ਉਹ ਕਿੰਨੀ ਪੁਰਾਣੀ ਹੈ? ਦੇਖੋ ਜੀ, ਇੱਕ ਜਿਹੜੀ ਸਭ ਤੋਂ ਪਹਿਲਾਂ ਮੈਂ ਕਿਤਾਬ ਕੀਤੀ ਹੈ ਅਰਥ ਸ਼ਾਸਤਰਾ, ਉਹ ਤਾਂ ਅੱਜ ਤੋਂ 2400 ਸਾਲ 2400 years ਪੁਰਾਣੀ ਹੈਗੀ ਹੈ। ਸੋ ਜਿਹੜੀ ਦੂਜੀ ਕਿਤਾਬ ਕੀਤੀ ਹੈ ਉਹ 1600 ਸਾਲ ਪੁਰਾਣੀ ਹੈਗੀ ਹੈ। ਸੋ ਪੁਰਾਣੇ ਸਮੇਂ ਤੋਂ ਹੀ ਆਪਣੇ ਇਲਾਕੇ ਵਿੱਚ ਜਿਹੜਾ ਚਾਂਦੀ ਦਾ ਸਿੱਕਾ ਸੀ ਇਹਨੂੰ ਰੁਪਈਆ ਜਿਹੜਾ ਸੀ ਉਹ ਵਰਡ ਯੂਜ਼ ਕੀਤਾ ਜਾਂਦਾ ਸੀਗਾ। ਸੋ ਇਸ ਕਰਕੇ ਜੀ ਡਾਕਟਰ ਸਾਹਿਬ ਇੱਕ ਹੋਰ 1400 ਸਾਲ ਪਹਿਲੇ ਦੀ ਗੱਲ, ਜਿਹੜੇ ਕੁਰਾਨ ਪਾਕ ਨੂੰ ਲਿਖਿਆ ਗਿਆ, ਇਹ ਕੋਈ ਵੱਖਰੇ ਪੇਜਸ ਤੇ ਵੱਖਰਾ ਲਿਖਿਆ ਗਿਆ, ਉਹਨੂੰ ਬਾਅਦ 'ਚ ਇਕੱਠਾ ਇੱਕ ਟਾਈਮ ਤੇ ਆ ਕੇ ਕੀਤਾ ਗਿਆ। ਜਿਹੜੀਆਂ ਉਹ ਕਿਤਾਬਾਂ ਸਨ ਉਹਨਾਂ ਨੂੰ ਜੇ 2400 ਸਾਲ ਪੁਰਾਣੀ ਆ
ਤੇ ਉਹਨਾਂ ਨੂੰ ਫਿਰ ਕਿਸ ਤਰ੍ਹਾਂ ਬਾਉਂਡ ਕੀਤਾ ਗਿਆ, ਕਿਵੇਂ ਇਕੱਠੀਆਂ ਕੀਤੀਆਂ ਗਈਆਂ, ਉਹ ਫਿਰ ਇੱਕ ਲੰਮੀ ਮੇਰੇ ਖਿਆਲ ਬਹਿਸ ਹੋ ਜਾਂਦੀ ਹੈ ਜੀ। ਇਹ ਜਿਹੜੀਆਂ ਆਹ ਕਿਤਾਬਾਂ ਜਿਹੜੀਆਂ ਮੈਂ ਦੋ ਅਥੈਂਟਿਸਿਟੀ ਉਹਦੀ ਕਿੰਨੀ ਹੈ? ਇਹਨਾਂ ਕਿਤਾਬਾਂ ਦੀ ਅਥੈਂਟਿਸਿਟੀ ਬਹੁਤ ਹੈ, ਕਿਉਂਕਿ ਇਹ ਜਿਹੜੀਆਂ ਪੁਰਾਣੀਆਂ ਹਿੰਦੂ ਧਰਮ ਦੇ ਨਾਲ ਜਿਹੜੀਆਂ ਰਿਲੇਟਡ ਕਿਤਾਬਾਂ ਹੈ ਨਾ, ਇਹਨਾਂ ਦੇ ਵਿੱਚ ਲੇਟਰ ਔਨ ਰਲੇਵਾਂ ਨਹੀਂ ਹੋਇਆ। ਮਤਲਬ ਜਿੱਦਾਂ ਸਿੱਖ ਧਰਮ ਦੀਆਂ ਕਿਤਾਬਾਂ 'ਚ ਤਾਂ ਇਹ ਬਹੁਤ ਸਾਨੂੰ ਮੁਸ਼ਕਲ ਆਉਂਦੀ ਹੈ। ਕੋਈ ਵੀ ਕਿਤਾਬ ਹੁੰਦੀ ਆ 500-600 ਸਾਲ ਪੁਰਾਣੀ ਕਿਤਾਬ ਹੀ ਹੋਵੇ, ਉਹਦੇ ਵਿੱਚ ਅਸੀਂ ਕਹਿੰਦੇ ਆ ਵੀ ਆਹ ਮੁੜ ਕੇ ਇੰਟਰਪੋਲੇਸ਼ਨ ਹੋ ਗਈ। 500-600 ਕੀ 300 ਸਾਲ ਪੁਰਾਣੀ ਕਿਤਾਬ ਦੇ ਵਿੱਚ ਹੀ ਲੱਗਣ ਲੱਗ ਪੈਂਦਾ, ਭਾਵੇਂ ਜਨਮ ਸਾਖੀ ਕਿ ਰਲੇਵਾਂ ਹੋਇਆ। ਇਹ ਜਿਹੜੇ ਹਿੰਦੂ ਟੈਕਸਟ ਹੈਗੇ ਆ, ਜਿਨ੍ਹਾਂ 'ਚ ਅਰਥ ਸ਼ਾਸਤਰਾਂ ਦਾ ਨਾਮ ਬਹੁਤ ਵੱਡਾ ਆਉਂਦਾ, ਕਿਉਂਕਿ ਇਹ ਚਾਣਕਿਆ ਦੀ ਕਿਤਾਬ ਹੈ। ਚਾਣਕਿਆ ਦਾ ਨਾਮ ਤੁਸੀਂ ਅਕਸਰ ਪਾਕਿਸਤਾਨ 'ਚ ਤਾਂ ਖੈਰ ਨਹੀਂ, ਇੰਡੀਆ 'ਚ ਅਸੀਂ ਬਹੁਤ ਸੁਣਦੇ ਹਾਂ, WhatsApp ਤੇ ਮੈਸੇਜ ਚਾਣਕਿਆ ਕਰਕੇ ਆਉਂਦਾ ਹੈ। ਉਹ ਐਡਵਾਈਜ਼ਰ ਸੀਗਾ ਚੰਦਰਗੁਪਤਾ ਮੌਰਿਆ ਦਾ। ਇਹ ਹੋਏ ਆ 340 BC ਤੋਂ 290 BC ਤੱਕ। ਇਹ ਚੰਦਰਗੁਪਤਾ ਮੌਰਿਆ ਦਾ ਟਾਈਮ ਰਿਹਾ, ਜਿਹੜਾ ਇੰਡੀਆ ਦਾ ਵਨ ਆਫ ਦਾ ਬੈਸਟ ਸ਼ਾਸਕ ਉਸ ਪੁਰਾਤਨ ਜ਼ਮਾਨੇ ਦਾ ਕਿਹਾ ਜਾਂਦਾ। ਪਰ ਉਹ ਚਲਦੀਆਂ ਇੰਨੀਆਂ ਹੀ, ਔਰ ਵਰਲਡ ਲਾਇਬ੍ਰੇਰੀਜ਼ 'ਚ ਉਹ ਕਿਤਾਬਾਂ ਇੰਨੀਆਂ ਯੂਜ਼ ਕੀਤੀਆਂ ਜਾਂਦੀਆਂ ਨੀਤੀ ਘੜਨ ਦੇ ਲਈ, ਜਿਹੜੀ ਰਾਜਨੀਤੀ ਹੈਗੀ ਹੈ, ਜੋ ਮਤਲਬ ਦੇ ਆਰ ਕੰਸੀਡਰਡ ਕੁਆਇਟ ਆਥੈਂਟਿਕ ਬੁੱਕਸ। ਆਥੈਂਟਿਕ ਮਤਲਬ ਇਹ ਹੈ ਵੀ ਉਹਨਾਂ ਦਾ ਕਹਿਣ ਦਾ ਮਤਲਬ ਕਿ ਵਾਕਈ ਉਹ ਉਦੋਂ ਦੀ ਲਿਖੀਆਂ ਗਈਆਂ, ਇਹਨਾਂ 'ਚ ਕੋਈ ਸ਼ੱਕ ਨਹੀਂ ਹੈਗਾ, ਉਹਨਾਂ 'ਚ ਕੋਈ ਰਲੇਵੇਂ ਦੇ ਕੋਈ ਸਕੋਪ ਨਹੀਂ ਹੈਗਾ। ਏਦਾਂ ਜਿਹੜੀ ਦੂਜੀ ਕਿਤਾਬ ਮੈਂ ਕੀਤੀ ਹੈ ਬ੍ਰਿਹਤ ਸੰਹਿਤਾ, ਇਹ ਡਿਊ ਟੂ ਸਮ ਰੀਜ਼ਨ ਹਿੰਦੂ ਧਰਮ 'ਚ ਪੁਰਾਤਨ ਜਿਹੜਾ ਲਿਟਰੇਚਰ ਹੈ ਨਾ, ਉਹਨੂੰ ਬਹੁਤ ਸਾਂਭ ਕੇ ਰੱਖਿਆ ਗਿਆ। ਉਹਦਾ ਬਹੁਤ ਜ਼ਿਆਦਾ ਜ਼ੋਰ ਲਾਇਆ ਗਿਆ ਵੀ ਉਹ ਜਿਹੜੇ ਈਵਨ ਜਿਹੜੇ ਵੇਦਾਸ ਹੈਗੇ ਆ, ਉਹ ਕਿੰਨੇ ਪੁਰਾਣੇ ਹੈਗੇ ਆ, ਕਦੋਂ ਦੇ ਵੇਦ ਚੱਲਦੇ ਆ ਰਹੇ। ਸੋ ਮੇਰਾ ਖਿਆਲ ਹੈ ਵੀ ਹਿੰਦੂ ਧਰਮ ਦੇ ਵਿੱਚ ਇਹ ਜਿਹੜੀਆਂ ਚੀਜ਼ਾਂ ਸੀਗੀਆਂ, ਇਹ ਕਿਤਾਬਾਂ ਸੀਗੀਆਂ, ਇਹਨਾਂ ਨੂੰ ਸੰਭਾਲ ਕੇ ਰੱਖਣ ਦਾ ਬਹੁਤ ਜ਼ਿਆਦਾ ਐਮਫੈਸਿਸ ਸੀਗਾ ਪਹਿਲੇ ਜ਼ਮਾਨੇ ਤੋਂ। ਈਵਨ ਮੁਸਲਿਮ 'ਚ ਵੀ ਇਦਾਂ ਹੀ ਹੈਗਾ। ਮਤਲਬ ਜਿਹੜੀਆਂ ਹਦੀਥ ਹੈਗੀਆਂ, ਜਿਹੜੀਆਂ ਈਵਨ ਲੇਟਰ ਔਨ ਤੁਸੀਂ ਮੁਗਲ ਕ੍ਰੋਨਿਕਲਸ ਕਹਿ ਲੈਂਦੇ ਹੋ, ਮੈਂ ਤਾਂ ਬਹੁਤ ਕਈ ਵਾਰੀ ਹੈਰਾਨ ਹੁੰਦਾ ਔਰ ਇੰਪ੍ਰੈਸ ਵੀ ਹੁੰਦਾ, ਇੰਨੀ ਡਿਟੇਲ ਮਿਲ ਜਾਂਦੀ ਹੈ ਤਰੀਕਾਂ ਦੀ, ਕਿੱਥੇ ਕਿੱਥੇ ਕੀ ਹੋ ਰਿਹਾ। ਮਤਲਬ ਇਸ ਕਰਕੇ ਹੀ ਮੇਰਾ ਖਿਆਲ ਹੈ ਕਿ ਪ੍ਰੋਫਿਟ ਮੁਹੰਮਦ ਦੀ ਜਿਹੜੀ ਅੱਗੇ ਸਾਰੀ ਲਾਈਫ ਸਟੋਰੀ ਹੈਗੀ, ਉਹ ਇੰਨੀ ਪ੍ਰੀਜ਼ਰਵ, ਇੰਨੇ ਵਧੀਆ ਤਰੀਕੇ ਨਾਲ ਹੈਗੀ ਆ, ਔਰ ਕਿੰਨੇ ਸਾਲ ਪਹਿਲਾਂ ਹੋਏ ਆ ਉਹ ਸਿੱਖ ਧਰਮ ਨਾਲੋਂ। ਸਿੱਖੀਜ਼ਮ ਹਿਸਟਰੀ ਦੇ ਵਿੱਚ ਨਾਲ ਨਾਲ ਸਾਡੇ ਹਿਸਟੋਰੀਅਨ ਓਫੀਸ਼ੀਅਲ ਬਾਇਓਗ੍ਰਾਫੀ ਨਹੀਂ ਚੱਲੀ ਹੈਗੀ। ਇਸ ਕਰਕੇ ਅੱਜ ਸਾਨੂੰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਦੁਬਾਰਾ, ਹਰੇਕ ਕੋਈ ਬੰਦਾ ਜਦੋਂ ਕੋਈ ਕਿਤਾਬ ਲਿਖਦਾ, ਕੁਝ ਲੱਗਦਾ, ਉਹਨੂੰ ਦੁਬਾਰਾ ਆਪਣੇ ਸਿਰੇ ਤੋਂ ਹੀ ਆਪਣੀ ਰਿਸਰਚ ਫੇਰ ਕਰਨੀ ਪੈਂਦੀ ਹੈ, ਔਰ ਕੌਣ ਸੱਚਾ ਹੈ ਕੌਣ ਝੂਠਾ ਹੈ ਲੱਭਣਾ ਆਮ ਰੀਡਰ ਦੇ ਲਈ ਜਿਹੜਾ ਹੈਗਾ ਬਹੁਤ ਮੁਸ਼ਕਲ ਹੋਇਆ ਜੀ ਢਿੱਲੋਂ ਸਾਹਿਬ। ਇਹਦੇ ਵਿੱਚ ਮੈਂ ਤੁਹਾਨੂੰ ਇਸੇ ਮਤਲਬ ਇਫ ਯੂ ਵਾਂਟ, ਮੈਂ ਤੁਹਾਨੂੰ ਇਹਦੇ ਨਾਲ ਹੀ ਦੱਸ ਦਿੰਦਾ। ਜਦੋਂ ਆਪਾਂ ਗੱਲ ਕਰ ਰਹੇ ਸੀਗੇ ਭਾਈ ਗੁਰਦਾਸ ਜੀ ਦੀ ਵਾਰਦੀਪ, ਉਹਦੇ ਵਿੱਚ ਨਹੀਂ ਹੈਗਾ। ਭਾਈ ਮਨੀ ਸਿੰਘ ਜਨਮ ਸਾਖੀ 'ਚ ਨਹੀਂ ਹੈਗੀ, ਇਹ ਪੁਰਾਤਨ ਜਨਮ ਸਾਖੀ 'ਚ ਨਹੀਂ ਹੈਗੀ। ਹੁਣ ਇਹ ਵੀ ਆ ਜਾਂਦਾ ਵੀ ਇਹਦਾ ਜਿਹੜਾ ਸੀ, ਇਹਦਾ ਨਾਮ ਕੀ ਸੀਗਾ ਢਿੱਲੋਂ ਸਾਹਿਬ? ਹਾਂਜੀ ਆਵਾਜ਼ ਆ ਜਿਹੜੇ ਜੀ, ਮੈਂ ਕਿਹਾ ਵੀ ਇਹ ਜਿਹੜੇ ਸਾਧੂ ਸੀਗੇ, ਫਿਰ ਇਹ ਕੁਐਸਚਨ ਮੇਰੇ ਦਿਮਾਗ 'ਚ ਇਹ ਵੀ ਆਇਆ ਇੱਕ ਭਈ, ਮੈਂ ਉਹ ਤਾਂ ਪੁੱਛਣਾ ਵੀ ਇਹਦਾ ਵੀ ਹੈ ਜ਼ਿਕਰ ਕਿਸੇ ਪੁਰਾਤਨ ਕਿਤਾਬ 'ਚ ਵੀ, ਇਹਨਾਂ ਸਾਧੂਆਂ ਦਾ ਕਿਸੇ ਦਾ ਨਾਂ ਹੋਵੇ ਤਾਂ ਪਤਾ ਲੱਗਾ ਵੀ ਆਹ ਨਾਂ ਸਨ ਉਹਨਾਂ ਦੇ ਜਿਨ੍ਹਾਂ ਨੂੰ ਮਿਲੇ ਸੀ ਜਾ ਕੇ? ਜੀ, ਇਹ ਕੁਐਸਚਨ ਬਹੁਤ ਇੰਪੋਰਟੈਂਟ ਹੈਗਾ, ਜਿਹੜਾ ਕਿ ਅਕਸਰ ਗੁਰਦੁਆਰਾ ਸੱਚਾ ਸੌਦਾ ਦੀ ਜਿਹੜੀ ਤੁਸੀਂ ਇੰਟਰਨੈਟ ਤੇ ਜਾਂ ਕਿਤੇ ਸਟੋਰੀ ਪੜ੍ਹਦੇ ਹੋ, ਕਿਤੇ ਸਾਖੀ ਪੜ੍ਹਦੇ ਹੋ, ਉੱਥੇ ਇਹ ਨਹੀਂ ਖੋਜ ਕੀਤੀ ਗਈ ਪਈ। ਪਰ ਇੱਥੇ ਮੈਂ ਦੱਸ ਦਿੰਦਾ ਕਿ ਇੱਕ ਉਦਾਸੀ ਪੋਇਟ ਹੋਏ ਆ ਬਹੁਤ ਫੇਮਸ, ਜਿਹੜੇ ਕਿ ਜਿਨ੍ਹਾਂ ਦੀ ਡੈਥ ਹੋਈ ਹੈ 1871 'ਚ। ਇਹ ਡੇਟਾ ਇਸ ਕਰਕੇ ਮੈਂ ਇੰਟਰਨੈਟ ਤੇ ਦੱਸਦਾ ਹੁੰਦਾ, ਆਪਣੇ ਵੀਡੀਓ 'ਚ ਇਸ ਕਰਕੇ ਦੱਸਦਾ ਹੁੰਦਾ, ਤਾਂ ਕਿ ਸੁਣਨ ਵਾਲੇ ਨੂੰ ਪਤਾ ਲੱਗੇ ਕਿ ਆਪਾਂ ਕਿਹੜੇ ਦੌਰਾਨ ਦੀ ਗੱਲ ਕਰ ਰਹੇ ਹਾਂ। ਸੋ ਕਈ ਵਾਰੀ ਮੈਨੂੰ ਬਰਥ ਡੇਟ ਨਹੀਂ ਕਿਸੇ ਦੀ ਪਤਾ ਲੱਗਦੀ, ਮੈਂ ਹੁਣ ਇਹਦੀ ਡੈਥ ਡੇਟ ਦੱਸ ਰਿਹਾ। ਸੰਤ ਰੇਨ, ਉਹਨਾਂ ਦੀ ਡੈਥ ਹੋਈ ਹੈ 1871 'ਚ, ਉਦਾਸੀ ਪੋਇਟ ਹੋਏ ਆ। ਉਹਨਾਂ ਨੇ ਆਪਣੀ ਕਿਤਾਬ ਲਿਖੀ ਹੈ ਨਾਨਕ ਵਿਜੈ। ਨਾਨਕ ਵਿਜੈ ਕਿਤਾਬ ਉਹਨਾਂ ਨੇ ਲਿਖੀ ਹੈ 1860 ਵਿੱਚ, 1860 'ਚ। ਉਹਦੇ ਵਿੱਚ ਉਹ ਉਸ ਸਾਧੂ ਦਾ ਨਾਮ ਵੀ ਆਪਣੇ ਨਾਮ ਵਾਲੇ ਦੱਸਦੇ ਆ, ਸੰਤ ਰੇਨ, ਕਿ ਮਤਲਬ ਜਿਹੜਾ ਸਾਧੂ ਮਿਲਿਆ ਸੀ ਗੁਰੂ ਸਾਹਿਬ ਨੂੰ, ਉਹਦਾ ਨਾਮ ਵੀ ਸੰਤ ਰੇਨ ਸੀਗਾ, ਜਿਹੜਾ ਕਿ ਇਸ ਪੋਇਟ ਦਾ ਨਾਮ ਹੈ ਜਿਹਨੇ ਇਹ ਕਿਤਾਬ ਲਿਖੀ ਆ। ਉਹ ਲਿਖਦੇ ਆ ਆਪਣੀ ਕਿਤਾਬ ਜਿਹੜੀ ਹੈਗੀ ਆ ਨਾਨਕ ਵਿਜੇ ਦੇ ਵਿੱਚ, ਸੰਤ ਰੇਨ ਮਮ ਨਾਮ ਹੈ ਭੇਖ ਉਦਾਸੀ ਜਾਨ, ਉਦਾਸੀਨ ਨਿਰਵਾਣ ਹਮ ਬਨ ਹੈ ਰਹੇ ਮਹਾਨ। ਕਿ ਮਤਲਬ ਮੇਰਾ ਨਾਮ ਸੰਤ ਰੇਨ ਹੈ ਤੇ ਅਸੀਂ ਉਦਾਸੀ ਨਿਰਵਾਣ ਸੈਕਟ ਦੇ ਵਿੱਚੋਂ ਆ, ਤੇ ਜਿਹੜੇ ਅਸੀਂ ਜੰਗਲਾਂ 'ਚ ਰਹਿੰਦੇ। ਮਤਲਬ ਇਹ ਉਹਨਾਂ ਨੇ ਜਿਹੜਾ ਆਪਣਾ ਨਾਮ ਹੈਗਾ ਉਸ ਕਿਤਾਬ ਦੇ ਵਿੱਚ ਮੈਂਸ਼ਨ ਕੀਤਾ, ਉਦਾਸੀ ਕਵੀ ਨੇ। ਜੀ ਢਿੱਲੋਂ ਸਾਹਿਬ। ਡਾਕਟਰ ਸਾਹਿਬ, ਕਿਸੇ ਪੁਰਾਤਨ ਕਿਤਾਬ ਚੋਂ ਕੋਈ ਐਗਜ਼ੈਕਟ ਡੇਟ ਦਾ ਪਤਾ ਲੱਗਦਾ ਹੈ ਸਾਰੇ ਸੱਚੇ ਸੌਦੇ ਵਾਲੀ, ਖਰੇ ਸੌਦੇ ਵਾਲੀ ਸਾਰੀ ਕਹਾਣੀ ਦਾ? ਹਾਂਜੀ, ਇਹ ਵੀ ਬੜੀ ਮੁਸ਼ਕਲ ਦੇ ਨਾਲ ਆਪਾਂ ਆਪਣੀ ਕਿਤਾਬ ਦੇ ਵਿੱਚ ਇਹ ਡੇਟ ਦਰਜ ਕੀਤੀ ਹੈ। ਇਹ ਵੀ ਅਗੇਨ ਉਦਾਸੀ ਲਿਟਰੇਚਰ ਚੋਂ ਮਿਲਦੀ ਹੈ। ਉਦਾਸੀ ਲਿਟਰੇਚਰ ਦੇ ਵਿੱਚ ਇਸੇ ਕਿਤਾਬ ਦੇ ਵਿੱਚ ਮਤਲਬ ਇਹ ਲਿਖਿਆ ਗਿਆ, ਨਹੀਂ ਇਹ ਕਿਤਾਬ ਨਹੀਂ ਹੋ ਰਿਹਾ, ਦਿਸ ਇਜ਼ ਅ ਡਿਫਰੈਂਟ ਉਦਾਸੀ ਬੁੱਕ, ਜਿਹਦੇ ਵਿੱਚ ਲਿਖਿਆ ਗਿਆ ਵੀ ਇਹ ਜਿਹੜਾ ਇਵੈਂਟ ਹੋਇਆ ਜਦੋਂ ਖਰਾ ਸੌਦਾ ਵਾਲੀ ਜਿਹੜੀ ਸਾਖੀ ਹੋਈ ਹੈ, ਉਹ ਸੀਗੀ ਮੰਗ ਸੁਦੀ 5ਵੀਂ ਸੰਮਤ 1541, ਜਿਹੜਾ ਬਣਦਾ ਹੈ ਆਪਣਾ ਹੁਣ ਦਾ 1484, ਜਿਹੜੇ ਹੁਣ ਆਪਣੇ CE ਈਅਰਸ ਹੈਗੇ 1484 ਵੀ, ਜਦੋਂ ਇਹ ਜਿਹੜਾ ਸੱਚਾ ਸੌਦਾ ਦੀ ਜਿਹੜੀ ਸਾਖੀ ਹੈਗੀ ਆ ਉਹ ਹੋਈ ਹੈ। ਉਦਾਸੀ
ਰਾਈਟਰਸ ਦੇ ਮੁਤਾਬਕ ਹੈਗੀ ਹੈ, ਜਿਹੜੀ ਕਿ ਜੇ ਤੁਸੀਂ ਕਿਤਾਬ ਚਾਹੋ ਤਾਂ ਮੈਂ ਤੁਹਾਨੂੰ ਕਿਤਾਬ ਜਿਹੜੀ ਹੈਗੀ ਆ, ਅਗੇਨ ਇਹ ਕਿਤਾਬ ਹੈ ਸੱਖਰ ਦੀ ਲਿਖੀ ਹੋਈ, ਬ੍ਰਹਮਾਨੰਦ ਉਦਾਸੀਨ ਓਰੀਜਨ ਐਂਡ ਗਰੋਥ ਆਫ ਉਦਾਸੀਜ਼, ਜਿਹਦੇ ਕਿ ਪੰਨਾ ਨੰਬਰ 6 ਦੇ ਉੱਤੇ 5 ਔਰ 6 ਦੇ ਉੱਪਰ ਜਿਹੜੀ ਹੈਗੀ ਹੈ ਇਹ ਗੱਲ ਲਿਖੀ ਹੋਈ ਹੈ। ਜੀ ਡਾਕਟਰ ਸਾਹਿਬ। ਅੱਛਾ ਡਾਕਟਰ ਸਾਹਿਬ, ਇਹਦਾ ਮਤਲਬ ਤੇ ਹੈ ਵੀ ਜਿਵੇਂ ਹੁਣ ਆਪਾਂ ਕੱਲ ਗੱਲ ਕਰਦੇ ਹਾਂ ਵੀ ਸਿੰਧ ਵਾਲੇ ਜਿਹੜੇ ਬਾਬਾ ਨਾਨਕ ਨਾਮ ਲੈਵਾ ਦੇ ਅੰਮ੍ਰਿਤ ਧਾਰੀ ਨੇਗੇ, ਇਹਦਾ ਮਤਲਬ ਵੀ ਇਨਫਲੂਐਂਸ ਤੇ ਉਦੋਂ ਦਾ ਵੀ ਉਦੋਂ ਤੋਂ ਫਿਰ ਸਟਾਰਟ ਹੋ ਗਿਆ, ਸ਼ੁਰੂ ਹੋ ਗਿਆ ਸੀ ਇਸ ਰੀਜਨ ਦਾ, ਇਸ ਏਰੀਆ ਦਾ। ਬਿਲਕੁਲ, ਇਹ ਤਾਂ ਕਰਕੇ ਅੱਜ ਵਾਲਾ ਚੈਪਟਰ ਆਪਣਾ ਬਹੁਤ ਇੰਪੋਰਟੈਂਟ ਹੈ, ਜਿੱਦਾਂ ਹੁਣ ਆਪਾਂ ਅੱਗੇ ਥੋੜੇ ਮਿੰਟਾਂ 'ਚ ਗੱਲ ਕਰਾਂਗੇ। ਦੇਖੋ ਜਿਹੜੇ ਸਿੱਖ ਆਥਰਸ ਹੈਗੇ ਆ, ਜਿਹਨਾਂ 'ਚ ਮੈਂ ਤੁਹਾਨੂੰ ਇੱਕ ਕੋਟ ਕਰਨਾ ਚਾਹੂੰਗਾ, ਆਪਣੀ ਬੁੱਕ 'ਚ ਮੈਂ ਉਹਦੇ ਬਾਰੇ ਬਹੁਤ ਤਫਸੀਲ ਨਾਲ ਲਿਖਿਆ, ਉਹ ਹੈਗੇ ਰਣਧੀਰ ਸਿੰਘ। ਉਹਨਾਂ ਦੀ ਕਿਤਾਬ ਹੈਗੀ ਹੈ ਉਦਾਸੀ ਸਿੱਖਾਂ ਦੀ ਵਿਥਿਆ। ਇਹ 1959 'ਚ ਕਿਤਾਬ ਛਪਵਾਈ ਸੀ SGPC ਨੇ। ਇਹ ਹਮੇਸ਼ਾ ਹੀ ਦੋਨੋਂ ਸਾਈਡ ਤੇ ਰਹੇ, ਜਿਹੜੇ ਉਦਾਸੀ ਲਿਟਰੇਚਰ ਸੀਗੇ ਵਰਸਸ SGPC ਅਕਾਲੀ ਮੂਵਮੈਂਟ ਲਿਟਰੇਚਰ ਦੇ ਵਿੱਚ, ਤਾਂ ਕਿ ਜਿਹੜੇ ਉਦਾਸੀ ਸਿੱਖ ਸੀਗੇ, ਉਦਾਸੀ ਮਹੰਤ ਸੀਗੇ, ਇਹਨਾਂ ਨੇ ਕੋਸ਼ਿਸ਼ ਕੀਤੀ ਹੈ ਕਿ ਜਿਹੜੇ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਸੀ, ਉਹ ਇਸ ਜਗ੍ਹਾ ਤੇ ਜਿਹੜੀ ਖਰਾ ਸੌਦਾ ਹੈਗੀ ਆ, ਇਹਦੇ ਤੇ ਸੰਤ ਰੇਨ ਨੂੰ ਮਿਲੇ ਸੀ। ਇਸ ਕਰਕੇ ਸੰਤ ਰੇਨ ਨੂੰ ਕਿਹਾ ਜਾਂਦਾ ਵੀ ਉਹਨਾਂ ਨੇ ਭੋਜਨ ਇਸ ਕਰਕੇ ਖਵਾਇਆ ਸੀ ਕਿਉਂਕਿ ਉਹਦਾ ਉਹਨਾਂ ਨੇ ਆਸ਼ੀਰਵਾਦ ਲਿਆ ਸੀ। ਜਦ ਕਿ ਜਿਹੜੇ ਅਕਾਲੀ ਮੂਵਮੈਂਟ ਹੈਗੀ ਆ ਜਾਂ SGPC ਹੈਗੀ ਆ, ਇਹਨਾਂ ਨੇ ਮੁੜ ਕੇ, ਕਿਉਂਕਿ ਜਿਹੜੇ ਉਦਾਸੀ ਲਿਟਰੇਚਰ ਸੀ ਬਹੁਤ ਜ਼ਿਆਦਾ ਹੋ ਗਿਆ ਸੀ, ਸੱਖਰ ਤੋਂ ਸ਼ੁਰੂ ਹੋਇਆ ਸੀ ਕੰਮ ਸਾਰਾ ਸਿੰਧ ਤੋਂ, ਇਸ ਕਰਕੇ ਸਿੰਧ ਇਲਾਕੇ 'ਚ ਆਪਾਂ ਜਦੋਂ ਜਾਵਾਂਗੇ ਆਲ ਐਕਸਪਲੇਨ ਇਟ ਬੈਟਰ ਦੇਅਰ, ਉੱਥੇ ਹਾਲੇ ਵੀ ਜਿੰਨੇ ਸਹਿਜਧਾਰੀ ਸਿੱਖ ਬਹੁਤ ਜ਼ਿਆਦਾ ਗਿਣਤੀ 'ਚ ਹੈਗੇ ਆ, ਔਰ ਉਹ ਸਾਰੇ ਉਦਾਸੀ ਮਤ ਨੂੰ ਬਹੁਤ ਮੰਨਦੇ ਆ, ਬਾਬਾ ਸ਼੍ਰੀ ਚੰਦ ਜੀ ਨੂੰ ਬਹੁਤ ਮੰਨਦੇ ਆ। ਤੇ ਜਿਹੜੇ ਰਣਧੀਰ ਸਿੰਘ ਜੀ, ਜਿਨ੍ਹਾਂ ਦੀ ਮੈਂ ਕਿਤਾਬ ਦੀ ਹੁਣ ਗੱਲ ਕਰਨ ਲੱਗਿਆ, ਉਦਾਸੀ ਸਿੱਖਾਂ ਦੀ ਵਿਥਿਆ, ਇਹ 1959 'ਚ ਆਈ। SGPC ਨੇ, ਮੇਰੇ ਖਿਆਲ SGPC ਦੀ ਪਬਲੀਕੇਸ਼ਨ ਹੈਗੀ ਹੈ, SGPC ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪਬਲੀਕੇਸ਼ਨ ਹੈ ਮੇਰੇ ਖਿਆਲ ਦੇ ਵਿੱਚ, ਅੰਮ੍ਰਿਤਸਰ। ਉਹਨਾਂ ਨੇ ਕਿਹਾ ਕਿ ਆਥਰ ਤਾਂ ਮੈਂ ਸ਼ੋਰ ਹਾਂ, ਪਬਲਿਸ਼ਰ ਦਾ ਮੈਂ ਸ਼ੋਰ ਨਹੀਂ ਹੈਗਾ। ਉਹਨਾਂ ਨੇ ਲਿਖਿਆ ਵੀ ਕੋਈ ਉਦਾਸੀ ਮਤ ਸੀਗਾ ਹੀ ਨਹੀਂ, ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਪਹਿਲਾਂ ਉਦਾਸੀ ਹੁੰਦੇ ਹੀ ਨਹੀਂ ਸੀਗੇ। ਇਨਫੈਕਟ ਜਿਹੜੀ ਕੁਝ ਹੋਰ ਗੱਲਾਂ ਬਾਤਾਂ ਉਹਨਾਂ ਨੇ ਡਿਟੇਲ ਲਿਖੀਆਂ ਵੀ ਗੁਰੂ ਸਾਹਿਬ ਦਾ ਸਗੋਂ ਉਦਾਸੀਆਂ ਦੇ ਪੱਖ ਵਿੱਚ ਸੀਗੇ ਹੀ ਨਹੀਂ, ਮਤਲਬ ਨਾ ਕੇਵਲ ਉਸ ਵੇਲੇ ਉਦਾਸੀ ਸੀਗੇ। ਸੋ ਇਸ ਕਰਕੇ ਰਣਧੀਰ ਸਿੰਘ ਜੀ ਕਹਿੰਦੇ ਆ ਵੀ ਇਹ ਗੱਲ ਕਹਿਣੀ ਕਿ ਗੁਰੂ ਸਾਹਿਬ ਇੱਕ ਉਦਾਸੀ ਮਤ ਵਾਲੇ ਨੂੰ ਮਿਲੇ, ਜਿਹੜਾ ਕਿ ਉਦਾਸੀ ਨਿਰਵਾਣ ਸੈਕਟ ਦਾ ਸੀਗਾ, ਜਿਹਦੇ ਬਾਰੇ ਕਿ ਨਾਨਕ ਵਿਜੇ ਕਿਤਾਬ ਦੇ ਵਿੱਚ ਸੰਤ ਰੇਨ ਜਿਹੜੇ ਲਿਖ ਰਹੇ ਆ। ਸੋ ਉਹ ਇਸ ਚੀਜ਼ ਨੂੰ ਜਿਹੜਾ ਹੈਗਾ ਇਸ ਨੂੰ ਝਠਲਾਉਂਦੇ ਆ ਵੀ ਇਹ ਪੋਸੀਬਲ ਨਹੀਂ ਹੈਗਾ, ਕਿਉਂਕਿ ਉਸ ਵੇਲੇ ਉਦਾਸੀ ਜਿਹੜੀ ਗੱਲ ਕੀਤੀ ਜਾਂਦੀ ਵੀ ਉਹਨਾਂ ਨੇ ਆਸ਼ੀਰਵਾਦ ਲਿਆ ਉਦਾਸੀਆਂ ਦਾ। ਹਾਂਜੀ, ਉਹਨੂੰ ਇਹ ਰਣਧੀਰ ਸਿੰਘ ਜੀ ਆਪਣੀ ਕਿਤਾਬ 'ਚ ਬੜਾ ਕਲੀਅਰ ਕਰਦੇ ਵੀ ਇਹ ਗੱਲ ਗਲਤ ਹੈ, ਵੀ ਇਹ ਗੱਲ ਝੂਠ ਹੈ, ਬਣਾਈ ਹੋਈ ਹੈ, ਕੋਈ ਇਹੋ ਜਿਹੀ ਗੱਲ ਹੋਈ ਨਹੀਂ। ਰਣਧੀਰ ਸਿੰਘ ਨੇ ਤੇ ਲਿਖ ਦਿੱਤਾ ਤੁਹਾਡੀ ਰਿਸਰਚ ਦੇ ਮੁਤਾਬਕ। ਹਾਂਜੀ ਸਾਹਿਬ, ਮੈਂ ਆਪਣੀ ਉਦਾਸੀ ਹੁੰਦੇ ਸੀ ਬਾਬਾ ਜੀ ਟਾਈਮ ਕਿ ਨਹੀਂ ਸੀ? ਦੇਖੋ ਹੁਣ ਮੈਨੂੰ ਇਹਦੇ ਵਿੱਚ, ਮੈਂ ਇਦਾਂ ਕਦੀ ਵੀ ਆਪਣੀ ਕਿਤਾਬ 'ਚ ਕਨਕਲੂਜਨ ਨਹੀਂ ਕੀਤਾ ਕਿਉਂਕਿ ਮੈਂ ਹਿਸਟੋਰੀਅਨ ਨਹੀਂ ਹੈਗਾ, ਪਰ ਮੈਨੂੰ ਕੁਝ ਚੀਜ਼ਾਂ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੂੰਗਾ ਕਿ ਮੇਰੇ ਮੁਤਾਬਕ, ਮੈਂ ਇੱਥੇ ਭਾਈ ਗੁਰਦਾਸ ਜੀ ਦੀ ਵਾਰ ਦੇ ਵਿੱਚੋਂ ਇੱਕ ਤੁਹਾਨੂੰ ਐਗਜ਼ਾਮਪਲ ਦਿੰਦਾ। ਵਾਰ ਪਹਿਲੀ ਦੇ ਵਿੱਚ 31ਵੀਂ ਪੌੜੀ ਹੈਗੀ ਹੈ, ਉਹ 'ਚੋਂ ਲਿਖਦੇ ਆ, ਸ਼ਬਦ ਜਿਤ ਸਿੱਧ ਮੰਡਲੀ ਕੀ ਤੋਸ ਆਪਣਾ ਪੰਥ ਨਿਰਾਲਾ, ਕਲਯੁਗ ਨਾਨਕ ਨਾਮ ਸੁਖਾਲਾ। ਉੱਥੇ ਭਾਈ ਗੁਰਦਾਸ ਜੀ ਕਹਿ ਰਹੇ ਆ ਵੀ ਸ਼ਬਦ ਦੇ ਥਰੂ ਦਾ ਪਾਵਰ ਆਫ ਦਾ ਵਰਲਡ, ਜਿਹੜਾ ਆਪਣਾ ਅੱਖਰ ਦਾ ਜਿਹੜੀ ਸ਼ਕਤੀ ਹੈਗੀ ਹੈ, ਜਿਹੜੀ ਨਾਮ ਦੀ ਸ਼ਕਤੀ ਹੈਗੀ ਹੈ, ਸ਼ਬਦ ਦੀ ਸ਼ਕਤੀ ਹੈਗੀ ਹੈ, ਉਹਨੂੰ ਯੂਜ਼ ਕਰਕੇ ਗੁਰੂ ਸਾਹਿਬ ਨੇ ਜਿਹੜੇ ਸਿੱਧ ਸੀ ਉਹਨਾਂ ਨੂੰ ਕੌਂਕਰ ਕੀਤਾ, ਮਤਲਬ ਸਿੱਧਾਂ ਦੇ ਉੱਪਰ ਜਿੱਤ ਪ੍ਰਾਪਤ ਕੀਤੀ, ਤੇ ਆਪਣਾ ਜਿਹੜਾ ਨਵਾਂ ਪੰਥ ਸੀਗਾ, ਆਪਣਾ ਪੰਥ ਨਿਰਾਲਾ, ਮਤਲਬ ਜਿਹੜੀ ਆਪਣੀ ਨਵੀਂ ਥਾਟ ਸੀ, ਆਪਣੀ ਨਵੀਂ ਫਿਲਾਸਫੀ ਸੀ, ਉਹਨੂੰ ਉਹਨਾਂ ਨੇ ਪ੍ਰਪਾਉਂਡ ਕੀਤਾ, ਉਹਨੂੰ ਫੈਲਾਉਣ ਦੀ ਕੋਸ਼ਿਸ਼ ਕੀਤੀ। ਤੇ ਨਾਲ ਕਹਿੰਦੇ ਆ ਕਲਯੁਗ ਨਾਨਕ ਨਾਮ ਸੁਖਾਲਾ, ਮਤਲਬ ਵੀ ਬਜਾਏ ਕਿ ਯੋਗਿਕ ਐਕਸਰਸਾਈਜ਼ਸ ਕਰਨ ਤੋਂ, ਇਸ ਕਰਕੇ ਜਿਹੜਾ ਰੱਬ ਦਾ ਨਾਮ ਹੈਗਾ ਉਹ ਤੁਹਾਡੇ ਲਈ ਅਸਲੀ ਜਿਹੜਾ ਹੈਗਾ ਰੱਬ ਨੂੰ ਪਾਉਣ ਦਾ ਰੂਪ ਹੈਗਾ, ਕਿ ਰੱਬ ਦਾ ਨਾਮ ਜਪੋ, ਬਜਾਏ ਕਿ ਤੁਸੀਂ ਇਹੋ ਜਿਹੀਆਂ ਜਿਹੜੀ ਚੀਜ਼ਾਂ ਜਿਹੜੀਆਂ ਯੋਗਿਕ ਐਕਸਰਸਾਈਜ਼ਸ ਹੈਗੀਆਂ ਇਦਾਂ ਦੀ ਚੀਜ਼ਾਂ ਕਰਦੇ ਆ। ਸੋ ਇਹ ਲਾਈਨਾਂ ਮੈਨੂੰ ਕਲੀਅਰਲੀ ਦੱਸ ਰਹੀਆਂ, ਸ਼ਬਦ ਜਿਤ ਸਿੱਧ ਮੰਡਲੀ ਕੀ ਤੋਸ ਆਪਣਾ ਪੰਥ ਨਿਰਾਲਾ, ਕਲਯੁਗ ਨਾਨਕ ਨਾਮ ਸੁਖਾਲਾ। ਭਾਈ ਗੁਰਦਾਸ ਜੀ ਦੀ ਵਾਰ ਹੈ, ਵਾਰ ਪਹਿਲੀ 31ਵਾਂ ਸ਼ਲੋਕ ਹੈ ਜਾਂ ਪੌੜੀ ਕੀ ਕਹਿੰਦੇ ਨੇ, ਮੈਨੂੰ ਯਾਦ ਨਹੀਂ ਹੈ ਐਗਜ਼ੈਕਟਲੀ। ਉਹਦੇ ਵਿੱਚ ਉਹ ਦੱਸ ਰਿਹਾ ਵੀ ਜਦੋਂ ਸਿੱਧ ਗੋਸ਼ਟੀ ਹੋਈ ਹੈ ਸੁਮੇਰ ਪਰਬਤ ਦੇ ਉੱਤੇ, ਉਦੋਂ ਦਾ ਸੀਨ ਹੈਗਾ ਵੀ ਗੁਰੂ ਸਾਹਿਬ ਨੇ ਇਹ ਜਿਹੜੇ ਸਿੱਧ ਸੀ, ਯੋਗੀ ਸੀ, ਇਹਨਾਂ ਦੀਆਂ ਗੱਲਾਂ ਮੰਨੀਆਂ ਨਹੀਂ ਸੀਗੀਆਂ, ਸਗੋਂ ਇਹਨਾਂ ਨੂੰ ਜਿੱਤ ਜਿਹੜੀ ਸੀ ਇਹਨਾਂ ਦੇ ਉੱਤੇ ਪ੍ਰਾਪਤ ਕੀਤੀ। ਸੋ ਮੇਰਾ ਪਰਸਨਲੀ that's what I can say। ਜੀ ਡਾਕਟਰ ਸਾਹਿਬ। ਅੱਛਾ ਡਾਕਟਰ ਸਾਹਿਬ,
ਇਹ ਗੱਲਾਂ ਹੋਣੀਆਂ ਸੀ ਆਸ਼ੀਰਵਾਦ ਵਾਲੀਆਂ ਤੇ ਤੁਸੀਂ ਉੱਤੇ ਐਕਸਪਲੇਨ ਕਰਨੇ। ਵੈਸੇ ਗੁਰਬਾਣੀ 'ਚ ਕੀ ਜ਼ਿਕਰ ਹੈ ਇਹਦਾ, ਇਹਦੇ ਬਾਰੇ 'ਚ ਕੁਝ ਲਿਖਿਆ? ਜੀ ਗੁਰਬਾਣੀ ਦੇ ਵਿੱਚੋਂ ਐਗਜ਼ੈਕਟਲੀ ਮੈਨੂੰ ਇਹਦੇ ਬਾਰੇ ਤਾਂ ਲਾਈਨ ਕੋਈ ਯਾਦ ਨਹੀਂ ਹੈਗੀ, ਪਰ ਇਹ ਹੈ ਵੀ ਆ ਜਿਹੜਾ ਹੁਣ ਮੈਂ ਸ਼ਲੋਕ ਦੇ ਕੇ ਹਟਿਆ, ਜਿਹੜਾ ਭਾਈ ਗੁਰਦਾਸ ਜੀ ਦੀ ਵਾਰ ਹੈ, ਇਹ ਕਹਿ ਲਓ ਵੀ ਗੁਰਬਾਣੀ ਦੀ ਕੁੰਜੀ ਕਿਹਾ ਜਾਂਦਾ ਭਾਈ ਗੁਰਦਾਸ ਜੀ ਜਿਹੜੇ ਲਿਖਤਾਂ ਹੈਗੀਆਂ। ਸੋ ਦੈਟ ਇਜ਼ ਦਾ ਕਲੋਜ਼ੈਸਟ ਆਈ ਕੈਨ ਫਾਈਂਡ ਆਊਟ ਵੀ ਐਗਜ਼ੈਕਟਲੀ ਸਿੱਧਾਂ ਬਾਰੇ ਜਿਹੜਾ ਸਿੱਧ ਵਰਡ ਦੇ ਨਾਲ ਜਿਹੜੀ ਕੋਈ ਲਾਈਨ ਆਈ ਹੋਵੇ, ਦੈਟ ਇਜ਼ ਦਾ ਕਲੋਜ਼ੈਸਟ ਵਨ ਆਈ ਕੁਡ ਫਾਈਂਡ। ਭਾਈ ਗੁਰਦਾਸ ਜੀ ਦੀਆਂ ਜਿਹੜੀਆਂ ਉਹਨਾਂ ਨੂੰ ਉਹਦੇ ਵਿੱਚ ਕੰਟਰੋਵਰਸੀ ਤੇ ਨਹੀਂ ਆਇਆ ਸਿੱਖ ਧਰਮ ਦੇ? ਉਹਦੇ ਵਿੱਚ ਢਿੱਲੋਂ ਸਾਹਿਬ ਹੁਣ ਸਾਡੇ ਧੁਰ ਤੱਕ ਜਾਣ ਲੱਗ ਪਏ ਹੁਣ ਤੁਸੀਂ। ਸੋ ਇਹ ਜਿਹੜੀ ਭਾਈ ਗੁਰਦਾਸ ਜੀ ਦੀ ਵਾਰ ਹੈਗੀ, ਇਹਨਾਂ ਵਿੱਚ ਵੀ ਕੰਟਰੋਵਰਸੀ ਹੈਗੀ। ਉਹਨਾਂ ਦੀ ਖਾਸ ਕਰਕੇ ਜਿਹੜੀ ਇੱਕ ਲਾਸਟ ਵਾਰ ਹੈਗੀ ਆ, ਜਿਹਦੇ ਬਾਰੇ ਕਿਹਾ ਜਾਂਦਾ ਵੀ ਇਹ ਮੁੜ ਕੇ ਲੇਟਰ ਔਨ ਕਿਸੇ ਨੇ ਜਿਹੜੀ ਸੀ ਉਹ ਨਾਲ ਜੋੜ ਲਈ ਹੈ, ਪਰ ਇਹਦੇ ਬਾਰੇ ਕੁਝ ਐਗਜ਼ੈਕਟਲੀ ਮਤਲਬ ਇੰਨੀ ਜ਼ਿਆਦਾ ਨਹੀਂ ਹੈਗੀ ਐਜ਼ ਕੰਪੇਅਰ ਟੂ ਆਲ ਅਦਰ ਐਕਸੈਪਟ ਦਾ ਲਾਸਟ ਵਨ, ਜਿਹੜੀ ਇੱਕ ਲਾਸਟ ਇੱਕ ਵਾਰ ਹੈਗੀ ਹੈ, ਜਿਹਦੇ ਵਿੱਚ ਉਹਨਾਂ ਨੇ ਕੁਝ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦੇ ਪੁਰਾਤਨ ਜਨਮ ਬਾਰੇ, ਰਾਜਾ ਜਨਕ ਬਾਰੇ ਕੁਝ ਇਹੋ ਜਿਹੀਆਂ ਲਾਈਨਾਂ ਹੈਗੀਆਂ ਜਿਹਦੇ ਬਾਰੇ ਕਿਹਾ ਜਾਂਦਾ ਕਿ ਰਲੇਵਾਂ ਪੈ ਗਿਆ। ਐਕਚੁਅਲੀ ਇਹ ਸਾਡੇ ਲਈ ਬੜੀਆਂ ਮੁਸ਼ਕਿਲ ਕੁਐਸਚਨਸ ਨੇ ਵੀ ਉਹਨਾਂ 'ਚ ਰਲੇਵਾਂ ਹੈ ਕਿ ਨਹੀਂ ਹੈਗਾ, ਬਟ ਇਟਸ ਡਿਫਿਕਲਟ ਫॉर ਅਸ ਟੂ ਸੇ। ਪਰ ਇਸ ਵੇਲੇ ਭਾਈ ਗੁਰਦਾਸ ਜੀ ਜਿਹੜੀ ਵਾਰ ਹੈਗੀ ਆ, ਉਹ ਸਭ ਤੋਂ ਵੱਧ ਜਿਹਨੂੰ ਕਹ ਲਓ ਬਈ ਆਥੈਂਟਿਕ ਮੰਨੀ ਗਈ ਹੈ। ਹੁਣ ਗੁਰਬਾਣੀ ਵਿੱਚ ਇੱਕ ਲਾਈਨ ਆਉਂਦੀ ਹੈ, ਰਿੱਧ ਸਿੱਧ ਅਵਰਾ ਸਾਧ, ਉਹ 'ਚ ਵੀ ਇਹੀ ਹੈ ਵੀ ਜਿਹੜੀਆਂ ਸੁਪਰ ਪਾਵਰ ਜਿਹੜੀਆਂ ਇਦਾਂ ਚੀਜ਼ਾਂ ਬਣਾਈਆਂ ਗਈਆਂ ਤੇ ਮਤਲਬ ਐ ਨਹੀਂ ਹੈਗੀਆਂ ਵੀ ਕੋਈ ਕਰਾਮਾਤੀ ਚੀਜ਼ਾਂ ਜਿਹੜੀਆਂ ਉਹ ਨਹੀਂ ਹੈਗੀਆਂ। ਸੋ ਗੁਰਬਾਣੀ ਕੋਈ ਵੀ ਚੀਜ਼ ਜਿਹਦੇ ਵਿੱਚ ਕਿ ਤੁਸੀਂ ਭਰਮ ਭੁਲੇਖੇ ਜਾਂ ਕਰਾਮਾਤਾਂ ਜਾਂ ਇਹ ਹੈਗੀਆਂ, ਮਤਲਬ ਉਹਦੇ ਉਹਨਾਂ ਚੀਜ਼ਾਂ ਜਿਹੜਾ ਹੈਗਾ ਉਹ ਖੰਡਨ ਕੀਤਾ ਗਿਆ। ਮੈਂ ਇਹ ਗੱਲ ਨਾ ਐਕਸਪੀਰੀਅੰਸ ਵੀ ਤੁਹਾਨੂੰ ਥੋੜਾ ਸ਼ੇਅਰ ਕਰਦਾ। ਜਿੰਨੇ ਵੀ ਦੋਸਤ ਆਉਂਦੇ ਨੇ ਕੋਸ਼ਿਸ਼ ਕਰੀਦੀ ਵੀ ਸਾਰਿਆਂ ਨਾਲ ਥੋੜੀ ਜਿਹੀ ਬੈਠਕ ਹੋਵੇ। ਖਾਸ ਤੌਰ ਤੇ ਅੱਜ ਕੱਲ ਦਾ ਜਿਹੜਾ ਨਵੀਂ ਜਨਰੇਸ਼ਨ ਹੈ, ਨਵੇਂ ਮੁੰਡਿਆਂ ਨੂੰ ਮਿਲਣ ਦਾ ਵੀ ਮੌਕਾ ਮਿਲਿਆ ਜਿਹੜੇ ਸਿੱਖ ਧਰਮ ਤੋਂ ਬਿਲੋਂਗ ਕਰਦੇ ਨੇ, ਅਮਰੀਕਾ ਹੋਣ, ਨਿਊਜ਼ੀਲੈਂਡ ਹੋਣ। ਜਿਹੜੀਆਂ ਆਪਾਂ ਕਰਾਮਾਤੀ ਨਾਲ ਹੀ ਗੱਲ ਕਰਦੇ ਆ, ਉਹ ਥੋੜਾ ਜਿਹਾ ਘੱਟ ਯਕੀਨ ਉਹਨਾਂ ਤੇ ਕਰਦੇ ਆ। ਵੀ ਜਿਵੇਂ ਅਸੀਂ ਕੋਈ ਵੀ ਆਪਣੇ ਬਜ਼ੁਰਗਾਂ ਦੀਆਂ ਜਿਹੜੇ ਸੂਫੀਆ ਨੇ, ਉਹਨਾਂ ਦੀ ਕਰਾਮਾਤ ਦੱਸਦੇ ਵੀ ਫਲਾਣੇ ਦਾ ਇਸ ਤਰ੍ਹਾਂ ਆਇਆ ਸੀ, ਉਹਨਾਂ ਨੇ ਕਰਾਮਾਤ ਕੀਤੀ ਉੱਥੇ ਉਹਨਾਂ ਦਾ। ਜਿਸ ਤਰ੍ਹਾਂ ਸਪੋਜ਼ ਆਪਾਂ ਕਹਿ ਲੈਂਦੇ ਆ ਉਹ ਸੱਪ ਵਾਲੀ ਗੱਲ ਜਿਹੜੀ ਕੀਤੀ ਜਾਂਦੀ ਵੀ ਬਾਬਾ ਜੀ ਨੂੰ ਪਰਛਾਵਾਂ ਕੀਤਾ, ਇਸ ਤਰ੍ਹਾਂ ਦੀ ਗੱਲਾਂ ਕੁਝ ਲੋਕ ਡਿਨਾਈ ਵੀ ਕਰਦੇ ਹੈ ਜੀ। ਅੱਜ ਕੱਲ ਹੁਣ ਅੱਗੇ ਦੇ ਅੱਗੇ ਜਿਹੜੇ ਡਿਨਾਈ ਕਰਨ ਵਾਲੇ ਉਹਨਾਂ ਦੀ ਗਿਣਤੀ ਵਧਣੀ ਹੈ, ਖਾਸ ਕਰਕੇ ਜਿਹਨੇ ਵਿਦੇਸ਼ਾਂ 'ਚ ਗਏ ਹੋਏ, ਕਿਉਂਕਿ ਬੱਚਿਆਂ ਦਾ ਜਿਹੜਾ ਇੱਥੇ ਮਾਹੌਲ ਹੈਗਾ ਉਹ ਅਲੱਗ ਹੈਗਾ। ਅਸੀਂ ਬਚਪਨ 'ਚ ਜੋ ਮਰਜ਼ੀ ਹੁੰਦਾ ਸੀ, ਮੈਂ ਗੁਰਦੁਆਰਾ ਸਾਹਿਬ ਜ਼ਰੂਰ ਸੁੱਖ ਕੇ ਆਉਂਦਾ ਸੀ। ਕੱਚੇ ਪੇਪਰ ਹੁੰਦੇ ਤਾਂ 1 ਰੁਪਈਆ, ਪੱਕੇ ਪੇਪਰ ਹੁੰਦੇ ਤਾਂ 5 ਰੁਪਈਏ। ਮੈਂ ਸੁੱਖਣਾ ਸੁੱਖੀ ਹੁੰਦੀ ਸੀ ਨਾ। ਸੋ ਕੁਦਰਤੀ ਹੁੰਦਾ ਕਿ ਬਚਪਨ 'ਚ ਤੁਹਾਡਾ ਮਾਹੌਲ ਉੱਥੇ ਸ਼ਰਧਾ ਇੰਡੀਆ 'ਚ ਬਚਪਨ 'ਚ ਹੋਰ ਤਰ੍ਹਾਂ ਦੀ ਹੁੰਦੀ ਸੀਗੀ, ਠੀਕ ਹੈ ਨਾ। ਇੱਥੇ ਥੋੜਾ ਜਿਹਾ ਕਹਿ ਲਓ ਕਿ ਤਰਕ ਜ਼ਿਆਦਾ ਹੈ, ਰੈਸ਼ਨਲਿਜ਼ਮ ਜ਼ਿਆਦਾ ਹੈ, ਕਿਉਂਕਿ ਬੱਚੇ ਬਾਕੀ ਧਰਮਾਂ ਦੀ ਸਟੱਡੀ ਨੂੰ ਪੜ੍ਹਦੇ ਆ ਜਿੱਥੇ ਇੱਕ ਇੱਕ ਲਾਈਨ ਹੋਰ ਤਰੀਕੇ ਨਾਲ ਪੜ੍ਹੀ ਜਾਂਦੀ ਹੈ। ਸੋ ਉਹਦਾ ਇਨਫਲੂਐਂਸ ਅੱਗੇ ਦੀ ਅੱਗੇ ਹੈਗਾ ਵੀ ਬੱਚਿਆਂ ਨੇ ਕੁਐਸਚਨ ਇਹ ਕਰਾਮਾਤਾਂ ਤੇ ਕਰਨਾ ਹੀ ਆ, ਔਰ ਬਜਾਏ ਕਿ ਆਪਾਂ ਉਸ ਵੇਲੇ ਬੱਚਿਆਂ ਨੂੰ ਇਹ ਡਿਮੋਰਲਾਈਜ਼ ਹੋਣ ਦੀ ਹੈ ਵੀ ਸਾਡੇ ਧਰਮ 'ਚ ਤਾਂ ਇਹ ਗਲਤ ਗੱਲਾਂ ਲਿਖੀਆਂ ਹੋਈਆਂ, ਦੈਟਸ ਵਾਈ ਆਪਾਂ ਆਪਣੀ ਕਿਤਾਬ ਦੇ ਵਿੱਚ ਇਹ ਸਾਰੀਆਂ ਕਰਾਮਾਤਾਂ ਨੂੰ ਨਾਲ ਕੋਈ ਹੋਰ ਫੇਥ ਦੇ ਵਿੱਚੋਂ ਚੀਜ਼ਾਂ ਲੱਭ ਕੇ ਨਾਲ ਆਪਣੇ ਹਰੇਕ ਚੈਪਟਰ 'ਚ ਜਿੱਥੇ ਕਰਾਮਾਤ ਆਈ ਹੈ ਉਹਦਾ ਬੜਾ ਵਧੀਆ ਤਰੀਕੇ ਨਾਲ ਆਨਸਰ ਦੇਣ ਦੀ ਕੋਸ਼ਿਸ਼ ਕੀਤੀ ਹੈ ਆਪਾਂ, ਤਾਂ ਕਿ ਜਿਹੜੇ ਸ਼ਰਧਾ ਮੰਨਦੇ ਆ ਉਹਨਾਂ ਨੂੰ ਠੇਸ ਨਾ ਪਹੁੰਚੇ, ਕਿਉਂਕਿ ਉਹਨਾਂ ਨੂੰ ਵੀ ਆਪਾਂ ਨਹੀਂ ਚਾਹੁੰਦੇ ਵੀ ਉਹਨਾਂ ਨੂੰ ਸੱਟ ਲੱਗੇ। ਪਰ ਜਿਹੜੇ ਨਵੇਂ ਬੱਚੇ ਅੱਗੇ ਫਿਊਚਰ ਜਨਰੇਸ਼ਨ ਜਿਹੜੇ ਸਾਇੰਟੀਫਿਕ ਤਰੀਕੇ ਨਾਲ ਚੱਲਦੀਆਂ, ਉਹਨਾਂ ਕੋਲ ਵੀ ਕੁਝ ਨਾ ਕੁਝ ਪੂਰਾ ਮਸਾਲਾ ਹੋਵੇ ਕਿਸੇ ਨਾਲ ਥਰਡ ਪਾਰਟੀ ਨਾਲ ਗੱਲ ਕਰਨ ਦਾ ਕਿ ਹਾਂਜੀ ਜੇ ਇਹ ਗੱਲ ਕਿਸੇ ਨੇ ਲਿਖੀ ਹੈ ਤੇ ਬਾਕੀ ਧਰਮਾਂ 'ਚ ਵੀ ਇਦਾਂ ਲਿਖੀ ਜਾਂਦੀ ਹੁੰਦੀ ਸੀ ਕਿ ਇਦਾਂ ਹੋ ਸਕਦਾ ਹੈ, ਬਜਾਏ ਕਿ ਉਹ ਆਪਣੇ ਆਪ ਨੂੰ ਇਦਾਂ ਫੀਲ ਕਰਨ। ਉਹਨਾਂ ਦੀ ਕਨਫਿਊਜ਼ਨ ਕੱਢਣ ਦੇ ਲਈ ਫਿਊਚਰ ਬੱਚਿਆਂ ਦੀ ਲਈ ਜਾਂ ਜਨਰੇਸ਼ਨ, ਜਿਵੇਂ ਤੁਸੀਂ ਕਿਹਾ, ਦੈਟਸ ਵਾਟ ਦਾ ਟੈਕਨੀਕ ਆਈ ਹੈਵ ਯੂਟਿਲਾਈਜ਼ਡ ਇਨ ਦਿਸ ਬੁੱਕ। ਮੈਂ ਜਿਵੇਂ ਆਪਣੀ ਗੱਲ ਕਰਦਾ, ਮੇਰੇ ਪਿੰਡ ਮੇਰੇ ਬਜ਼ੁਰਗਾਂ ਦਾ ਦਰਬਾਰ ਹੈ। ਕਈ ਜਿਹੜੇ ਬਹੁਤ ਸਾਰੇ ਸਾਡੇ ਜਿਹੜੇ ਫਿਰਕੇ ਨੇ ਨਹੀਂ ਇਸ ਗੱਲ ਨੂੰ ਮੰਨਦੇ। ਮੈਂ ਹੋਰ ਹਿਸਾਬ ਨਾਲ ਗੱਲ ਕਰਦਾ। ਮੈਂ ਨਾ ਵੀ ਇਹ ਜਿਹੜੇ ਜੇ ਤੁਸੀਂ ਆਪਾਂ ਸਮਝਦੇ ਵੀ ਰੱਬ ਦੇ ਨੇਕ ਬੰਦੇ ਨਹੀਂ, ਤਾਂ ਇਹਨਾਂ ਦੇ ਤਵੱਸਲ ਦੇ ਨਾਲ, ਇਹਨਾਂ ਦੇ ਹਵਾਲੇ ਦੇ ਨਾਲ, ਇਹਨਾਂ ਦੀ ਦੁਆ ਦੇ ਨਾਲ ਰੱਬਾ ਸਾਨੂੰ ਦੇ। ਅਸੀਂ ਮੰਗਣਾ ਤੇ ਆਪਣੇ ਰੱਬ ਕੋਈ। ਬਿਲਕੁਲ ਜੀ, ਬਿਲਕੁਲ। ਤੇ ਉਹ ਸਟਾਈਲ ਥੋੜਾ ਜਿਹਾ ਆਪਾਂ ਡਿਫਰੈਂਟ ਉਹਨੂੰ ਕਰ ਸਕਦੇ। ਜੇ ਉਹਨੂੰ ਬਿਲਕੁਲ ਨਾ ਮੰਨਣ ਵਾਲੀ ਗੱਲ ਕਰੀਏ ਤੇ ਉਹ ਵੀ ਕੋਈ ਗੱਲ ਨਹੀਂ, ਉਹ ਮੰਨਣਾ ਪੈਣਾ ਹੈ, ਕਿਉਂਕਿ ਜੇ ਆਪਾਂ ਨਹੀਂ ਮੰਨਦੇ ਨਾ, ਮਤਲਬ ਫਿਰ ਇਹ ਸਾਰੇ ਧਰਮ ਜਿੰਨੇ ਵੀ ਹੈਗੇ ਨਾ, ਉਹ ਇੱਕ ਸ਼ਰਧਾ ਹੈਗੀ ਆ ਜਿਹਦੇ ਨਾਲ ਸਾਰੇ ਲੋਕੀ ਜ਼ਿਆਦਾ ਜਾ ਕੇ ਜੁੜਦੇ ਆ, ਮਤਲਬ। ਸੋ ਇਟ ਇਜ਼ ਵੈਰੀ ਡਿਫਿਕਲਟ ਕੁਐਸਚਨ ਐਂਡ ਆਈ ਹੋਪ ਕਿ ਲੋਕੀ ਇਸ ਚੀਜ਼ ਨੂੰ ਇਸ ਹਿਸਾਬ ਨਾਲ ਲੈਣ ਪਈ, ਦੋਹਾਂ ਪਾਸਿਆਂ ਤੋਂ ਜਿਹੜਾ ਹੈਗਾ ਕੰਮ ਚੱਲਦਾ ਰਹੇ ਸਾਰਾ ਦਿਨ। ਜਿਹੜਾ ਮਤਲਬ ਇਹਦੇ ਉੱਤੇ ਮਤਲਬ ਨਾ ਨੁੱਕਰ ਵਾਲਾ ਕੰਮ ਨਹੀਂ, ਇਟ ਹੈਜ਼ ਟੂ ਬੀ ਡਨ ਲਾਈਕ ਅ ਕੰਪਰੋਮਾਈਜ਼ ਫਰੋਮ ਬੋਥ ਸਾਈਡਸ ਐਂਡ ਟੂ ਅੰਡਰਸਟੈਂਡ ਕਿ ਗੁਰੂ ਸਾਹਿਬ ਜਿਹੜੇ ਸੀ, ਉਹਨਾਂ ਦੀ ਜਿਹੜੀ ਸ਼ਖਸੀਅਤ ਸੀ ਉਹ ਆਮ ਨਾਲੋਂ ਉਹ ਮਚ ਬ੍ਰਿਲੀਅੰਟ ਸੀਗੇ, ਉਹ ਮਚ ਡਿਫਰੈਂਟ ਸੀਗੇ। ਮਤਲਬ ਵੀ ਹੈਵ ਟੂ ਐਕਨੋਲੇਜ ਥੀਸ ਥਿੰਗਸ ਐਂਡ ਦੈਨ ਉਹਦੇ ਨਾਲ ਜਿਹੜੀ ਕਿ ਰਿਸਪੈਕਟ ਵੱਧਦੀ ਹੈ, ਉਹਦੇ ਨਾਲ ਜਿਹੜੀ ਕਈ ਜਨਮ ਸਾਖੀਆਂ ਜੁੜੀ ਗਈਆਂ। ਪਰ ਨੁਕਸਾਨ ਇੱਥੇ ਹੁੰਦਾ ਵੀ ਕਈ ਵਾਰੀ ਜਨਮ ਸਾਖੀਆਂ ਜਿਹੋ ਜਿਹੇ ਕਹਾਣੀਆਂ ਬਣਾਉਣ ਵਾਲਿਆਂ ਨੇ ਉਹਨਾਂ ਨੂੰ ਆਪਣੇ ਬਿਜ਼ਨਸ ਦਾ ਸਾਧਨ ਬਣਾ ਲਿਆ,
ਉਹ ਗੁਰੂ ਸਾਹਿਬ ਦੇ ਨਾਲ ਕੋਈ ਚੀਜ਼ ਜੋੜ ਕੇ ਵੀ ਹਾਂਜੀ ਇਦਾਂ ਹੋਇਆ, ਗੁਰੂ ਸਾਹਿਬ ਨੇ ਇਦਾਂ ਕਰਾਮਾਤ ਕੀਤੀ, ਮੁੜ ਕੇ ਜਿਹੜੇ ਹੁਣ ਵਾਲੇ ਵੀ ਜਿਹੜੇ ਕਈ ਉਹਨਾਂ ਜਗ੍ਹਾ ਤੇ ਬੈਠੇ ਹੋਏ ਆ ਉਹ ਉਹੀ ਚੀਜ਼ ਦੀ ਕਾਪੀ ਕਰੀ ਜਾਂਦੇ ਆ। ਸੋ ਦੈਟਸ ਵਾਟ ਕਈ ਵਾਰੀ ਹੁੰਦਾ ਵੀ ਲੋਕਾਂ ਦਾ ਸ਼ੋਸ਼ਣ ਸ਼ੁਰੂ ਹੋ ਜਾਂਦਾ ਕਿਉਂਕਿ ਕਰਾਮਾਤ ਗੁਰੂ ਸਾਹਿਬ ਦੇ ਨਾਲ ਜੋੜ ਦਿੱਤੀ ਗਈ। ਐਜ਼ ਲੌਂਗ ਐਜ਼ ਕਿਸੇ ਦਾ ਕੋਈ ਨੁਕਸਾਨ ਇਹਦਾ ਨਹੀਂ ਹੋ ਰਿਹਾ, ਮੇਰੇ ਖਿਆਲ 'ਚ ਕੋਈ ਰਿਸਪੈਕਟ ਮਿਲਦੀ ਹੈ ਤਾਂ ਆਈ ਥਿੰਕ ਇਟਸ ਓਕੇ। ਵੈਸੇ ਇਹ ਇੱਕ ਹੋਰ ਗੱਲ ਡਾਕਟਰ ਸਾਹਿਬ, ਇਹ ਜ਼ੇਨ ਦੀ ਤੁਹਾਡੇ ਦੀ ਦਿਮਾਗ ਦੀ ਤਸੱਲੀ ਵੀ ਹੈ, ਸਾਡੀ ਸੈਟੀਸਫੈਕਸ਼ਨ ਵੀ। ਮੈਂ ਸਪੋਜ਼ ਮੈਂ ਗੱਲ ਕਰਾਂ, ਮੈਨੂੰ ਜਿਹੜਾ ਸਾਡੇ ਬਜ਼ੁਰਗਾਂ ਦਾ ਦਰਬਾਰ ਹੈ ਉੱਥੇ ਨਿੱਕੇ ਹੁੰਦੇ ਤੋਂ ਹੁਣ ਤੱਕ ਆਂਦੇ ਵੀ ਉੱਥੇ ਦੀਵਾ ਜਾਂ ਬੋਕਰ ਚੜਾਓ ਤੁਹਾਡੇ ਮੌਕੇ ਹਟ ਜਾਣੇ ਤੇ ਬਾਕੀ ਹਟ ਜਾਂਦੀ, ਉਹ ਜ਼ੇਨ ਦੀ ਸੈਟੀਸਫੈਕਸ਼ਨ। ਇਹ ਸੇਮ ਚੀਜ਼ ਥਿੰਗ ਆਪਾਂ ਥੋੜੇ ਦਿਨ ਪਹਿਲੇ ਡਿਸਕਸ ਕੀਤੀ ਸੀ ਕੁਇੰਡ ਗੁਰਦੁਆਰਾ ਸਾਹਿਬ ਦੀ, ਉੱਥੋਂ ਦੇ ਲੋਕ ਜਿਹੜੇ ਆ ਉਹ ਉੱਥੇ ਵੀ ਉਹ ਸੇਮ ਸਿਸਟਮ ਹੈ। ਸੋ ਇਹ ਗੱਲਾਂ ਜਿਹੜੀਆਂ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਜ਼ੇਨ ਦੀ ਸੈਟੀਸਫੈਕਸ਼ਨ ਵੀ ਹੈ ਤੁਹਾਡੀ। ਇਹ ਮੈਡੀਕਲੀ ਵੀ ਟਰੂ ਹੈ, ਇਹਨੂੰ ਪਲੇਸੀਬੋ ਇਫੈਕਟ ਕਹਿੰਦੇ ਵੀ ਆਪਾਂ, ਥੋੜਾ ਜਿਹਾ ਪਲੇਸੀਬੋ ਇਫੈਕਟ ਹੁੰਦਾ ਵੀ ਤੁਹਾਨੂੰ ਤਸੱਲੀ ਇੰਨੀ ਹੋ ਜਾਂਦੀ ਆ। ਹੁਣ ਜਿਹੜੇ ਲੋਕੀ ਰੱਬ 'ਚ ਪੂਰਾ ਯਕੀਨ ਕਰਦੇ ਆ, ਪਾਠ ਕਰਦੇ ਆ, ਉਹ ਜਦੋਂ ਬਿਮਾਰ ਹੁੰਦੇ ਆ ਉਹ ਆਪਣੇ ਬਾਬੇ ਨੂੰ ਧਿਆਉਂਦੇ ਆ, ਉਹ ਥੋੜਾ ਛੇਤੀ ਠੀਕ ਹੋ ਜਾਂਦੇ ਆ ਕਿਉਂਕਿ ਉਹਨਾਂ ਨੂੰ ਤਸੱਲੀ ਆ ਵੀ ਕੋਈ ਨਾ ਕੋਈ ਮੇਰੇ ਪਿੱਛੇ ਖੜਾ ਆ। ਉਹਨੂੰ ਬੋਡੀ ਜਿਹੜੀ ਹੈ ਬੜਾ ਪੋਜ਼ਿਟਿਵਲੀ ਕੰਮ ਕਰਦੀ ਆ। ਸੋ ਦੇਰ ਆਰ ਮੈਡੀਕਲ ਰੀਜ਼ਨਸ ਆਲਸੋ। ਜਦੋਂ ਤੁਹਾਨੂੰ ਕਿਸੇ ਚੀਜ਼ ਦੇ ਉੱਤੇ ਯਕੀਨ ਇੰਨਾ ਹੁੰਦਾ, ਜਿੱਦਾਂ ਮੈਂ ਤੁਹਾਨੂੰ ਬਚਪਨ ਦੀ ਗੱਲ ਦੱਸਦਾ ਵੀ ਜੇ ਮੇਰੇ ਨੰਬਰ ਘੱਟ ਆਉਣੇ ਨਾ, ਮੈਂ ਇਹ ਸੋਚਣਾ ਵੀ ਮੈਂ ਐਤਕੀ ਪਾਠ ਜਾਂ ਗੁਰਦੁਆਰਾ ਸਾਹਿਬ ਘੱਟ ਗਿਆ ਸੀ। ਮੈਂ ਸੱਚੀ ਮੇਰਾ ਉਹ ਲਿੰਕ ਕਿੱਦਾਂ ਜੁੜ ਗਿਆ ਸੀ, ਔਰ ਇਹ ਲਗਭਗ 10ਵੀਂ ਤੱਕ ਮੇਰਾ ਇਦਾਂ ਰਿਹਾ। ਔਰ ਆਈ ਥਿੰਕ ਦੈਟ ਵਾਸ ਦ ਬੈਸਟ ਟਾਈਮ ਆਫ ਮਾਈ ਲਾਈਫ, ਕਿਉਂਕਿ ਤੁਸੀਂ ਰੱਬ ਦੇ ਨਾਲ ਇਦਾਂ ਆਪਣੇ ਆਪ ਨੂੰ ਕਨੈਕਸ਼ਨ ਫੀਲ ਕਰਨ ਲੱਗ ਪੈਂਦੇ ਹੋ ਕਿ ਤੁਸੀਂ ਸਾਡੀ ਜੁੜਤ ਵੀ ਉਸ ਹਿਸਾਬ ਨਾਲ ਬਣ ਜਾਂਦੀ ਹੈ ਨਾ। ਜੇ ਅਸੀਂ ਉਹਨੂੰ ਦੂਜੀ ਤਰ੍ਹਾਂ ਸੋਚਦੇ ਆ, ਫਿਰ ਉਹ ਇਹਨਾਂ ਦਰਗਾਹਾਂ ਦਾ, ਮੰਦਰਾਂ ਦਾ, ਮਸਜਿਦਾਂ ਦਾ, ਤੇ ਜੇ ਆਪਾਂ ਗੱਲੋਂ ਕਰ ਦਈਏ ਵੀ ਡਾਇਰੈਕਟ ਸਾਡਾ ਰੱਬ ਨਾਲ ਰਾਬਤਾ ਵਾ, ਤੇ ਉਹ ਇਹਨਾਂ ਦਾ ਫਿਰ ਕਿਤੇ ਨਾ ਕਿਤੇ ਹੋਰ ਤਰ੍ਹਾਂ ਦੀ ਗੱਲ ਆ ਜਾਂਦੀ, ਆਪਾਂ ਮੈਂ ਕਰਨਾ ਨਹੀਂ ਚਾਹੁੰਦਾ। ਇਹ ਵੇਖੋ, ਇਹ ਸਾਡਾ ਇਤਮਾਦ, ਸਾਡਾ ਯਕੀਨ, ਸਾਡੇ ਦਿਮਾਗ ਦੀ ਸੈਟੀਸਫੈਕਸ਼ਨ। ਰੱਬ ਕੀ ਹੈ? ਰੱਬ ਵੀ ਤੇ ਉਹੀ ਹੈ ਜਿਹਦੇ ਤੋਂ ਅਸੀਂ ਮੰਗਦੇ, ਸਾਡੀ ਉਮੀਦ ਹੈ ਰੱਬ ਨੂੰ। ਬਿਲਕੁਲ ਬਿਲਕੁਲ। ਤੋ ਉਹ ਇਹ ਥੋੜੀ ਜਿਹੀ ਮੇਰੇ ਜ਼ਿਹਨ 'ਚ ਸੀ ਗੱਲ। ਮੈਂ ਨਹੀਂ, ਚੰਗੀ ਗੱਲ ਹੈ। ਔਰ ਇੰਟਰਸਟਿੰਗ ਗੱਲ ਇਹ ਹੈ ਵੀ ਮੈਂ ਵੀ ਨੋਟ ਕੀਤਾ ਕਿ 10-15 ਸਾਲਾਂ ਬਾਅਦ ਇਹ ਥਿੰਕਿੰਗ ਚੇਂਜ ਹੋ ਜਾਂਦੀ ਹੈ। ਹੁਣ ਜਦੋਂ ਮੈਂ ਆਪਣੀ 10 ਸਾਲ ਦੀ ਏਜ ਵਾਲਾ ਵਿਊ ਦੇਖਦਾ, ਉਹ ਡਿਫਰੈਂਟ ਹੈ ਥੋੜਾ ਜਿਹਾ। ਫਿਰ 15 ਸਾਲਾਂ ਬਾਅਦ ਹੋਰ, ਇਹ ਲਾਈਫ ਲੌਂਗ ਆਪਾਂ ਨੂੰ ਜਿੱਦਾਂ ਦੇ ਦੋਸਤ ਮਿਲਦੇ ਰਹਿੰਦੇ ਉਦਾਂ ਹੀ ਹੁੰਦਾ ਰਹਿੰਦਾ। ਔਰ ਪਰ ਆਈ ਫੀਲ ਪਰਸਨਲੀ ਵੀ ਜਦੋਂ ਆਪਾਂ ਨੂੰ ਦੁੱਖ ਦੀ ਘੜੀ, ਹਰੇਕ ਨੂੰ ਇਨਸਾਨ ਨੂੰ ਦੁੱਖ ਦੀ ਘੜੀ ਆਉਣੀ ਹੈ, ਭਾਵੇਂ ਉਹ ਰੱਬ ਨੂੰ ਮੰਨਣ ਵਾਲਾ ਨਹੀਂ ਮੰਨਣ ਵਾਲਾ। ਜਦੋਂ ਤੁਹਾਡੇ ਤੋਂ ਦੁੱਖ ਦੀ ਘੜੀ ਆਉਂਦੀ ਹੈ, ਜੇ ਤੁਸੀਂ ਰੱਬ ਤੇ ਯਕੀਨ ਕਰਦੇ ਹੋ ਜਾਂ ਇਹਨਾਂ ਚੀਜ਼ਾਂ ਤੇ ਯਕੀਨ ਕਰਦੇ ਹੋ, ਤੁਹਾਡੇ ਲਈ ਦੁੱਖ ਜਿਹੜੇ ਕੱਟਣੇ ਥੋੜੇ ਜਿਹੇ ਸੌਖੇ ਹੋ ਜਾਂਦੇ ਆ, ਕਿਉਂਕਿ ਯੂ ਹੈਵ ਸਮਵਨ ਟੂ ਫਾਲ ਬੈਕ ਔਨ। ਤੁਹਾਨੂੰ ਲੱਗਦਾ ਵੀ ਕੋਈ ਤੁਹਾਡੇ ਲਈ ਜਿਹੜਾ ਹੈਗਾ ਪਿੱਛੇ ਕੋਈ ਜਿਹੜੀ ਪਰਮਾਤਮਾ ਦੀ ਜਿਹੜੀ ਸ਼ਕਤੀ ਹੈਗੀ ਆ ਉਹ ਹੈਗੀ ਆ। ਸੋ ਆਈ ਥਿੰਕ ਇਟ ਇਜ਼ ਅ ਕੰਟਰੋਵਰਸ਼ੀਅਲ ਟੌਪਿਕ, ਪਰ ਇਹ ਚੀਜ਼ਾਂ ਜਿੰਨਾ ਆਪਾਂ ਜ਼ਿਆਦਾ ਯਕੀਨ ਕਰਾਂਗੇ, ਆਈ ਥਿੰਕ ਇਸੇ ਕਰਕੇ ਗੁਰੂ ਸਾਹਿਬ ਨੇ ਬਾਰ-ਬਾਰ ਦੁਬਾਰਾ ਜਿੰਨੀ ਵੀ ਪੁਰਾਣੀਆਂ ਆਪਣੀਆਂ ਆਪਾਂ ਸਾਖੀ ਸੁਣਦੇ ਆ, ਉਹਨਾਂ ਦੇ ਵਿੱਚ ਜਿੰਨੀਆਂ ਵੀ ਇਹ ਗੱਲਾਂ ਹੈਗੀਆਂ, ਉਹਨਾਂ ਦੇ ਵਿੱਚ ਇਹ ਬਾਰ-ਬਾਰ ਜਿਹੜਾ ਜ਼ਿਕਰ ਆਉਂਦਾ ਹੈ ਰੱਬ ਨੂੰ ਧਿਆਉਣ ਦਾ, ਤਾਂ ਕਿ ਜਦੋਂ ਇਨਸਾਨ ਤੇ ਮੁਸ਼ਕਿਲ ਘੜੀ ਆਵੇ ਖਾਸ ਕਰਕੇ, ਉਦੋਂ ਉਹਨੂੰ ਇਹ ਜਿਹੜੀ ਹੈਗੀ ਆ, ਉਹਨੂੰ ਇਹ ਯਕੀਨ ਹੋਣਾ ਚਾਹੀਦਾ ਵੀ ਮੇਰੇ ਨਾਲ ਕੋਈ ਪਿੱਛੇ ਪਰਮਾਤਮਾ ਤੂੰ ਹੈਗਾ ਹੈ। ਸੋ ਦੈਟ ਟੂ ਗੈਟ ਦੈਟ ਥਿੰਗ, ਆਈ ਥਿੰਕ ਲੇਟਰ ਔਨ ਜਿਹੜੀ ਜਨਮ ਸਾਖੀਆਂ ਸੀ ਜਾਂ ਜਿੰਨੀਆਂ ਵੀ ਆਪਾਂ ਮੁੜ ਕੇ ਖਾਣੀਆਂ ਦੀ ਗੱਲ ਕਰਦੇ ਆ, ਉਹ ਜਿਹੜੀਆਂ ਗੱਲਾਂ ਬਾਤਾਂ ਐਡ ਹੋ ਗਈਆਂ। ਢਿੱਲੋਂ ਸਾਹਿਬ ਇਨ ਦਾ ਮੀਨ ਟਾਈਮ ਗਏ ਹੋਏ ਨੇ, ਤੇ ਮੈਂ ਆਪਣੇ ਦੇਖਣ ਵਾਲਿਆਂ ਨੂੰ ਉਹਨਾਂ ਚਿਰ ਗੁਰਦੁਆਰਾ ਸਾਹਿਬ ਦੀ ਕੁਝ ਤਸਵੀਰਾਂ ਦਿਖਾ ਦੇਣਾ। ਜਿਹੜਾ ਆਪਾਂ ਅੱਜ ਕੱਲ ਗੁਰਦੁਆਰਾ ਸਾਹਿਬ ਦੀ ਗੱਲ ਕਰ ਰਹੇ ਹਾਂ, ਇਹ ਹੈ ਜੀ ਗੁਰਦੁਆਰਾ ਖਰਾ ਸੌਦਾ। ਇਹਦੇ ਬਾਰੇ ਅੱਜ ਆਪਣੀ ਚਰਚਾ ਚੱਲ ਰਹੀ ਹੈ। ਸੱਚਾ ਸੌਦਾ ਗੁਰਦੁਆਰਾ ਸੱਚਾ, ਹਾਂਜੀ ਗੁਰਦੁਆਰਾ ਸੱਚਾ ਸੌਦਾ। ਤੇ ਆਹ ਇਹਦਾ ਇੱਕ ਹੋਰ ਸ਼ਾਟ ਹੈਗਾ ਜਿਹੜਾ ਡਰੋਨ ਦੇ ਨਾਲ ਢਿੱਲੋਂ ਸਾਹਿਬ ਨੇ ਲਿਆ ਹੋਇਆ। ਡਰੋਨ ਸ਼ਾਟ ਦੇ ਨਾਲ ਤੁਸੀਂ ਨਾਲ ਪੁਰਾਤਨ ਜਿਹੜਾ ਸਰੋਵਰ ਹੈਗਾ ਉਹਦੇ ਵੀ ਦਰਸ਼ਨ ਕਰ ਸਕਦੇ ਹੋ। ਆਹ ਕੁਛ ਹੋਰ ਫਰੰਟ ਤੋਂ ਤਸਵੀਰਾਂ ਹੈਗੀਆਂ। ਆਹ ਅਸਲੀ ਉੱਪਰ ਜਗ੍ਹਾ ਜਾ ਕੇ ਅਸਲੀ ਜਗ੍ਹਾ ਆਹ ਹੈਗੀ ਹੈ ਜਿਹੜੀ ਉੱਪਰ ਹੈਗੀ। ਆਹ ਉਹ ਦਰਖਤ ਹੈ ਜਿਹੜਾ ਤੁਸੀਂ ਸਾਹਮਣੇ ਦਰਖਤ ਦੇਖ ਰਹੇ ਹੋ। ਦੱਸਦੇ ਵੀ ਇੱਥੇ ਉੱਚੀ ਜਗ੍ਹਾ ਸੀ ਜਿੱਥੇ ਬਾਬਾ ਜੀ, ਇਹ ਟਿੱਲਾ ਸੀਗਾ ਜੀ। ਕੁਇਕਲੀ ਆਪਣਾ ਸੈਸ਼ਨ ਪੂਰਾ ਨਹੀਂ ਹੋਣਾ, ਸਾਨੂੰ ਨੈਕਸਟ ਐਪੀਸੋਡ ਕਰਨੀ ਪੈਣੀ ਹੈ ਜੀ। ਮੈਂ ਥੋੜੀ ਤਸਵੀਰਾਂ ਇੱਕ ਸਕਿੰਟ ਲਈ ਦਿਖਾ ਦਵਾਂ, ਕਿਉਂਕਿ ਆ ਢਿੱਲੋਂ ਸਾਹਿਬ ਇਹ ਮੇਰੇ ਦਾਦੀ ਜੀ ਨੂੰ ਹੋਲਡ ਕਰਕੇ ਖੜੇ ਨੇ। ਮੇਰੇ ਦਾਦੀ ਜੀ ਹੈ ਤੇ ਨਾਲ ਨਾਸਰ ਢਿੱਲੋਂ ਜੀ ਹੈ। ਤੁਸੀਂ ਦੇਖ ਲਓ ਥੋੜਾ ਜਿਹਾ ਭਰ ਵਧਿਆ ਹੋਇਆ ਇੱਥੇ। ਆਹ ਗੁਰਦੁਆਰਾ ਸਾਹਿਬ ਜੀ ਢਿੱਲੋਂ ਸਾਹਿਬ। ਸਾਨੂੰ ਨੈਕਸਟ 45 ਮਿੰਟ ਹੋਣ ਵਾਲੇ ਆ, ਸਾਨੂੰ ਨੈਕਸਟ ਸੈਸ਼ਨ ਰੱਖਣਾ ਪੈਣਾ ਇਹਦੇ ਤੇ ਨੈਕਸਟ ਐਪੀਸੋਡ। ਡਾਕਟਰ ਸਾਹਿਬ ਕੁਇਕਲੀ ਇੱਕ ਆਖਰੀ ਕੁਐਸਚਨ ਆਪਾਂ ਕਰ ਲਈ, ਉਸ ਤੋਂ ਬਾਅਦ ਅਗਲੇ ਸੈਸ਼ਨ 'ਚ ਕਰਾਂਗੇ। ਗੁਰਦੁਆਰਾ ਸਾਹਿਬ ਸਾਰੇ ਗੁਰਦੁਆਰਾ ਸਾਹਿਬ ਜਿੰਨਿਆਂ ਦੀ ਗੱਲ ਹੁੰਦੀ, ਤੁਸੀਂ ਬੜਾ ਤਫਸੀਲ ਦੇ ਨਾਲ ਡਿਟੇਲ ਦੇ ਨਾਲ ਦੱਸਿਆ ਦਾ, ਕਿੰਨੇ ਬਣਵਾਇਆ, ਕਦੋਂ ਬਣਵਾਇਆ, ਇਹਦੀ ਵੀ ਥੋੜੀ ਦੱਸੋ। ਕਿੰਨੇ ਬਣਵਾਇਆ, ਇਹਦੀ ਤਮੀਰ ਸ਼ੁਰੂ ਕਿੰਨੇ ਕੀਤੀ, ਹੁਣ ਵਾਲੀ ਬਿਲਡਿੰਗ ਜਿਹੜੀ ਉਹ ਕਿੰਨੇ ਬਣਵਾਈ ਜੀ? ਇਹ ਜਿਹੜੀ ਜਗ੍ਹਾ ਹੈਗੀ ਇਹਦੇ ਨਾਲ ਪਹਿਲਾਂ ਸਭ ਤੋਂ ਪਹਿਲਾਂ ਜਿਹੜਾ ਇਤਿਹਾਸ ਦੇ ਵਿੱਚ ਮਿਲਦਾ ਆ, ਇੱਥੇ 2176 ਕਨਾਲ ਤੇ 10 ਮਰਲੇ ਜਗ੍ਹਾ ਪਿੰਡ ਚੂੜਕਾਣਾ ਤੋਂ ਲਵਾਈ ਗਈ ਸੀ।
ਤੇ ਨਾਲ 211 ਕਨਾਲ, ਜਿਹਦੇ ਨਾਲ ਕਿ ਦੁਹੜਤਾ ਖੂਹ ਵੀ ਸੀਗਾ, ਪਾਣੀ ਵਾਲਾ ਜਿਹੜਾ ਖੂਹ ਸੀ। ਪਿੰਡ ਹਰਦੋ ਬੰਦੋਕੇ, ਇਹ ਨੇੜੇ ਪਿੰਡ ਹੈਗੇ ਆ, ਜਿਨ੍ਹਾਂ ਦੇ ਲਈ ਗੁਰੂ ਕੇ ਲੰਗਰ ਦੇ ਲਈ ਜਿਹੜੀ ਜ਼ਮੀਨ ਸੀਗੀ ਇਸ ਗੁਰਦੁਆਰੇ ਦੇ ਨਾਲ, ਜਿਹੜੀ ਇਸ ਗੁਰਦੁਆਰੇ ਦੇ ਨਾਮ ਸੀ, ਜਿਹੜੀ ਜ਼ਮੀਨ ਇਹਨਾਂ ਪਿੰਡਾਂ ਤੋਂ ਜਿਹੜੀ ਸੀ ਉਹ ਲਵਾਈ ਗਈ ਸੀ। ਹੁਣ ਇਹ ਕਹਿੰਦਾ ਵੀ ਇਹਨਾਂ ਦੇ ਬਾਅਦ ਇਹਦਾ ਨਾਮ ਰੱਖਿਆ ਗਿਆ ਸੀ ਕੇਰ ਕਿਰਪਾ ਰਾਮ ਵਾਲੀ। ਇਹ ਜਿਹੜਾ ਪਹਿਲਾਂ ਮੈਂ ਦੱਸ ਕੇ ਹਟਿਆ, ਮਹਾਰਾਜਾ ਰਣਜੀਤ ਸਿੰਘ ਨੇ ਇਹਨਾਂ ਪਿੰਡਾਂ ਤੋਂ ਜਿਹੜੀ ਜ਼ਮੀਨ ਸੀ ਇਹਨਾਂ ਪਿੰਡਾਂ ਦੇ ਵਿੱਚ ਇਸ ਜਗ੍ਹਾ ਤੇ ਲਵਾਈ ਸੀ। ਮੁੜ ਕੇ ਭਾਈ ਕਿਰਪਾ ਰਾਮ ਜੀ ਨੇ ਇੱਥੇ ਪੱਕੀ ਬਿਲਡਿੰਗ ਬਣਾਈ, ਧਰਮਸ਼ਾਲਾ ਬਣਾਈ, ਜਿਹਦੇ ਕਰਕੇ ਇਹਦਾ ਨਾਮ ਕੇਰ ਕਿਰਪਾ ਰਾਮ ਵਾਲੀ, ਕੇਰ ਕਿਰਪਾ ਰਾਮ ਵਾਲੀ ਕਿਹਾ ਜਾਣ ਲੱਗ ਪਿਆ। ਮੁੜ ਕੇ ਲੇਟਰ ਔਨ ਜਦੋਂ ਫਿਰ ਸ਼ੇਖੂਪੁਰਾ ਡਿਵੈਲਪ ਹੋ ਗਿਆ, ਜਦੋਂ ਇੱਥੇ ਨਹਿਰ ਆ ਗਈ, ਅੰਗਰੇਜ਼ਾਂ ਨੇ ਫਿਰ ਜਿਹੜੇ ਲੋਕੀ ਸੀਗੇ ਬਹੁਤ ਸੈਂਟਰਲ ਪੰਜਾਬ ਤੋਂ, ਖਾਸ ਕਰਕੇ ਵਿਰਕ, ਜਿਹੜੇ ਹੋਰ ਕਈ ਲੋਕ ਸੀ ਇੱਧਰ ਇਸ ਏਰੀਆ ਤੋਂ, ਉਹ ਮੁੜ ਕੇ ਇਸ ਇਲਾਕੇ ਦੇ ਵਿੱਚ ਬਹੁਤ ਜ਼ਿਆਦਾ ਐਸਟੈਬਲਿਸ਼ ਚੰਗੀ ਤਰ੍ਹਾਂ ਹੋ ਗਏ। ਉਹਨਾਂ ਦਾ ਜਿਹੜਾ ਸੀ ਜ਼ਮੀਨਾਂ ਦੀ ਰੇਟ ਬਹੁਤ ਵਧ ਗਏ, ਇਹ ਬਹੁਤ ਫਰਟਾਈਲ ਬੈਲਟ ਬਣ ਗਈ ਜਿਹੜਾ ਸ਼ੇਖੂਪੁਰਾ ਰੀਜਨ ਸੀ। ਜੀ ਢਿੱਲੋਂ ਸਾਹਿਬ। ਅੱਛਾ, ਹੁਣ ਵਾਲੀ ਜਿਹੜੀ ਮੌਜੂਦਾ ਬਿਲਡਿੰਗ ਹੈ ਇਹਦਾ ਥੋੜਾ ਦੱਸੋ ਕਦੋਂ ਦੀ ਹੈ ਤੇ ਕਿੰਨੇ ਬਣਵਾਈ ਹੈ? ਇਹ ਜਿਹੜੀ ਫਿਲਹਾਲ ਕਰੰਟ ਬਿਲਡਿੰਗ ਹੈਗੀ ਆ, ਇਹ ਤਾਂ ਪਾਕਿਸਤਾਨ ਚ, ਹਾਂਜੀ ਹੁਣ ਵਾਲੀ ਕਰੰਟ ਬਿਲਡਿੰਗ ਜਿਹੜੀ, ਹਾਂਜੀ ਕਰੰਟ ਵਾਲੀ ਜਿਹੜੀ ਬਿਲਡਿੰਗ ਹੁਣ ਇਸ ਵੇਲੇ ਆਪਾਂ ਪਾਕਿਸਤਾਨ ਦੀ, ਜਦੋਂ ਆਪਾਂ ਸ਼੍ਰੋਮਣੀ ਕਮੇਟੀ ਨੇ ਗੁਰਦੁਆਰਾ ਸਾਹਿਬ ਦੀ ਉਦਾਸੀ ਮਹੰਤਾਂ ਦੇ ਕੋਲੋਂ ਜਿਹੜਾ ਗੁਰਦੁਆਰਾ ਸਾਹਿਬ ਨੂੰ ਛੁਡਵਾਇਆ, ਐਟ ਦੈਟ ਪਾਰਟਿਕੂਲਰ ਟਾਈਮ ਇਹ ਜਿਹੜਾ ਗੁਰਦੁਆਰਾ ਸਾਹਿਬ ਸੀ ਦੀ ਦੁਬਾਰਾ ਰੀਕਨਸਟਰਕਸ਼ਨ ਕੀਤੀ ਗਈ ਹੈ। ਪਰ ਇਹ ਗੁਰਦੁਆਰਾ 47 ਤੋਂ ਬਾਅਦ ਕਾਫੀ ਦੇਰ ਬੰਦ ਰਿਹਾ। 1993 ਦੇ ਵਿੱਚ ਇਹਦੀ ਦੁਬਾਰਾ ਰੈਨੋਵੇਸ਼ਨ ਕਰਕੇ ਪਾਕਿਸਤਾਨ ਗਵਰਨਮੈਂਟ ਨੇ ਇਹਨੂੰ ਦੁਬਾਰਾ ਲੋਕਾਂ ਦੇ ਲਈ ਵਿਜ਼ਿਟ ਕਰਨ ਦੇ ਲਈ ਇਹਦੀ ਕਹਿ ਲਓ ਵੀ ਸਾਫ਼ ਸਫਾਈ ਕਰਵਾ ਕੇ ਠੀਕ ਕੀਤਾ। ਸੋ 1993 ਦੇ ਵਿੱਚ ਦੁਬਾਰਾ ਇਹਦੀ ਰੈਨੋਵੇਸ਼ਨ ਜਿਹੜੀ ਹੈ ਕਰੰਟ ਬਿਲਡਿੰਗ ਦੀ ਕੀਤੀ ਗਈ, ਜਿਹਨੂੰ ਕਿ ਪਹਿਲਾਂ ਭਾਈ ਕੇਰ ਜੀ ਨੇ, ਉਹਨਾਂ ਦਾ ਨਾਮ ਹੈਗਾ, ਤੇ ਕਿਰਪਾ ਰਾਮ ਉਹਨਾਂ ਦੀ ਜਿਹੜੇ ਜਗ੍ਹਾ ਦਾ ਨਾਮ ਸੀਗਾ ਕੇਰ ਕਿਰਪਾ ਰਾਮ ਵਾਲੀ ਕਿਹਾ ਜਾਂਦਾ ਸੀ। ਮੁੜ ਕੇ ਜਦੋਂ ਸ਼੍ਰੋਮਣੀ ਕਮੇਟੀ ਆਈ ਹੈ, ਉਹਨੇ ਉਹਨਾਂ ਨੂੰ ਇਸ ਬਿਲਡਿੰਗ ਨੂੰ ਹੋਰ ਅੱਗੇ ਐਡੀਸ਼ਨ ਕੀਤੀ, ਵੱਡਾ ਕੀਤਾ, ਤੇ ਮੁੜ ਕੇ ਫਿਰ ਪਾਕਿਸਤਾਨ ਗਵਰਨਮੈਂਟ ਨੇ ਵੀ 1993 ਦੇ ਵਿੱਚ ਐਡੀਸ਼ਨ ਕੀਤੀ। ਜੀ ਢਿੱਲੋਂ ਸਾਹਿਬ, ਬਹੁਤ ਸ਼ੁਕਰੀਆ ਡਾਕਟਰ ਸਾਹਿਬ। ਟਾਈਮ ਸਾਡਾ 45 ਤੋਂ ਵੀ 1.5 ਮਿੰਟ ਉੱਤੇ ਹੋ ਗਿਆ ਜੀ। ਇਸੇ ਚੈਪਟਰ ਨੂੰ ਕੱਲ ਫਿਰ 7 ਵਜੇ ਪਾਕਿਸਤਾਨੀ ਟਾਈਮ ਤੇ ਆਪਾਂ ਅਗਲਾ ਸੈਸ਼ਨ ਇਹਦਾ ਕਰ ਲਾਂਗੇ। ਸਾਨੂੰ 45 ਮਿੰਟ ਲੱਗ ਹੀ ਜਾਣੇ ਜੀ। ਬਿਲਕੁਲ ਮੈਂ ਨੋਟ ਡਾਊਨ ਕੀਤੇ। ਸੋ ਕੱਲ ਤੱਕ ਲਈ ਇਜਾਜ਼ਤ ਚਾਹੁੰਦੇ ਆ, ਮਿਲਾਂਗੇ ਕੱਲ ਸਾਰੇ ਦੋਸਤਾਂ ਨੂੰ। ਕੱਲ ਆਪਾਂ ਕੋਸ਼ਿਸ਼ ਕਰਾਂਗੇ ਜਿਹੜੇ ਦੋਸਤ ਵਿੱਚ ਆਉਣਾ ਚਾਹੁੰਦੇ ਨੇ ਉਹਨਾਂ ਨੂੰ ਨਾਲ ਲੈ ਕੇ ਆਉਣਾ। ਸਾਡਾ ਲਾਈਵ ਚੱਲ ਰਿਹਾ, ਨਾਲ ਦੋਸਤਾਂ ਦੇ ਕਮੈਂਟ ਵੀ ਆਪਾਂ ਨਹੀਂ ਅੱਜ ਰੀਡ ਕਰ ਸਕੇ, ਪੜ੍ਹ ਸਕੇ, ਜਵਾਬ ਬਾਅਦ ਚ ਆਪਾਂ ਜ਼ਰੂਰ ਇਹਨਾਂ ਦੇ ਦੇ ਲਵਾਂਗੇ ਕੌਣ ਸਾਨੂੰ ਇਸ ਵੇਲੇ ਵੇਖਣ ਡਿਆ। ਡਾਕਟਰ ਸਾਹਿਬ ਬਹੁਤ ਸ਼ੁਕਰੀਆ, ਕੱਲ ਮਿਲਦੇ ਆ, ਰੱਬ ਰਾਖਾ। ਓਕੇ, ਸਤਿ ਸ਼੍ਰੀ ਅਕਾਲ।